ਪਖਰੀਆਂ ਤੇ ਖਬਰਾਂ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਾਸ ਸੰਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਰਮਜੀਤ ਸਿੰਘ ਪੰਮਾ ਵਾਲੇ ਕੇਸ ਨੂੰ ਜਿਨ੍ਹਾਂ ਨੇ ਬਹੁਤ ਬਖੂਬੀ ਤਰੀਕੇ ਨਾਲ ਲੜਿਆ ਅਤੇ ਹਿੰਦ ਸਰਕਾਰ ਦੇ ਮੂੰਹ ਤੇ ਇੱਕ ਚੰਗੀ ਚਪੇੜ ਵੀ ਮਾਰੀ, ਕਿਉਂਕਿ ਉੱਥੇ ਕਈ ਬੰਦਿਆਂ ਦੇ ਨਾਲ एक कौम के नाल एक कई माइनॉरिटीज़ के नाल ह्यूमन राइट्स वायलेशनस पिछले काफ़ी लंबे समय तो होंदियां आ रही सन, जिहदे करके कई होर आवाज़ां भी उठियां। अज साडे नाल गुरपतवंत सिंह पन्नू सिक्स फॉर जस्टिस तो असीं उन्हां दा वैलकम करते हैं। नाल जतिंदर गरेवाल जी टोरंटो तो वह भी सिक्स फॉर जस्टिस तो, अते पंजाब तो साडे नाल जुड़े ने दिलराज जी अते सिवदीश जी। तुहानूं सारिआं नूं जी आयां नूं आखदा हां जी। बहुत बहुत धन्यवाद संजीव जी। थैंक यू संजीव जी, थैंक यू। हाँ जी पन्नू साहब, पहला तो तुसी यह दसो कि तुसी अमेरिका तो एक केस लड़न वास्ते इन्नी दूर गए अते उत्थे एक लंबी लड़ाई लड़ी है और उस देश नाल लड़ाई लड़ी है जिहदे उत्ते ह्यूमन राइट्स वायलेशनस दियां वड्डियां वड्डियां कहानियां ने। इन्नी वड्डी जित तो बाद तुहानूं किवें महसूस हो रहा है? संदीप भाजी तुहानूं भी ते चकदी टीवी देखने वाले सारे भैणां दे भरावां नूं वाहिगुरू जी का खालसा वाहिगुरू जी की फतेह। देखो, जो भाई परमजीत सिंह पंमा दा केस भारत हवालगी दा सिख कौम ने गुरु नानक साहब अगे अरदास करके जित प्राप्त की है, वो एक पंथक जित है। बिल्कुल ਉਹਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਜ਼ਿੰਮੇਵਾਰੀ ਲੱਗੀ ਸੀ ਉਹ ਇਹ ਸੀ ਕਿ ਉਸ ਕੇਸ ਦੀ ਪੈਰਵਾਈ ਕੀਤੀ ਜਾਏ, ਔਰ ਪੈਰਵਾਈ ਜਿਹੜੀ ਆ ਉਹ ਇਕੱਲੇ ਇੱਕ ਸਿਕਸ ਫਾਰ ਜਸਟਿਸ ਵੱਲੋਂ ਜਾਂ ਇੱਕ ਵਕੀਲ ਵੱਲੋਂ ਨਹੀਂ ਕੀਤੀ ਗਈ। ਇਹਦੇ ਵਿੱਚ ਯੂਕੇ ਦੇ ਵਕੀਲ ਭਾਈ ਅਮਰਜੀਤ ਸਿੰਘ ਭੱਚੂ, ਆਪਣੇ ਪੁਰਤਗਾਲ ਦੇ ਮੈਨੂਅਲ ਫਰੇਰਾ, यूके दियां संस्थावां सिख फैडरेशन, यूके दी संस्थावां सिख काउंसल, सिख रिलीफ और पूरी समूह सिख संगत का सहयोग सी। और उस सहयोग तो बाद एक जिहड़ी कौम नूं जिहड़ी है वो जित हासिल हुई है। बिल्कुल बिल्कुल पन्नू साहब, एक गल तो मननी पवेगी कि 84 तो पहला 78 की गल करा जां 84 तो बाद तक भी जो सिख कौम नाल हिंदुस्तान च वापरिया आ, उस तो बाद चों एक वड्डी जित के रूप के देखा जा रहा और इन्हें दोबारा तो सिख कौम नूं एक तरीके नाल मोटीवेट किया इस जित ने। मैं तुहाडे तो यह जानना चाहांगा कि हिंदुस्तान सरकार ने अपने कुछ पपेट्स भेजे सीगे पुर्तगाल दे विच जी, जिन्हां नूं वैसे तो मजाकिया जी गल लगदी आ कि देखो जिहड़े बंदे भेजे वो आप ही भजदे पे आ ਤੇ ਉਹਨਾਂ ਨੂੰ ਤੁਸੀਂ ਉੱਥੋਂ ਦੀ ਭਜਾਇਆ। ਤੇ ਐਕਚੁਅਲ ਦੇ ਵਿੱਚ ਉਹ 3 ਪੁਲਿਸ ਆਫੀਸਰਸ ਦੇ ਉੱਤੇ ਉਹਨਾਂ ਦੀ ਬੈਕਗਰਾਉਂਡ ਕਹਾਣੀ ਕੀ ਸੀ, ਕੀ ਇਹੋ ਜਿਹਾ ਵਾਪਰਿਆ ਕਿ ਉਹਨਾਂ ਨੂੰ ਉੱਥੋਂ ਦੀ ਭੱਜਣਾ ਪਿਆ? देखो, ਜਿਹੜੇ 3 ਪੁਲਿਸ ਅਫਸਰ ਹੈ ਉਹਨਾਂ ਚੋਂ 2 ਜਿਹੜਾ ਬਲਕਾਰ ਸਿੱਧੂ ਔਰ ਆਸ਼ੀਸ਼ ਕਪੂਰ ਔਰ ਤੀਸਰਾ ਜਿਹੜਾ ਰਜਿੰਦਰ ਸੋਹਲ, ਕਿਉਂਕਿ ਰਜਿੰਦਰ ਸੋਹਲ ਦਾ ਸਾਨੂੰ ਐਗਜ਼ੈਕਟ ਨਹੀਂ ਪਤਾ ਵੀ ਉਹ ਪੁਰਤਗਾਲ 'ਚ ਪਹੁੰਚਿਆ ਸੀ ਕਿ ਨਹੀਂ ਸੀ ਪਹੁੰਚਿਆ। पर फिर भी जे तुसीं इन्हां तिन्नां दा पिछे पिछोकड़ देखो और भारत दा आप दी कानून प्रणाली वेखो जिहदे विच शरेआम सिख कौम दी नस्लकुशी हुंदी है ते उन्हां नूं नस्लकुशी करन दे उत्ते जां झूठे पुलिस मुकाबले बना के तशद्दद करके शहीद कीता जांदा है ते उन्हां नूं तरक्कीआं मिलदियां। एक पासे ते बलकार सिद्धू नूं जो कि मजीठा पुलिस डिस्ट्रिक्ट दे विच 1991 92 93 दे विच सी ਤੇ ਉਦੋਂ DSP ਦਾ ਰੈਂਕ ਦਾ ਸੀ, ਅੱਜ DIG ਲੱਗਾ। ਲੇਕਿਨ ਉਸੇ ਹੀ CBI ਨੇ ਉਹਨੂੰ ਚਾਰਜ ਕੀਤਾ ਹੋਇਆ ਇੱਕ ਸਿੰਘ ਸੁਰਜੀਤ ਸਿੰਘ ਨੂੰ ਸ਼ਹੀਦ ਕਰਨ ਦੇ ਦੋਸ਼ ਤਹਿਤ। ਔਰ ਇੱਦਾਂ ਹੀ ਆਸ਼ੀਸ਼ ਕਪੂਰ ਉਹ ਪੁਲਿਸ ਅਫਸਰ ਹੈ ਜਿਨੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਹੀ 1997 ਦੇ ਵਿੱਚ ਆਪਣੇ ਹੱਥੀਂ ਔਰ ਨਾਲ ਵਾਲਿਆਂ ਕੋਲੋਂ ਤਸ਼ੱਦਦ ਕਰਵਾਇਆ ਸੀ। ਔਰ ਉਸ ਦਾ ਮੈਡੀਕਲ ਰੈਕਡ ਹਰ ਚੀਜ਼ ਜਿਹੜੀ ਹੈ ਉਹ ਅਸੀਂ ਪੁਰਤਗਾਲ ਦੀ ਜਿਹੜੀ ਗੌਰਮੈਂਟ ਹੈ ਅਟਾਰਨੀ ਜਨਰਲ ਉਹਨਾਂ ਨੂੰ ਮੁਹੱਈਆ ਕਰਵਾਇਆ। ਔਰ ਇਸੇ ਤਰੀਕੇ ਨਾਲ ਜਿਹੜਾ ਤੀਸਰਾ ਪੁਲਿਸ ਅਫਸਰ ਹੈ ਰਜਿੰਦਰ ਸੋਹਲ, ਉਹਦੇ ਉੱਤੇ ਵੀ ਕੇਸ ਜਿਹੜਾ ਹੈ ਉਹ ਤਸ਼ੱਦਦ ਕਰਕੇ ਇੱਕ ਸਿੰਘ ਨੂੰ ਸ਼ਹੀਦ ਕਰਨ ਦਾ, ਜੋ ਕਿ ਭਾਈ ਤਜਿੰਦਰ ਸਿੰਘ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਕਲਕੱਤਾ ਹਾਵੜਾ ਤੋਂ ਲਿਆਂਦਾ ਔਰ ਬਾਅਦ ਚੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸੋ ਜੋ ਪੁਰਤਗਾਲ ਦਾ ਕਾਨੂੰਨ ਹੈ ਕਿ ਜੇ ਕਿਸੇ ਵੀ ਜਗ੍ਹਾ ਤੇ ਕਦੀ ਮਨੁੱਖੀ ਅਧਿਕਾਰਾਂ ਦੀ ਕਿਸੇ ਇਨਸਾਨ ਨੇ ਉਲੰਘਣਾ ਕੀਤੀ ਹੈ, ਕਿਸੇ ਵੀ ਇਨਸਾਨ ਨੇ, ਔਰ ਇਹ ਤਾਂ ਉਹ ਸੀਗੇ ਜਿਨ੍ਹਾਂ ਨੇ ਕਿ ਹਿਫਾਜ਼ਤ ਕਰਨ ਦਾ ਇੱਕ ਕੌਮ ਦਾ, ਚਾਹੇ ਉਹ ਸਿੱਖ ਹੈ ਚਾਹੇ ਇੰਡੀਆ 'ਚ ਕੋਈ ਵੀ ਵਸਦਾ, ਉਹਨਾਂ ਨੂੰ ਹਿਫਾਜ਼ਤ ਕਰਨ ਦੀ ਇਹਨਾਂ ਨੇ ਵਰਦੀ ਪਾਈ ਹੈ।
ਸੋ ਹਿਫਾਜ਼ਤ ਕਰਨ ਦੀ ਬਜਾਏ ਇਹਨਾਂ ਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਔਰ ਇਹੀ ਕਾਰਨ ਹੈ ਕਿ ਅਟਾਰਨੀ ਜਨਰਲ ਕੋਲ ਜਿਹੜੀ ਹੈ ਕੰਪਲੇਂਟ ਪਾਈ ਗਈ ਔਰ ਕੰਪਲੇਂਟ ਪੈਣ ਦੇ ਤੁਰੰਤ ਬਾਅਦ ਜਿਹੜੇ ਆ ਇਹ ਵਾਪਸ ਭਾਰਤ ਜਿਹੜੇ ਆ ਉਹ ਪਰਤ ਗਏ। ਮੈਂ ਸਰੋਤਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੀਆਂ ਟੈਲੀਫੋਨ ਲਾਈਨਸ ਖੁੱਲ੍ਹੀਆਂ ਨੇ। ਮੇਰੀ ਇੱਕ ਗੁਜ਼ਾਰਿਸ਼, ਇੱਕ ਰਿਕੁਐਸਟ ਜ਼ਰੂਰ ਹੋਵੇਗੀ ਕਿ ਸਾਡੇ ਕੋਲੇ ਗੈਸਟਸ ਬੈਠੇ ਨੇ, ਉਹ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ, ਪਰ ਜਿਹੜੇ ਸਵਾਲ ਨੇ ਉਹ ਇੱਕ ਡਿਸਪਲਿਨ 'ਚ ਕੀਤੇ ਜਾਣ, ਉਹਨਾਂ ਦੀ ਰਿਸਪੈਕਟ ਨੂੰ ਮੇਨਟੇਨ ਕਰਕੇ। ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੈਗੇ ਹੋ, ਤੁਹਾਨੂੰ ਸਵਾਲ ਪੁੱਛਣ ਤੋਂ ਨਹੀਂ ਕੋਈ ਵੀ ਰੋਕੇਗਾ, ਬਟ ਹਾਂ ਉਹਨਾਂ ਦੀ ਰਿਸਪੈਕਟ ਨੂੰ ਜ਼ਰੂਰ ਮੇਨਟੇਨ ਕੀਤਾ ਜਾਵੇ। ਸਵਦੀਸ਼ ਜੀ, ਦਿਲਰਾਜ ਜੀ ਮੇਰੇ ਨਾਲ ਪੈਨਲ 'ਚ ਜੁੜੇ ਹੋਏ ਨੇ ਪੰਜਾਬ ਤੋਂ, ਅਸੀਂ ਉਹਨਾਂ ਨੂੰ ਵੀ ਆਪਣੀ ਗੱਲਬਾਤ ਦੇ ਵਿੱਚ ਲਵਾਂਗੇ। ਸਵਦੀਸ਼ ਜੀ ਤੇ ਦਿਲਰਾਜ ਜੀ ਜਦੋਂ ਵੀ ਕੋਈ ਇਸ ਮੁੱਦੇ ਤੇ ਕੋਈ ਵੀ ਸਵਾਲ ਪੁੱਛਣਾ ਚਾਹਣ ਉਹ ਵਿੱਚ ਇੰਟਰਪਟ ਕਰ ਸਕਦੇ ਨੇ। ਜਤਿੰਦਰ ਗਰੇਵਾਲ ਜੀ, ਆਪ ਜੀ ਨੂੰ ਮੈਂ ਟੋਰਾਂਟੋ ਦੇ ਵਿੱਚ ਕਈ ਪ੍ਰੋਗਰਾਮਾਂ 'ਚ ਦੇਖਦਾ ਰਹਿੰਦਾ ਹਾਂ। ਖੁਸ਼ੀ ਵੀ ਹੁੰਦੀ ਹੈ ਕਿਉਂਕਿ ਇੱਕ ਸੰਘਰਸ਼ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਆ, ਤੇ ਅੱਜ ਅਸੀਂ ਸਿਮਿਲਰ ਏਜ ਦੇ ਹੈਗੇ ਹਾਂ। ਤੇ ਮੇਰੇ ਤੋਂ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਜਦੋਂ ਮੈਂ ਪੰਜਾਬ 'ਚ ਗੱਲ ਕਰਦਾ ਹੁੰਦਾ ਸੀ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਸਾਨੂੰ ਇਸ ਚੀਜ਼ ਦਾ ਡਰ ਹੈ ਕਿ ਇਹ ਜਿਹੜਾ ਬੀਜ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਬੋਇਆ ਆ, ਇਹ ਕਿ ਅੱਗੇ ਵੀ ਕੋਈ ਲੈ ਕੇ ਚੱਲੇਗਾ। ਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਹਾਂ 6 ਫॉर ਜਸਟਿਸ ਦੇ ਜਥੇਬੰਦੀ ਦੀ ਹੇਠ ਜਾਂ ਕਿਸੇ ਵੀ ਜਥੇਬੰਦੀ ਦੀ ਹੇਠ ਜਦੋਂ ਨੌਜਵਾਨਾਂ ਨੂੰ ਮੈਂ ਉਸ ਸੰਘਰਸ਼ ਨਾਲ ਜੁੜਿਆ ਹੋਏ ਦੇਖਦਾ ਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਪਰਮਜੀਤ ਸਿੰਘ ਪੰਮੇ ਦੀ ਹੀ ਅਸੀਂ ਗੱਲ ਕਰਦੇ ਪਏ ਹੈਗੇ ਹਾਂ, ਤਾਂ ਕਰਕੇ ਸਿਰਫ ਉੱਥੇ ਤੱਕ ਹੀ ਫੋਕਸ ਰੱਖ ਰਿਹਾ ਹਾਂ। ਭਾਵੇਂ ਕਿ 6 ਫॉर ਜਸਟਿਸ ਜਦੋਂ ਗੱਲਬਾਤ ਆਉਂਦੀ ਆ ਉਦੋਂ ਦਿੱਲੀ ਜੈਨੋਸਾਈਡ ਦੀ ਜਾਂ 2020 ਰੈਫਰੈਂਡਮ ਦੀ, ਇਹਨਾਂ ਚੀਜ਼ਾਂ ਨੂੰ ਵੀ ਅਸੀਂ ਅੱਜ ਡਿਸਕਸ ਕਰਾਂਗੇ। ਤੁਸੀਂ ਕੀ ਫੀਲ ਕਰਦੇ ਹੋ? ਲਾਈਕ ਤੁਸੀਂ, ਮੈਨੂੰ ਲੱਗਦਾ ਕਿ ਕੈਨੇਡੀਅਨ ਬੌਰਨ ਹੋ, ਕੈਨੇਡਾ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਜਦੋਂ ਇੱਕ ਡਿਫਰੈਂਸ ਦੇਖਣਾ ਹੋਵੇ, ਜਿਸ ਹਿਸਾਬ ਨਾਲ ਹਿੰਦੁਸਤਾਨ ਨੇ ਪਰਮਜੀਤ ਸਿੰਘ ਪੰਮੇ ਨੂੰ ਫਰੇਮ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਫੀ ਜ਼ਿਆਦਾ ਇੱਕ ਡਿਫਰੈਂਟ ਜੇ ਇਨਵਾਇਰਮੈਂਟ 'ਚ ਰਹਿ ਰਹੇ ਹੋ, ਤੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਬਹੁਤ ਡਿਫਰੈਂਟ ਇਨਵਾਇਰਮੈਂਟ ਦੇ ਵਿੱਚ, ਇੱਕ ਗੁਲਾਮੀ ਦੇ ਵਿੱਚ, ਜਿੱਥੇ ਸਰਕਾਰੀ ਡੰਡਾ ਹਮੇਸ਼ਾ ਉਹਨਾਂ ਦੇ ਸਿਰ ਤੇ ਹੁੰਦਾ ਆ, ਔਰ ਜਿਹਦਾ ਉਹਨਾਂ ਨੂੰ ਸ਼ਾਇਦ ਕਈ ਵਾਰੀ ਅਹਿਸਾਸ ਵੀ ਨਹੀਂ ਹੁੰਦਾ, ਤੇ ਇਸ ਡਿਫਰੈਂਸ ਨੂੰ ਤੁਸੀਂ ਕਿਵੇਂ ਫੀਲ ਕਰਦੇ ਹੋ? ਭਾਜੀ ਤੁਹਾਡਾ ਸਵਾਲ ਵੈਰੀ ਗੁੱਡ ਆ, ਤੇ ਮੈਂ ਬੈਸਟ ਐਗਜ਼ਾਮਪਲ ਦੇ ਸਕਦਾ। ਪੰਜਾਬ ਤੇ ਕੈਨੇਡਾ 'ਚ ਕੀ ਡਿਫਰੈਂਸ ਆ? ਉਹ ਹੈ ਡਰ ਤੇ ਹੱਕ। ਹੁਣ ਜੇ ਮੈਂ ਕੈਨੇਡਾ 'ਚ ਹੋ ਕੇ ਕਹਾਂ ਵੀ ਮੈਂ ਸਿੱਖ ਨੈਸ਼ਨਲਿਸਟ ਹਾਂ ਜਾਂ ਮੈਂ ਬਲੀਵ ਕਰਦਾ ਪੰਜਾਬ ਦੀ ਇੰਡੀਪੈਂਡੈਂਸ 'ਚ, ਉਹਨੂੰ ਕੋਈ ਖਤਰਾ ਨਹੀਂ, ਉਹਨੂੰ ਕੋਈ ਡਰ ਨਹੀਂ। ਜੇ ਕੋਈ ਸਿੱਖ ਪੰਜਾਬ 'ਚ ਜਾ ਕੇ ਕਵੇ ਵੀ ਮੈਂ ਸਿੱਖ ਨੈਸ਼ਨਲਿਸਟ ਹਾਂ, ਮੈਂ ਬਲੀਵ ਕਰਦਾ ਪੰਜਾਬ ਦੇ ਇੰਡੀਪੈਂਡੈਂਸ ਦੇ ਵਿੱਚ, ਉਹਨੂੰ ਖਤਰਾ। ਸ਼ਾਇਦ ਪੁਲਿਸ ਕੁਛ ਕਰੇ, ਸ਼ਾਇਦ ਨੌਕਰੀ ਵਾਲੇ ਕੁਛ ਪ੍ਰੋਬਲਮ ਆਵੇ, ਸ਼ਾਇਦ ਪੋਲੀਟੀਸ਼ੀਅਨ ਕੁਛ ਟਾਰਗੇਟ ਕਰੇ। ਇਹ ਪ੍ਰਾਇਮਰੀ ਡਿਫਰੈਂਸ ਆ। ਚਲੋ ਆਪਾਂ ਜਾਣਦੇ ਨਹੀਂ ਵੀ ਕਿਹੜੀਆਂ ਚੀਜ਼ਾਂ ਉਹ ਕਰ ਸਕਦੇ ਨੇ, ਕਿਉਂਕਿ ਸਾਰਿਆਂ ਨੂੰ ਪਤਾ ਕੀ ਇੰਡੀਆ ਨੇ ਕੀਤਾ ਵਾ, ਪਰ ਇਹ ਜੀ ਰਿਐਲਿਟੀ ਨਾਲ ਜਿਹੜਾ ਫੀਅਰ 'ਚ ਸਿੱਖ ਰਹਿੰਦਾ ਪੰਜਾਬ 'ਚ, ਉਹ ਪ੍ਰਾਇਮਰੀ ਡਿਫਰੈਂਸ ਆ। ਤੇ ਇਸ ਕਾਰਨ ਕਰਕੇ ਜਿਹੜੇ ਆਪਾਂ ਭਾਈਚਾਰਾ ਬਾਹਰ ਬੈਠੇ ਆ, ਜਿਵੇਂ ਮੈਂ ਕੈਨੇਡਾ 'ਚ ਜੰਮਿਆ, ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਉਹ ਭਾਈਚਾਰਾ ਦੀ ਮਦਦ ਕਰਨ ਨੂੰ, ਉਹ ਭਾਈਚਾਰਾ ਦੀ ਆਵਾਜ਼ ਬਣਨ ਨੂੰ, ਤੇ ਜਿਹੜੀਆਂ ਗੱਲਾਂ ਉਹ ਦਿਲੋਂ ਸੋਚਦੇ ਨੇ ਉਹ ਅਸੀਂ ਬਾਹਰ ਦੁਨੀਆ ਨੂੰ ਦਸੀਏ, ਕਿਉਂਕਿ ਸਾਡੇ ਕੋਲ ਲੈਂਗੁਏਜ ਬੈਰੀਅਰ ਨਹੀਂ ਤੇ ਸਾਡੇ ਕੋਲ ਐਬਿਲਿਟੀ ਤੇ ਐਕਸੈਸ ਆ। ਪੰਨੂ ਸਾਹਿਬ ਜੀ, ਮੇਰੇ ਵੀ ਤੇ ਕਈ ਸਰੋਤਿਆਂ ਦੇ ਦਿਮਾਗ 'ਚ ਇਹ ਗੱਲ ਜ਼ਰੂਰ ਆਉਂਦੀ ਹੋਵੇਗੀ ਕਿ ਪਰਮਜੀਤ ਸਿੰਘ ਪੰਮਾ ਹੀ ਕਿਉਂ, ਕੋਈ ਹੋਰ ਕਿਉਂ ਨਹੀਂ? ਉਹਨਾਂ ਨੇ ਪਰਮਜੀਤ ਸਿੰਘ ਪੰਮੇ ਨੂੰ ਹੀ ਕਿਉਂ ਟਾਰਗੇਟ ਕੀਤਾ? ਦੇਖੋ ਇਹ ਬੜਾ ਸਵਾਲ ਜਿਹੜਾ ਹੈ ਇਹ ਪੁਰਤਗਾਲ 'ਚ ਵੀ ਪੁੱਛਿਆ ਗਿਆ, ਕੋਰਟ ਦੇ ਵਿੱਚ ਵੀ ਆਪਣੇ ਜਦੋਂ ਗੱਲਬਾਤ ਹੋਈ ਆ ਉਹਨਾਂ 'ਚ ਵੀ ਆਇਆ ਸਵਾਲ ਕਿ ਭਾਈ ਪਰਮਜੀਤ ਸਿੰਘ ਪੰਮਾ ਕਿਉਂ। ਹੁਣ ਇਹ ਇਤਿਹਾਸ ਸ਼ੁਰੂ ਹੁੰਦਾ 1984 ਤੋਂ, ਜਦੋਂ ਜੂਨ 84 ਦੇ ਵਿੱਚ ਭਾਰਤ ਦੀ ਸਰਕਾਰ ਨੇ 70,000 ਦੀ ਫੌਜ ਲੈ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਔਰ ਜਿਹੜੇ ਕਿ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ, ਔਰ ਸੰਤਾਂ ਦੇ ਜਿਹੜੇ ਬਚਨ ਸੀ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਏਗਾ ਤੇ ਜੋ ਤੁਹਾਡੇ ਕੋਲੋਂ ਬਣਦਾ ਸਿੱਖ ਕੌਮ ਦੀ ਆਜ਼ਾਦੀ ਲਈ ਤੁਸੀਂ ਉਦੋਂ ਕਰਨਾ। ਉਸ ਸੰਘਰਸ਼ ਦੇ ਵਿੱਚ ਲੋਕਤੰਤਰਕ ਤਰੀਕੇ ਨਾਲ ਆਵਾਜ਼ ਚੁੱਕਣ 'ਚ ਭਾਈ ਪਰਮਿੰਦਰ ਸਿੰਘ ਰਾਜਾ, ਜਿਹੜੇ ਕਿ ਭਾਈ ਪਰਮਜੀਤ ਸਿੰਘ ਪੰਮਾ ਦੇ ਵੱਡੇ ਬ੍ਰਦਰ ਸੀ, ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਔਰ ਉਸੇ ਆਵਾਜ਼ ਚੁੱਕਣ ਤਹਿਤ ਸਰਕਾਰ ਨੇ ਜੋ ਸਿੱਖ ਨਸਲਕੁਸ਼ੀ ਕੀਤੀ ਸੀ,
ਉਹਨਾਂ ਨੂੰ ਤਸ਼ੱਦਦ ਕਰਕੇ ਸੁਮੇਧ ਸੈਣੀ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਉਹਨੂੰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ। ਔਰ ਉਹਨਾਂ ਸਮਿਆਂ ਦੇ ਵਿੱਚ ਭਾਈ ਪਰਮਿੰਦਰ ਸਿੰਘ ਦਾ ਕੇਸ ਜਿਹੜਾ ਸੁਰਖੀਆਂ ਦੇ ਵਿੱਚ ਸੀ, ਕਿਉਂਕਿ ਰੋਪੜ ਦਾ ਜਿਹੜਾ ਸੀਗਾ SSP ਮੁਹੰਮਦ ਮੁਸਤਫਾ, ਔਰ ਜਦੋਂ ਬਾਡੀ ਜਿਹੜੀ ਹੈ ਇਹਨਾਂ ਨੇ ਅਣਪਛਾਤੀ ਮਿਲੀ ਤੇ ਉਦੋਂ ਕਾਫੀ ਲੰਬਾ ਸਮਾਂ ਇਹਦੇ ਤੇ ਚਰਚਾ ਹੁੰਦੀ ਰਹੀ ਕਿ ਇੱਕ ਸਿੱਖ ਸੰਘਰਸ਼ੀਲ ਯੋਧਾ ਜਿਹੜਾ ਹੈ ਉਹ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ। ਸੋ ਕਈ ਪੁਲਿਸ ਵਾਲੇ ਉਹਦੇ 'ਚ ਇਨਵੋਲਵ ਸੀ। ਔਰ ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਮਾ ਨੇ ਆਪਣੀ ਆਵਾਜ਼ ਲਗਾਤਾਰ ਆਪਣੇ ਬ੍ਰਦਰ ਦੇ ਨਾਲ ਵੀ ਚੁੱਕਦੇ ਸੀ ਔਰ ਕੌਮ ਦੇ ਵਾਸਤੇ ਚੁੱਕਦੇ ਸੀ। 91 ਤੋਂ ਲੈ ਕੇ 98 ਤੱਕ ਝੂਠੇ ਕੇਸਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਦੇ ਵਿੱਚ ਵੀ ਫਸਾਇਆ ਗਿਆ, ਲੇਕਿਨ ਉਹ ਸਾਰੇ ਕੇਸ ਜਿਹੜੇ ਆ ਉਹ ਅਖੀਰ 'ਚ ਝੂਠੇ ਸਾਬਤ ਹੋਏ। ਔਰ 1999 ਵਿੱਚ ਭਾਈ ਪਰਮਜੀਤ ਸਿੰਘ ਪੰਮਾ ਜਿਹੜੇ ਹੈ UK ਆਉਂਦੇ ਆ ਔਰ 2000 ਦੇ ਵਿੱਚ ਉਹਨਾਂ ਨੂੰ ਉੱਥੇ ਰਾਜਨੀਤਿਕ ਸ਼ਰਨ ਮਿਲ ਜਾਂਦੀ ਹੈ। 2000 ਤੋਂ ਲੈ ਕੇ ਅੱਜ ਤਾਈਂ ਉਹ ਲਗਾਤਾਰ ਸਿੱਖ ਕੌਮ ਦੀ ਆਵਾਜ਼ ਜਿਹੜੀ ਹੈ ਬੁਲੰਦੀਆਂ ਤੱਕ ਲੈ ਕੇ ਜਾ ਰਹੇ ਹੈ। ਜੇ ਕਦੀ ਵੀ ਜਦੋਂ ਜੂਨ 1984 ਦੇ ਘੱਲੂਘਾਰੇ ਦਾ ਉੱਥੇ ਇਕੱਠ ਹੁੰਦਾ ਹੈ ਉਹਦੇ ਵਿੱਚ ਸਾਹਮਣੇ ਆਉਂਦੇ ਆ, ਯੂਥ ਨੂੰ ਪ੍ਰੇਰਦੇ ਆ। ਔਰ ਜਦੋਂ ਵੀ ਕਦੀ ਹਾਈ ਕਮਿਸ਼ਨਰ ਜਾਂ ਇੰਡੀਆ ਦੀ ਐਮਬੈਸੀ ਸਾਹਮਣੇ ਇਕੱਠ ਕਰਨਾ ਹੁੰਦਾ ਉਹਦੇ ਵਿੱਚ ਵੀ ਮੋਹਰੀ ਹੁੰਦੇ ਆ। ਸੋ ਉਹਨਾਂ ਭਾਰਤ ਨੇ ਇਹ ਇੱਕ ਸਬਕ, ਇੱਕ ਸਾਜ਼ਿਸ਼ ਰਚੀ ਜਿਹੜੀ ਕਿ 2008 ਤੋਂ ਉਹਨਾਂ ਨੇ ਸ਼ੁਰੂ ਕੀਤੀ ਔਰ 2009 ਦੇ ਵਿੱਚ ਇੱਕ ਰੁਲਦਿਆ ਦਾ ਕੇਸ ਜਿਹੜਾ ਹੈ RSS ਦਾ ਜੋ ਸੀ ਉਹਦਾ ਕਤਲ ਹੁੰਦਾ ਔਰ ਗੋਲੀ ਵੱਜਦੀ ਹੈ, ਅਜੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਲੱਗ ਸਕਿਆ। ਸੋ ਉਹ ਝੂਠਾ ਕੇਸ ਜਿਹੜਾ ਹੈ ਉਹ FIR ਦਰਜ ਕੀਤੀ ਜਾਂਦੀ ਹੈ, ਪਰ ਜਿਨ੍ਹਾਂ ਨੇ ਉੱਤੇ ਕੇਸ ਪੈਂਦਾ ਹੈ ਕੁਝ ਸਿੰਘਾਂ ਦੇ ਉੱਤੇ, ਉਹਨਾਂ ਨੂੰ ਤਸ਼ੱਦਦ ਕਰਨ ਵਾਲਾ ਜਿਹੜਾ ਹੈ ਉਹ ਆਸ਼ੀਸ਼ ਕਪੂਰ ਸੀ। ਆਸ਼ੀਸ਼ ਕਪੂਰ ਉਹੀ DSP ਜਿਹੜਾ ਕਿ ਭਾਈ ਸਾਹਿਬ ਨੂੰ ਲੈਣ ਵਾਸਤੇ ਪੁਰਤਗਾਲ 'ਚ ਪਹੁੰਚ ਜਾਂਦਾ ਹੈ, ਉਹੀ DSP ਜਿਹਨੇ 1997-98 'ਚ ਭਾਈ ਪਰਮਜੀਤ ਸਿੰਘ ਪੰਮਾ ਨੂੰ ਤਸ਼ੱਦਦ ਕੀਤਾ। ਸੋ ਇਹ ਕੜੀ ਜਿਹੜੀ ਹੈ ਪਿਛਲੇ 25 ਸਾਲ ਦਾ ਇਤਿਹਾਸ ਦੱਸਦੀ ਹੈ ਕਿ ਕਿਵੇਂ ਝੂਠੇ ਕੇਸ ਭਾਈ ਪਰਮਜੀਤ ਸਿੰਘ ਪੰਮਾ ਦੇ ਖਿਲਾਫ ਪਾਏ ਗਏ। ਫਿਰ 2010 ਦੇ ਵਿੱਚ ਕੁਝ ਧਮਾਕਿਆਂ ਦੇ ਕੇਸ ਪਾ ਦਿੱਤੇ ਗਏ। ਸੋ 2012 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਖਿਲਾਫ ਇੰਟਰਪੋਲ ਦੇ ਵਿੱਚ ਜਿਹੜੇ ਹੈ ਵਾਰੰਟ ਕਢਾ ਦਿੱਤੇ। ਨਵੰਬਰ 2015 ਨੂੰ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਯੂਨਾਈਟਿਡ ਕਿੰਗਡਮ 'ਚ ਆਉਂਦਾ ਔਰ ਇਹਨਾਂ ਦਾ ਖਾਸ ਰਿਪੋਰਟ ਦਿੰਦਾ ਭਾਈ ਪਰਮਜੀਤ ਸਿੰਘ ਪੰਮਾ ਦੀ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਔਰ ਇਹਨਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਏ। ਸੋ ਇਤਿਹਾਸ ਜਿਹੜਾ ਹੈ ਇਹ 1984 ਤੋਂ ਸ਼ੁਰੂ ਹੁੰਦਾ ਹੈ ਔਰ ਅੱਜ ਭਾਰਤ ਦੀ ਸਾਜ਼ਿਸ਼ ਜਿਹੜੀ ਹੈ ਔਰ ਉਹਨਾਂ ਦੇ ਸਿੱਖ ਕੌਮ ਪ੍ਰਤੀ ਜਿਹੜੀ ਇੱਕ ਸਾਜ਼ਿਸ਼ ਰਚੀ ਹੈ ਕਿ ਜੋ ਵੀ ਸਿੱਖ ਕੌਮ ਦੇ ਹੱਕ 'ਚ ਆਵਾਜ਼ ਚੁੱਕੇਗਾ, ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਕਤਲ, ਸਿੱਖ ਕੌਮ ਦੀ ਨਸਲਕੁਸ਼ੀ ਖਿਲਾਫ ਗੱਲ ਕਰੇਗਾ, ਉਸ ਨੂੰ ਅੱਤਵਾਦੀ ਦਾ ਦਰਜਾ ਦੇ ਕੇ ਬਾਹਰ ਵੀ ਬਦਨਾਮ ਕੀਤਾ ਜਾਂਦਾ ਔਰ ਭਾਰਤ ਵਿੱਚ ਵੀ ਲਿਜਾਇਆ ਜਾਂਦਾ। ਤੁਸੀਂ ਹੁਣੇ ਗੱਲ ਕੀਤੀ ਕਿ ਨਰਿੰਦਰ ਮੋਦੀ ਜੋ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ ਤੇ ਉਹਦਾ ਪਿਛੋਕੜ ਕੀ ਆਪਾਂ ਸਾਰੇ ਜਾਣਦੇ ਹਾਂ, ਪਰ ਉਸ ਚੁਣਾਵ ਪੈਂਦੇ ਹੋਏ ਇਹ ਗੱਲ ਸੁਣਨ ਚਾਹੀ ਸੀ ਕਿ ਉਹਨੇ ਉੱਥੇ ਕੋਈ ਡੋਜ਼ੀਅਰ ਦਿੱਤਾ ਤੇ ਜਿਸ ਦੇ ਪਰਮਜੀਤ ਸਿੰਘ ਪੰਮਾ ਤੇ ਅਵਤਾਰ ਸਿੰਘ ਖੰਡਾ ਤੇ ਹੋਰ ਕਈ ਵਿਅਕਤੀਆਂ ਦਾ ਨਾਮ ਲਿੱਤਾ ਜੀ। ਪਰਮਜੀਤ ਸਿੰਘ ਪੰਮੇ ਦੇ ਨਾਲ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਤੇ ਅਸੀਂ ਸਾਰਿਆਂ ਨੇ ਦੇਖਿਆ। ਜਿਹੜੇ ਹੋਰ ਸਿੰਘ ਨੇ ਜਿਨ੍ਹਾਂ ਦਾ ਨਾਮ ਅਗਰ ਕੋਈ ਡੋਜ਼ੀਅਰ ਦਿੱਤਾ ਗਿਆ ਜਾਂ ਜਿਸ ਤਰੀਕੇ ਨਾਲ ਜਿਸ ਰੂਪੀ ਵੀ ਇਹ ਗੱਲ ਕੀਤੀ ਗਈ ਹੋਵੇ ਕਿ ਅਗਰ ਉਹ ਵੀ ਕੱਲ੍ਹ ਨੂੰ ਯੂਨਾਈਟਿਡ ਕਿੰਗਡਮਸ ਤੋਂ ਬਾਹਰ ਜਾਂਦੇ ਨੇ ਕਿ ਉਹਨਾਂ ਦੇ ਨਾਲ ਵੀ ਇਹ ਜੋ ਤਸ਼ੱਦਦ ਹੀ ਕਹਾਂਗਾ ਮੈਂ, ਜੋ ਤਸ਼ੱਦਦ ਪਰਮਜੀਤ ਸਿੰਘ ਪੰਮੇ ਨਾਲ ਹੋਇਆ ਕਿ ਉਹਨਾਂ ਨਾਲ ਵੀ ਹੋਣ ਦੀ ਸੰਭਾਵਨਾ ਹੈ। ਦੇਖੋ ਇੱਦਾਂ ਨਹੀਂ, ਮਤਲਬ ਬਿਲਕੁਲ ਹਨੇਰਗਰਦੀ ਨਹੀਂ ਨਾ ਫੈਲੀ ਹੋਈ ਅੰਤਰਰਾਸ਼ਟਰੀ ਪੱਧਰ ਤੇ। ਇਹ ਕੋਈ ਭਾਰਤ ਦੇਸ਼ ਨਹੀਂ ਨਾ ਹੈਗਾ ਵੀ ਜਿੱਥੇ ਜਿਹਨੂੰ ਮਰਜ਼ੀ ਫੜ ਲਿਆ ਜਾਏ ਤੇ ਕਾਲ ਕੋਠੜੀ 'ਚ ਸੁੱਟ ਦਿਓ ਤੇ ਉਸ ਤੋਂ ਬਾਅਦ ਕੋਈ ਅੰਜਾਮ ਵੀ ਨਾ ਨਿਕਲੇ ਜਾਂ ਕਿਸੇ ਪਾਸੇ ਗੱਲ ਵੀ ਨਾ ਨਿਕਲੇ। ਜੇ ਤੁਹਾਨੂੰ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਫੜਨਾ ਹੈ ਜਾਂ ਅਰੈਸਟ ਕਰਾਉਣਾ ਤਾਂ ਤੁਹਾਡਾ ਉਹਦਾ ਪ੍ਰੋਸੀਜਰ ਹੈ, ਇੱਕ ਬਹੁਤ ਲੰਬਾ ਪ੍ਰੋਸੀਜਰ ਹੈ ਇੰਟਰਪੋਲ ਦੇ ਰਾਹੀਂ। ਜਿੱਦਾਂ ਇਹਨਾਂ ਨੇ ਭਾਈ ਪਰਮਜੀਤ ਸਿੰਘ ਪੰਮਾ ਦਾ 2012 'ਚ ਸ਼ੁਰੂ ਕੀਤਾ, ਫਿਰ ਉਹਨਾਂ ਨੂੰ ਵਾਂਟਿਡ ਲਿਸਟ 'ਚ ਲੈ ਆਂਦਾ, ਲੇਕਿਨ ਕੇਸ ਸਾਰੇ ਦੇ ਸਾਰੇ ਜਿਹੜੇ ਆ ਉਹ ਝੂਠੇ ਸਾਬਤ ਹੋਏ। ਔਰ ਇਸੇ ਤਰੀਕੇ ਨਾਲ ਹੋ ਸਕਦਾ ਕਿ ਉਹ ਕਈ ਸਿੰਘਾਂ ਦੇ ਉੱਤੇ, ਜਿਵੇਂ ਭਾਈ ਅਵਤਾਰ ਸਿੰਘ ਖੰਡਾ ਦਾ ਨਾਮ ਤੁਸੀਂ ਲਿਆ, ਜਾਂ ਕੁਝ ਹੋਰ ਸਿੰਘ ਜਿਹੜੇ ਪੁਰਾਣੇ ਬਾਹਰ ਵਿਚਰਦੇ ਆ ਔਰ ਕੌਮ ਦੀ ਆਵਾਜ਼ ਚੁੱਕਦੇ, ਕੀ ਪਤਾ ਉਹਨਾਂ ਦਾ ਪ੍ਰੋਸੀਜਰ ਉਹ ਚਲਾ ਰਹੇ ਹੋਣ। ਆਪਾਂ ਨੂੰ ਉਨੀ ਦੇਰ ਤੱਕ ਪਤਾ ਨਹੀਂ ਲੱਗ ਸਕਦਾ ਜਿੰਨੀ ਦੇਰ ਤੱਕ ਇੰਟਰਪੋਲ ਦੇ ਰਾਹੀਂ ਉਹਨਾਂ ਦੇ ਰੈੱਡ ਨੋਟਿਸ ਜਿਹਨੂੰ ਆਪਾਂ ਕਹਿੰਦੇ ਆ ਵਾਰੰਟ ਜਾਰੀ ਨਹੀਂ ਹੁੰਦੇ, ਉਨੀ ਦੇਰ ਤਾਈਂ ਆਪਾਂ ਨੂੰ ਕੁਝ ਪਤਾ ਨਹੀਂ ਲੱਗ ਸਕਦਾ ਵੀ ਉਹਦੇ 'ਚ ਕੁਝ ਹੈ ਜਾਂ ਨਹੀਂ। ਤੁਸੀਂ ਜਗਤਾਰ ਸਿੰਘ ਤਾਰੇ ਤੇ ਪਰਮਜੀਤ ਸਿੰਘ ਪੰਮੇ ਦੋਨਾਂ ਦੇ ਕੇਸਿਸ ਨਾਲ ਜੁੜੇ ਰਹੇ ਹੋ ਜੀ। ਤੁਸੀਂ ਇਹਨਾਂ ਦੋਨਾਂ ਕੇਸਿਸ ਨੂੰ ਕਿਸ ਤਰੀਕੇ ਨਾਲ ਡਿਫਰੈਂਸ਼ੀਏਟ ਕਰਦੇ ਹੋ? ਦੇਖੋ, ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਜਿਹੜਾ ਹੈ ਉਹ ਥਾਈਲੈਂਡ ਦੇ ਵਿੱਚ ਸੀ ਔਰ ਖਬਰ ਉਦੋਂ ਆਉਂਦੀ ਹੈ ਜਦੋਂ ਕਿ ਉਹਨਾਂ ਕੋਲੋਂ ਇੱਕ ਪੇਜ ਦੇ ਉੱਤੇ ਸਾਈਨ ਕਰਵਾ ਲਏ ਜਾਂਦੇ ਆ
ਔਰ ਇਹ ਕਿਹਾ ਜਾਂਦਾ ਉਹਨਾਂ ਨੂੰ ਕਿ ਤੁਹਾਡਾ ਕੋਈ ਹੱਕ ਨਹੀਂਗਾ ਥਾਈਲੈਂਡ ਦੇ ਵਿੱਚ ਕੇਸ ਲੜਨ ਦਾ, ਸੋ ਤੁਸੀਂ ਦਸਖਤ ਕਰ ਦਿਓ। ਸੋ ਉੱਥੇ ਉਦੋਂ ਮਾਰਸ਼ਲ ਲਾ ਲੱਗਾ ਸੀ, ਮਿਲਟਰੀ ਰੂਲ ਸੀ, ਜੁਡੀਸ਼ਰੀ ਜਿਹੜੀ ਹੈ ਉਹ ਸਿਰਫ ਨਾਮ ਦੀ ਸੀ, ਅਦਰਵਾਈਜ਼ ਸਸਪੈਂਡ ਕੀਤੀ ਹੋਈ ਸੀ। ਸੋ ਉੱਥੇ ਕਾਨੂੰਨੀ ਤੌਰ ਤੇ ਤਾਂ ਮੌਕਾ ਨਹੀਂ ਮਿਲਿਆ ਉਸ ਕੇਸ ਨੂੰ ਲੜਨ ਦਾ। ਅਪੀਲ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅਪੀਲ ਤੱਕ ਪਹੁੰਚਣ ਤੋਂ ਪਹਿਲਾਂ ਉਦੋਂ ਉਹਨਾਂ ਨੂੰ ਵਾਪਸ ਜਿਹੜਾ ਹੈ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ। ਪਰ ਭਾਈ ਪਰਮਜੀਤ ਸਿੰਘ ਪੰਮਾ, ਜਿਵੇਂ ਹੀ ਇੰਟਰਪੋਲ ਉਹਨਾਂ ਨੂੰ ਦਸੰਬਰ 18 ਨੂੰ ਫੜਦੀ ਹੈ ਤੇ ਉਹਨਾਂ ਨੂੰ ਹਜੇ ਆਪਣੀ ਗੱਡੀ 'ਚ ਹੀ ਬਿਠਾਉਂਦੀ ਹੈ, ਤੇ ਉਹਨਾਂ ਦੀ ਕਾਲ ਜਿਹੜੀ ਹੈ ਉਹਨਾਂ ਨੇ ਮੈਨੂੰ ਉਦੋਂ ਕਰ ਦਿੱਤੀ ਸੀ ਕਿ ਉਹਨਾਂ ਨੂੰ ਇੰਟਰਪੋਲ ਨੇ ਅਰੈਸਟ ਕਰ ਲਿਆ। ਔਰ ਉਸ ਤੋਂ ਅਗਲੇ ਦਿਨ ਹੀ ਜਿਹੜਾ ਹੈ ਮੈਂ ਆਪਣੇ ਸਿੰਘਾਂ ਦੇ ਤੇ ਉਹਨਾਂ ਦੀ ਕਾਲ ਦੇ ਉੱਤੇ ਕਹਿਣ ਤੇ ਜਿਹੜਾ ਪੁਰਤਗਾਲ ਪਹੁੰਚ ਗਿਆ ਸੀ। ਸਿੱਖਸ ਫॉर ਜਸਟਿਸ, ਮੈਂ ਜਦੋਂ ਉਹਨਾਂ ਦੇ ਇਤਿਹਾਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਲਾਈਮਲਾਈਟ 'ਚ ਉਦੋਂ ਆਉਂਦੇ ਆ ਜਦੋਂ 1984 ਜੈਨੋਸਾਈਡ ਦੀ ਗੱਲ ਆਉਂਦੀ ਆ। ਅੱਜ 1900 ਜੈਨੋਸਾਈਡ ਕਿੱਥੇ ਖੜਾ ਆ? ਸਿੱਖਸ ਫॉर ਜਸਟਿਸ ਦੀ ਪੋਜੀਸ਼ਨਿੰਗ ਕੀ ਆ? ਪਿੱਛੇ ਜੇ ਆਮ ਆਦਮੀ ਪਾਰਟੀ ਦੇ ਲੀਡਰ ਫੁਲਕਾ ਸਾਹਿਬ ਨੇ ਵੀ ਸਿੱਖਸ ਫॉर ਜਸਟਿਸ ਦੇ ਉੱਤੇ ਗੱਲਬਾਤ ਕੀਤੀ ਆ, ਉਹਦੇ ਉੱਤੇ ਵੀ ਮੈਂ ਤੁਹਾਡੇ ਵਿਚਾਰ ਜਾਣਨੇ ਚਾਹਾਂਗਾ। ਮੈਨੂੰ ਪਤਾ ਹੈ ਕਿ ਜਤਿੰਦਰ ਗਰੇਵਾਲ ਜੀ ਵੀ ਸਾਡੇ ਨਾਲ ਜੁੜੇ ਹੋਏ ਆ, ਬਟ ਪੰਨੂ ਸਾਹਿਬ ਹੋਣ ਕਰਕੇ ਸਾਰਾ ਫੋਕਸ ਉੱਥੇ ਹੀ ਰਹਿ ਰਿਹਾ ਆ। ਮੈਂ ਕੋਸ਼ਿਸ਼ ਕਰਾਂਗਾ ਜਤਿੰਦਰ ਗਰੇਵਾਲ ਜੀ ਨੂੰ ਵੀ ਵਿੱਚ ਲੈਣ ਲਈ। ਹਾਂਜੀ ਪੰਨੂ ਸਾਹਿਬ। ਦੇਖੋ, ਜਿਹੜਾ ਨਵੰਬਰ 1984 ਹੈ ਉਹ 2007 ਤਾਈਂ ਚਾਹੇ ਉਹਦੇ 'ਚ ਅਲੱਗ-ਅਲੱਗ ਜਥੇਬੰਦੀਆਂ ਨੇ ਕਾਰਵਾਈ ਕੀਤੀ ਔਰ ਕੇਸ ਜਿਹੜੇ ਹੈ ਪਿਛਲੇ ਕੋਸ਼ਿਸ਼ ਕੀਤੀ ਗਈ ਲੜਨ ਦੀ, ਲੇਕਿਨ ਜਦੋਂ ਤੋਂ 2007 ਤੋਂ ਸਿੱਖਸ ਫॉर ਜਸਟਿਸ ਔਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀ ਔਰ ਐਡਵੋਕੇਟ ਨਵਕਿਰਨ ਸਿੰਘ ਦਾ ਨਾਮ ਇਸ ਦੇ ਵਿੱਚ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਮਿਹਨਤ ਕਰਕੇ ਪੂਰੇ ਭਾਰਤ ਦੇ ਵਿੱਚੋਂ ਦੀ ਰੈਕਡ ਕੱਢਿਆ ਕਿ ਕਿੰਨੇ ਸਟੇਟਾਂ ਦੇ ਵਿੱਚ ਔਰ ਕਿੰਨੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਉਹ ਕਤਲੋਗਾਰਤ ਹੋਈ। ਔਰ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਦਾ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੇ 7 ਸਾਲ ਲਗਾ ਕੇ ਹਰ ਉਸ ਸਟੇਟ ਦੇ ਵਿੱਚ ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੀ ਗੱਲ ਸਾਹਮਣੇ ਨਹੀਂ ਸੀ ਆਈ, ਚਾਹੇ ਉਹ ਹੋਂਦ ਚਿੱਲੜ ਸੀ, ਜਦੋਂ ਮਨਵਿੰਦਰ ਸਿੰਘ ਗਿਆਸਪੁਰ ਜਿਹੜੇ ਇੰਜੀਨੀਅਰ ਆ ਉਹਨਾਂ ਨੇ ਸਾਨੂੰ ਸੰਪਰਕ ਕੀਤਾ ਕਰਨੈਲ ਸਿੰਘ ਪੀਰ ਮੁਹੰਮਦ ਦੇ ਥਰੂ, ਫਿਰ ਉੱਥੇ ਦਾ ਦੌਰਾ ਕੀਤਾ ਗਿਆ, ਜੰਮੂ ਕਸ਼ਮੀਰ ਕੀਤਾ ਗਿਆ, ਝਾਰਖੰਡ ਦਾ ਕੀਤਾ ਗਿਆ। ਸੋ 2007 ਤੋਂ ਜਦੋਂ ਡਾਕੂਮੈਂਟੇਸ਼ਨ ਸਾਹਮਣੇ ਆਣੀ ਸ਼ੁਰੂ ਹੋਈ ਤੇ ਇਹ ਸਾਫ਼ ਜ਼ਾਹਿਰ ਹੋ ਗਿਆ ਕਿ ਜੇ 20 ਸਟੇਟਾਂ ਤੇ 110 ਸ਼ਹਿਰਾਂ ਤੋਂ ਵੱਧ ਸਿੱਖਾਂ ਦੀ ਕਤਲੋਗਾਰਤ ਹੋਈ ਹੋਵੇ ਤੇ ਉਸ ਨੂੰ ਦੰਗਿਆਂ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇੱਕ ਧਰਮ ਦੇ ਇੱਕ ਵਰਗ ਦੇ ਸਿੰਘਾਂ ਨੂੰ, ਸਿੱਖ ਕੌਮ ਨੂੰ ਚੁਣ ਕੇ ਜਿਹੜਾ ਹੈ ਉਹ ਮਾਰਿਆ ਗਿਆ ਔਰ ਆਪਣੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਉਹ ਲੁੱਟੀਆਂ ਗਈਆਂ ਔਰ ਉਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਕਿ ਦੁਨੀਆ ਦੇ ਵਿੱਚ ਇੱਕ ਇਤਿਹਾਸ ਬਣ ਸਕੇ, ਤਾਂ ਕਿ ਕਿਸੇ ਦੀ ਆਵਾਜ਼ ਦੁਬਾਰਾ ਨਾ ਉੱਠ ਸਕੇ। ਔਰ ਜਦੋਂ 2013 ਦੇ ਵਿੱਚ ਆਪਾਂ ਸਾਰਿਆਂ ਨੇ ਰਲ ਕੇ 1 ਮਿਲੀਅਨ ਸਾਈਨ ਕਰਵਾ ਕੇ ਇੱਕ ਕੰਪਲੇਂਟ ਭਾਰਤ ਦੇ ਖਿਲਾਫ ਯੂਨਾਈਟਿਡ ਨੇਸ਼ਨਸ ਜਨੇਵਾ ਦੇ ਵਿੱਚ ਜਦੋਂ ਆਪਾਂ ਦਰਜ ਕੀਤੀ ਔਰ 1 ਸਾਲ ਬਾਅਦ ਯੂਨਾਈਟਿਡ ਨੇਸ਼ਨਸ ਨਿਊਯਾਰਕ ਦੇ ਵਿੱਚ ਨਵੰਬਰ 7 2014 ਨੂੰ ਆਪਣੀ ਹੀਅਰਿੰਗ ਹੁੰਦੀ ਹੈ, ਜਿਹਦੇ ਵਿੱਚ ਵਿਟਨੈਸ ਭੁਗਤਦੇ ਆ, ਜਿਹਦੇ ਵਿੱਚ ਅਸੀਂ ਜਾਂਦੇ ਆ ਔਰ ਨਤੀਜਾ ਇਹ ਨਿਕਲਦਾ ਹੈ ਕਿ 1 ਮਹੀਨੇ ਬਾਅਦ ਭਾਰਤ ਦਾ ਜਿਹੜਾ ਹੋਮ ਮਿਨਿਸਟਰ ਹੈ ਰਾਜਨਾਥ, ਉਹ ਇਹ ਡਿਕਲੇਅਰ ਕਰਦਾ ਹੈ, ਪਬਲਿਕਲੀ ਬੋਲਦਾ ਹੈ ਕਿ ਨਵੰਬਰ 1984 ਸਿੱਖ ਵਿਰੋਧੀ ਦੰਗੇ ਨਹੀਂ, ਇਹ ਸਿੱਖਾਂ ਦੀ ਸੋਚੀ ਸਮਝੀ ਨਸਲਕੁਸ਼ੀ ਸੀ। ਸੋ ਉਹ ਚੈਪਟਰ ਜਿਹੜਾ ਹੈ ਕਿ ਨਵੰਬਰ 1984 ਦੇ ਵਿੱਚ ਸਿੱਖ ਵਿਰੋਧੀ ਦੰਗੇ ਸੀ ਜਾਂ ਸੋਚੀ ਸਮਝੀ ਚਾਲ ਸੀ, ਉਹ ਇਸ ਵਕਤ ਨਸਲਕੁਸ਼ੀ ਦੇ ਉੱਤੇ ਡੈਜ਼ਿਗਨੇਟ ਜਿਹੜੀ ਆ ਉਹ ਖਤਮ ਹੁੰਦੀ ਹੈ। ਫੁਲਕਾ ਸਾਹਿਬ ਦਾ ਕਹਿਣਾ ਕਿ ਸਿੱਖਸ ਫॉर ਜਸਟਿਸ ਨੇ ਜੈਨੋਸਾਈਡ ਟਰਮੀਨੋਲੋਜੀ ਲਈ ਜਾਂ 1984 ਲਈ ਕੋਈ ਕੇਸ ਨਹੀਂ ਲੜਿਆ ਜਾਂ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹ ਕੋਈ ਵੀ ਕ੍ਰੈਡਿਟ ਲੈਣ ਨੂੰ ਨਹੀਂ ਕੰਮ ਕਰਦੀਆਂ ਹੈਗੀਆਂ। ਹੋਰ ਮੈਂ ਸਮਝਦਾ ਐਜ਼ ਅ ਸਿੱਖ ਜਿਹੜਾ ਬੰਦਾ 0.1% ਵੀ ਕੰਮ ਕਰੇ ਉਹਨੂੰ 100% ਕ੍ਰੈਡਿਟ ਦੇਣ ਦੀ ਸਾਡੀ ਸ਼ਮਤਾ ਹੋਣੀ ਚਾਹੀਦੀ ਹੈ, ਸੋ ਡੈਟ ਕਿ ਉਹ ਜਥੇਬੰਦੀ ਨੂੰ ਇੱਕ ਪੁਸ਼ ਮਿਲੇ, ਇੱਕ ਕੌਨਫੀਡੈਂਸ ਆਵੇ। ਪਰ ਇਹ ਸਾਡੀ ਗਲਤੀਆਂ ਕਹਿ ਲਾਂ ਜਾਂ ਸਾਡੀ ਛੋਟੀ ਸੋਚ ਹੈ ਕਿ ਅਸੀਂ ਉਸ ਨੂੰ ਕ੍ਰੈਡਿਟਸ ਦੇ ਮਗਰ ਲੱਗ ਜਾਂਦੇ ਆ। ਪਰ ਫਿਰ ਵੀ ਫੁਲਕਾ ਸਾਹਿਬ ਦੇ ਇਸ ਬਿਆਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਅਸੀਂ ਹਰ ਉਸ ਵਕੀਲ ਦਾ, ਹਰ ਉਸ ਸੰਸਥਾ ਦਾ ਤੇ ਹਰ ਉਸ ਮੀਡੀਆ ਵਾਲੇ ਦਾ ਅਸੀਂ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਨਵੰਬਰ 1984 ਦੇ ਉੱਤੇ ਕਦੀ ਵੀ ਆਪਣੀ ਆਵਾਜ਼ ਚੁੱਕੀ ਹੈ, ਚਾਹੇ ਉਹ ਫੁਲਕਾ ਸਾਹਿਬ ਹੋਣ। ਕਿਉਂਕਿ ਉਹਨਾਂ ਨੂੰ ਮੈਂ ਪਹਿਲੋਂ ਵੀ ਕਿਹਾ ਸੀ ਵੀ ਫੁਲਕਾ ਸਾਹਿਬ ਨੇ ਕਿਉਂਕਿ ਸਾਡੇ ਮੂੰਹ ਦੇ ਉੱਤੇ ਗੱਲ ਨਹੀਂ ਕੀਤੀ,
ਇੱਕ ਅਖਬਾਰ ਦੇ ਵਿੱਚ ਬਿਆਨ ਆਇਆ ਹੈ, ਅਸੀਂ ਉਹਨਾਂ ਦੀ ਪਿੱਠ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਜੇ ਉਹ ਇਹ ਕਹਿੰਦੇ ਵੀ ਸਿੱਖਸ ਫਾਰ ਜਸਟਿਸ ਨੇ ਕੋਈ ਕੇਸ ਨਹੀਂ ਲੜੇ, ਅਸੀਂ ਸਤਿਕਾਰਯੋਗ ਫੁਲਕਾ ਸਾਹਿਬ ਨੂੰ ਕਹਾਂਗੇ ਵੀ ਤੁਸੀਂ ਕਿਸੇ ਟੀਵੀ ਦੇ ਉੱਤੇ ਆ ਕੇ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ। ਇਸ ਦੇ ਉੱਤੇ ਮੈਂ ਸਿਰਫ ਜਿੰਨੀ ਦੇਰ ਤੱਕ ਸਾਹਮਣੇ ਨਹੀਂ ਹੁੰਦੇ ਇਹੀ ਗੱਲ ਦੱਸਣਾ ਚਾਹੁੰਦਾ। ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਜਿਹੜੀ 1984 ਜੈਨੋਸਾਈਡ ਸੀ, ਇਟ ਵਾਸ ਨਾਟ ਹਿੰਦੂ ਵਰਸਸ ਸਿੱਖ, ਇਟ ਵਾਸ ਕਾਂਗਰਸ ਵਰਸਸ ਸਿੱਖ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਨਹੀਂ, ਇਹ ਬਿਲਕੁਲ ਗਲਤ ਗੱਲ ਹੈ ਜੀ, ਕਿਉਂਕਿ ਜਿਹੜੇ ਕੇਸ ਤੁਸੀਂ ਦੇਖੋ ਸਾਹਮਣੇ ਆਏ ਹੈ ਤੇ ਉਹਦੇ ਵਿੱਚ ਕਾਂਗਰਸ ਦੀ ਸਰਕਾਰ ਤਾਂ ਉਦੋਂ ਸੀ ਡੈਫੀਨੇਟਲੀ, ਪਰ ਜਿਨ੍ਹਾਂ ਦੇ ਉੱਤੇ ਕੇਸ ਦਰਜ ਹੁੰਦੇ ਆ ਉਹਨਾਂ ਦੇ ਵਿੱਚ RSS ਦੇ ਵੀ ਵਰਕਰ ਇਨਕਲੂਡ ਹੈ। ਜਿਵੇਂ ਕਿ ਅਟਲ ਬਿਹਾਰੀ ਵਾਜਪਾਈ ਦਾ ਜਿਹੜਾ ਮੇਨ ਪੋਲਿੰਗ ਏਜੰਟ ਹੈ ਉਹਦੇ ਉੱਤੇ ਵੀ ਸਿੱਖਾਂ ਨੂੰ ਕਤਲ ਕਰਨ ਦੇ ਕੇਸ ਦਰਜ ਸੀ। ਔਰ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਆਉਂਦੀ ਹੈ ਔਰ LK ਅਡਵਾਨੀ ਹੋਮ ਮਿਨਿਸਟਰ ਹੈ ਔਰ ਉਹਨਾਂ ਦੇ ਕੇਸ ਉਦੋਂ ਵਾਪਸ ਲਏ ਜਾਂਦੇ ਆ। ਸੋ ਇਹ ਕਾਂਗਰਸ ਵਰਸਿਸ ਸਿੱਖ ਨਹੀਂ ਸੀਗਾ, ਇਹ ਇੰਡੀਅਨਸ ਵਰਸਿਸ ਸਿੱਖ ਸੀਗਾ, ਤਾਂ ਹੀ ਇਸ ਨੂੰ ਜੈਨੋਸਾਈਡ ਕਿਹਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਤਾ ਸਾਹਿਬ, ਗੁਰਦਾਸ ਸਿੰਘ ਬੋਲ ਰਿਹਾ ਮੈਂ ਪੰਜਾਬ ਤੋਂ ਜੀ। ਹੋਰ ਫੂਲਕਾ ਸਾਹਿਬ ਨੇ ਗੱਲ ਕੀਤੀ ਸੀ ਕਿ ਬੜਾ ਟਾਈਮ ਹੋ ਗਿਆ ਹੋਇਆ, ਹੁਣ ਤਾਂ 25-30 ਸਾਲ ਹੋ ਗਿਆ ਤੇ ਸਾਨੂੰ ਕੋਈ ਜਸਟਿਸ ਨਹੀਂ ਮਿਲਿਆ, ਤੇ ਸਿੰਬੋਲਿਕ ਜਸਟਿਸ ਦੀ ਉਹਨਾਂ ਨੇ ਗੱਲ ਕੀਤੀ ਸੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਜਸਟਿਸ ਜਿਹੜਾ ਹੁੰਦਾ ਨਾ, ਇਨਸਾਫ ਤਾਂ ਇਨਸਾਫ ਹੀ ਹੁੰਦਾ। ਉਹਦੇ ਨਾਮ ਆਪਾਂ ਰਾਜਨੀਤਿਕ ਤੌਰ ਤੇ ਸਿੰਬਾਲਿਕ ਕਰੀਏ ਜਾਂ ਕਹੀਏ ਜੀ ਉਹਦੇ 'ਚ ਬੰਦ ਕਰਨਾ ਕੈਦਖਾਨੇ 'ਚ, ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਹੈ ਕਿ ਕੇਸ ਜਿਹੜੇ ਹੈਗੇ ਆ ਪਹਿਲੇ ਦਿਨ ਤੋਂ, ਚਾਹੇ ਉਹ 1984 ਸੀਗਾ, ਪਹਿਲੇ 10-12 ਸਾਲ ਤੇ ਕੇਸ ਤਾਂ ਨਹੀਂ ਸਾਹਮਣੇ ਲੈ ਕੇ ਆਂਦੇ ਜਾ ਸਕੇ ਕਿ ਕਮਿਸ਼ਨ ਹੀ ਬਣਦੇ ਰਹੇ। ਹੁਣ ਜੇ 8-10 ਕਮਿਸ਼ਨ ਬਣਨ ਤੇ ਲਾਸ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਢੇਰ ਦਿੱਲੀ 'ਚ ਲੱਗੇ ਹੋਣ, ਬੋਕਾਰੋ 'ਚ ਲੱਗੇ ਹੋਣ, ਅਲੱਗ ਸਟੇਟਾਂ 'ਚ ਲੱਗੇ ਹੋਣ, ਤੇ 30 ਸਾਲ ਬਾਅਦ ਆਪਾਂ ਕਹੀਏ ਜੀ ਆਪਾਂ ਤੇ ਸਿਰਫ ਵੈਸੇ ਸਿੰਬੋਲਿਕ ਦੀ ਗੱਲ ਕਰਦੇ ਹਾਂ, ਅਸੀਂ ਇਸ ਗੱਲ ਨਾਲ ਸਹਿਮਤ ਨਹੀਂ, ਕਿਉਂਕਿ ਇਨਸਾਫ ਦੀ ਪਰਿਭਾਸ਼ਾ ਜਿਹੜੀ ਉਹ ਚੇਂਜ ਹੋ ਚੁੱਕੀ ਹੈ ਦਰਾਜ ਭਾਜੀ ਹੁਣ। ਤੇ ਮੈਂ ਵੀ ਐਡ ਕਰਨਾ ਚਾਹੁੰਦਾ ਸੀ, ਸਿੱਖਸ ਫਾਰ ਜਸਟਿਸ ਦਾ ਸਟੈਂਸ ਵੈਰੀ ਕਲੀਅਰ ਆ। ਸਾਡੇ ਵਾਸਤੇ ਹੁਣ ਇਨਸਾਫ ਹੈ ਆਜ਼ਾਦੀ, ਸਾਨੂੰ ਕੋਈ ਲੋੜ ਨਹੀਂ ਹੋਰ। ਸਾਡਾ ਡੈਫੀਨੇਸ਼ਨ ਆਫ ਜਸਟਿਸ ਹੈ ਇੰਡੀਪੈਂਡੈਂਸ। ਜਦੋਂ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਹੋ ਤਾਂ ਤੁਸੀਂ ਇੱਕ ਆਜ਼ਾਦੀ ਦੀ ਗੱਲ ਕਈ ਜਾਣੇ ਕਰਦੇ ਆ। ਹਿੰਦੁਸਤਾਨ ਦੇ ਵਿੱਚ ਕਈ ਪੋਲੀਟੀਕਲ ਜਥੇਬੰਦੀਆਂ ਨੇ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਵਾਲਾ ਗਰੁੱਪ, ਜਾਂ ਦਲਜੀਤ ਸਿੰਘ ਬਿੱਟੂ ਹੋਣਾ ਵਾਲਾ ਗਰੁੱਪ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਅਨੇਕਾਂ ਜਥੇਬੰਦੀਆਂ ਹੋਰ ਸਾਰੀਆਂ ਹੀ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਸਾਰਿਆਂ ਜਿਹੜਾ ਵੀ ਬੰਦਾ ਕੋਈ ਮਾੜਾ ਜਿਹਾ ਵੀ ਕੰਮ ਕਰੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਬਟ ਮੇਰਾ ਸਵਾਲ ਹੈ ਕਿ ਤੁਸੀਂ ਉਸ ਦੇ ਵਿੱਚ ਵੀ ਇੱਕ ਨਵੀਂ ਚੀਜ਼ ਲੈ ਕੇ ਆਉਂਦੀ ਜਿਹਨੂੰ ਤੁਸੀਂ ਨਾਂ ਦਿੱਤਾ 2020 ਰੈਫਰੈਂਡਮ ਜੀ। ਇਹਦਾ ਕੀ ਭਾਵ ਆ? ਦੇਖੋ, ਉਹਨੂੰ ਜਾਂ ਤੇ ਐਗਜ਼ਾਮਪਲ ਨਾਲ ਸਮਝਾ ਸਕਦੇ ਹਾਂ ਜਾਂ ਕਾਨੂੰਨੀ ਤੌਰ ਤੇ, ਦੋਨੋਂ ਚੀਜ਼ਾਂ ਨਾਲ ਹੀ। ਐਗਜ਼ਾਮਪਲ ਨਾਲ ਇਹ ਕਹੀਏ ਜੀ ਅਸੀਂ ਘਰ ਲੈਣਾ, ਅਸੀਂ ਘਰ ਲੈਣਾ ਤੇ ਘਰ ਨਹੀਂ ਇਦਾਂ ਮਿਲਿਆ ਕਦੀ ਵੀ, ਜਾਂ ਨਾਰਾ ਮਾਰੀਏ ਅਸੀਂ ਘਰ ਲੈਣਾ। ਸੋ ਜੇ ਆਪਾਂ ਇੱਥੇ 5 ਲੱਖ ਦਾ ਘਰ ਲੈਣਾ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਲੀਗਲ ਸਟੇਟਸ ਹੋਣਾ ਜ਼ਰੂਰੀ ਹੈ। ਸੋ ਲੀਗਲ ਸਟੇਟਸ ਦੇ ਉੱਤੇ ਹਜੇ ਆਪਾਂ ਖੜੇ ਹਾਂ ਕਿ ਆਪਾਂ ਗੱਲ ਕਰਦੇ ਹਾਂ ਜੀ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਤੇ ਨਾਮ ਖਾਲਿਸਤਾਨ ਦੇਣਾ ਆਪਣੇ ਸਿੱਖ ਰਾਜ ਦਾ। ਔਰ ਕਾਨੂੰਨੀ ਤੌਰ ਤੇ ਜਾਂ ਸਟੈਪਸ ਇਹਦੇ ਕੀ ਹੈ? ਸਟੈਪਸ ਇਹਦੇ ਇਹ ਹੈ ਵੀ ਯੂਨਾਈਟਿਡ ਨੇਸ਼ਨਸ ਦੀਆਂ ਜਿਹੜੀਆਂ ਧਾਰਾਵਾਂ ਹੈ, ਜਿਹੜੀਆਂ ਕੋਵੈਨੈਂਟਸ ਹੈ, ਉਹ ਈਵਨ ਭਾਰਤ ਨੇ ਸਾਈਨ ਕੀਤੀਆਂ, ਜਿਹਦੇ ਵਿੱਚ ਸਿਵਲ ਐਂਡ ਪੋਲੀਟੀਕਲ ਰਾਈਟਸ ਦੀ ਟ੍ਰੀਟੀ ਉਹ ਹੈ ਜਿਹਦੇ ਤਹਿਤ ਹਰ ਇੱਕ ਨੂੰ, ਹਰ ਇਨਸਾਨ ਨੂੰ ਹੱਕ ਦਿੱਤਾ ਗਿਆ ਹੈ ਕਿ ਜੇ ਤੁਹਾਡਾ ਧਰਮ ਅੱਡ ਹੈ, ਜੇ ਤੁਹਾਡੀ ਬੋਲੀ ਅੱਡ ਹੈ ਤੇ ਤੁਸੀਂ ਅਲੱਗ ਰਾਜ ਦੀ ਮੰਗ ਕਰੋ। ਤੇ ਜੇ ਤੁਸੀਂ ਐਨਫ ਹੈਗੇ ਹੋ, ਹੁਣ ਇੱਕ ਮੰਗ ਕਰੇਗਾ ਤੇ ਉਹਨੂੰ ਕੀ ਮਿਲੇਗਾ? ਜੇ ਤੁਸੀਂ ਨੰਬਰਸ ਦੇ ਵਿੱਚ ਮੰਗ ਕਰੋਗੇ ਤੇ ਤੁਹਾਡੀ ਗੱਲ ਜਿਹੜੀ ਆ ਉਹ ਸੁਣੀ ਜਾਏਗੀ। ਹਜੇ ਆਪਾਂ ਗੱਲ ਕਰਦੇ ਪਏ ਆ ਲੀਗਲ ਤੌਰ ਦੇ ਉੱਤੇ ਕੀ ਸਾਨੂੰ ਯੂਨਾਈਟਿਡ ਨੇਸ਼ਨਸ ਹੱਕ ਦਿਵਾਉਂਦਾ ਹੈ ਪੰਜਾਬ ਦੇ ਵਿੱਚ ਰੈਫਰੈਂਡਮ ਕਰਨ ਦਾ ਕਿ ਨਹੀਂ। ਜਦੋਂ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਰੈਫਰੈਂਡਮ ਦੀ ਗੱਲ ਕਰੋ, ਹਾਂਜੀ ਸਵਦੀਪ ਜੀ, ਮੈਂ ਹੁਣੇ ਪੁੱਛਣ ਤੁਹਾਨੂੰ ਚਾਂਸ ਦੇ ਰਿਹਾ, 1 ਸੈਕਿੰਡ ਬਸ। ਉਦੋਂ ਕਸ਼ਮੀਰ ਨੂੰ ਵੀ ਮੌਕਾ ਮਿਲਿਆ ਆ ਤੇ ਕਸ਼ਮੀਰ ਦੇ ਵਿੱਚ ਵੀ ਰੈਫਰੈਂਡਮ ਦੀ ਗੱਲ ਅੱਜ ਤੱਕ ਵੀ ਚੱਲਦੀ ਹੈ ਕਿ ਉੱਥੇ ਰੈਫਰੈਂਡਮ ਹੋਣਾ ਚਾਹੀਦਾ ਆ, ਪਰ ਉੱਥੇ ਅੱਜ ਤੱਕ ਰੈਫਰੈਂਡਮ ਹੋ ਨਹੀਂ ਸਕਿਆ। ਸੋ ਤੁਸੀਂ ਜਦੋਂ ਇਹਨੂੰ ਇਸ ਤਰੀਕੇ ਨਾਲ ਕੰਪੇਅਰ ਕਰੋਗੇ ਉਦੋਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੋਜੀਸ਼ਨਿੰਗ ਆ, ਕਿਉਂਕਿ ਇਸ ਪੱਖੋਂ ਹਿੰਦੁਸਤਾਨ ਕਾਫੀ ਢੀਠ ਨਜ਼ਰ ਆਉਂਦਾ ਆ, ਤੇ ਜਦੋਂ ਤੁਸੀਂ ਇੱਕ ਢੀਠ ਬੰਦੇ ਨਾਲ ਟੈਕਲ ਕਰ ਰਹੇ ਹੋ ਉਦੋਂ ਤੁਹਾਨੂੰ ਲੱਗਦਾ ਕਿ ਕੋਈ ਚਾਂਸ ਵੀ ਹੈਗੇ ਆ? ਦੇਖੋ, ਹੁਣ ਆਪਾਂ ਕਸ਼ਮੀਰ ਦੇ ਨਾਲ ਆਪਣੇ ਪੰਜਾਬ ਦਾ
ਤੇ ਜਾਂ ਕਸ਼ਮੀਰ ਦੇ ਨਾਲ ਸਿੱਖ ਕੌਮ ਨੂੰ ਰਲਾ ਕੇ ਤਾਂ ਆਪਾਂ ਆਪਣੀ ਬੇਇੱਜ਼ਤੀ ਹੋਈ ਕਰਨ ਡੇ ਆ। ਕਿਉਂਕਿ ਜੇ ਉਹ ਸਾਰੀ ਉਮਰ ਕਿਰਾਏ ਤੇ ਰਹਿਣਾ ਚਾਹੁੰਦੇ ਆ, ਕਈ ਬੇਸਮੈਂਟ 'ਚ ਰਹਿਣਾ ਚਾਹੁੰਦੇ ਆ, ਜੇ ਉਹ ਘਰ ਲੈਣ ਦੇ ਕਾਬਿਲ ਨਹੀਂ, ਆਪਣਾ ਹੱਕ ਲੈਣ ਦੇ ਕਾਬਿਲ ਨਹੀਂ, ਤੇ ਉਹਨਾਂ ਦੀ ਐਗਜ਼ਾਮਪਲ ਸਿੱਖ ਕੌਮ ਨੂੰ ਨਹੀਂ ਨਾ ਦੇਣੀ ਚਾਹੀਦੀ ਵੀ ਭਾਈ ਉਹ ਨਹੀਂ ਲੈ ਸਕੇ ਤੇ ਤੁਸੀਂ ਵੀ ਨਾ ਲਹੋ। ਉਹਨਾਂ ਦੇ ਨਾਲ ਆਪਣਾ ਕੇਸ ਨਹੀਂ ਰਲਦਾ। ਆਪਣਾ ਕੇਸ ਰਲਦਾ ਹੈ ਜਿੱਦਣ 1984 ਜੂਨ ਹੋਇਆ ਔਰ ਸੰਤਾਂ ਨੇ ਬਚਨ ਦਿੱਤੇ ਵੀ ਜਿੱਦਣ ਭਾਰਤ ਦੀ ਫੌਜ ਆਉਂਦੀ ਹੈ ਤੇ ਉਦੋਂ ਤੁਸੀਂ ਆਪਣੇ ਰਾਜ ਦੀ ਜਿਹੜੀ ਹੈ ਉਹ ਨੀਂਹ ਰੱਖੀ ਜਾਂਦੀ ਹੈ ਤੇ ਤੁਸੀਂ ਰਾਜ ਲਓ। ਔਰ ਉਹ ਰਾਜ ਲੈਣ ਵਾਸਤੇ ਇੱਕ ਸੰਘਰਸ਼ ਜਿਹੜਾ ਜੂਨ 84 ਤੋਂ ਸ਼ੁਰੂ ਹੁੰਦਾ ਹੈ, ਔਰ ਉਹਦੇ ਵਾਸਤੇ 1 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਨੇ ਹੱਸ ਕੇ ਰਾਜ ਲੈਣ ਵਾਸਤੇ ਸ਼ਹਾਦਤਾਂ ਦਿੱਤੀਆਂ। ਹੁਣ ਆਪਣੀ ਜ਼ਿੰਮੇਵਾਰੀ ਬਣਦੀ ਹੈ ਉਸ ਤੋਂ ਬਾਅਦ ਕਿ ਆਪਾਂ ਹੁਣ 20 ਦੇਸ਼ਾਂ 'ਚ 25 ਦੇਸ਼ਾਂ 'ਚ ਆਣ ਵਸੇ ਹਾਂ ਔਰ ਅਲੱਗ ਰਾਜ ਦੇ ਨਾਮ ਤੇ ਹੀ ਆਣ ਵਸੇ ਹਾਂ, ਮੈਜੋਰਟੀ ਜਿੰਨੇ ਬੈਠੇ ਹਾਂ। ਔਰ ਕੀ ਆਪਾਂ ਕੋਈ ਕਾਨੂੰਨੀ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਸਟੈਪ ਲੈ ਰਹੇ ਹਾਂ ਜਾਂ ਨਹੀਂ ਲੈ ਰਹੇ? ਜੇ ਕਸ਼ਮੀਰ ਵਾਲੇ ਕਸ਼ਮੀਰ 'ਚ ਰੈਫਰੈਂਡਮ ਨਹੀਂ ਕਰਾ ਸਕੇ ਤੇ ਉਹ ਉੱਥੇ ਰਹਿਣਾ ਚਾਹੁੰਦੇ ਆ, ਉਹਨਾਂ ਨੂੰ ਮੁਬਾਰਕ ਹੈ। ਹਾਂਜੀ ਦਿਲਰਾਜ ਜੀ, ਹਾਂਜੀ ਦਿਲਰਾਜ ਜੀ ਤੁਸੀਂ ਪੁੱਛ ਰਹੇ ਸੀ। ਘਰ ਲੈਣਾ ਪੰਨੂ ਸਾਹਿਬ, ਆਪਾਂ ਜੇ ਘਰ ਲੈਣਾ ਹੈ, ਕੀ ਉਹ ਘਰ ਦੇ ਵਿੱਚ ਸਿਰਫ ਸਿੱਖ ਹੀ ਹੋਣਗੇ? ਨਹੀਂ ਜੀ, ਪੂਰਾ ਪੰਜਾਬ ਹੈ। ਪੰਜਾਬ ਦੇ ਵਿੱਚ ਹਰ ਉਹ ਰਹਿ ਪਰ ਪੰਨੂ ਸਾਹਿਬ ਬਾਰ-ਬਾਰ ਜਿਹੜਾ ਵਰਡ ਸਾਡੇ ਮੂੰਹ ਚੋਂ ਨਿਕਲ ਰਿਹਾ, ਉਹ ਨਿਕਲ ਰਿਹਾ ਸਿੱਖਾਂ ਦਾ ਇੱਕ ਅਲੱਗ, ਅਸੀਂ ਇੱਕ ਖਾਲਿਸਤਾਨ ਚਾਹੁੰਦੇ ਹਾਂ, ਸਿੱਖ ਉਹਦੇ ਵਿੱਚ ਸਾਰੇ ਹੋਣਗੇ। ਕਿਤੇ ਵੀ ਇਹ ਵਰਡ ਨਹੀਂ ਆਇਆ ਕਿ ਪੰਜਾਬ ਵਿੱਚ ਹਿੰਦੂ ਵੀ ਹੋਣਗੇ, ਪੰਜਾਬ ਵਿੱਚ ਮੁਸਲਮਾਨ ਭਾਈਚਾਰਾ ਵੀ ਹੈਗਾ। ਜੇ ਆਪਾਂ ਮਲੇਰਕੋਟਲਾ ਸਾਈਡ ਦੀ ਗੱਲ ਕਰੀਏ, ਬਹੁਤ ਵਧੀਆ ਗੱਲ ਹੈ। ਕੀ ਉਹ ਖਾਲਿਸਤਾਨ ਵਿੱਚ ਰਹਿਣਾ ਵੀ ਚਾਹਣਗੇ? ਦੇਖੋ, ਉਹ ਇਹਦੇ 'ਚ ਇਦਾਂ ਹੁੰਦਾ, ਤਾਂ ਹੀ ਇਹਨੂੰ ਕਹੀਦਾ ਲੋਕਤੰਤਰਕ, ਤਾਂ ਹੀ ਇਹਨੂੰ ਕਹੀਦਾ ਵੀ ਰਾਜਨੀਤਿਕ ਸਵਾਲ ਦੇ ਉੱਤੇ ਹਾਂ ਜਾਂ ਨਾ। ਜਦੋਂ ਆਪਾਂ ਯੂਨਾਈਟਿਡ ਨੇਸ਼ਨਸ ਕੋਲ ਜਾਣਾ ਨਾ ਭਾਜੀ, ਉਦੋਂ ਤੁਸੀਂ ਬੋਲੀ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਤੇ ਖਿੱਤੇ ਦੇ ਆਧਾਰ ਤੇ ਉਹਨਾਂ ਕੋਲੋਂ ਮੰਗ ਕਰਨੀ ਹੈ ਵੀ ਤੁਸੀਂ ਸਾਨੂੰ ਹੱਕ ਲੈ ਕੇ ਦਿਓ। ਤੇ ਜਿੱਦਣ ਯੂਨਾਈਟਿਡ ਨੇਸ਼ਨਸ ਦੀ ਇੰਟਰਵੈਂਸ਼ਨ ਰਾਹੀਂ ਜਾਂ ਇੰਡੀਆ ਆਪ ਮੰਨ ਜੇ ਜੀ ਪੰਜਾਬ ਦੇ ਵਿੱਚ ਆਪਾਂ ਜਿਹੜੇ ਹੈਗੇ ਇੰਡੀਜਨਸ ਪੀਪਲ ਵੋਟਾਂ ਪਵਾ ਲਓ ਕਿ ਪੰਜਾਬ ਅਲੱਗ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਤੇ ਪੰਜਾਬ ਦੇ ਵਿੱਚ ਤਾਂ ਦੇਖੋ ਹਿੰਦੂ ਵੀ ਵਸਦੇ ਆ ਭਰਾ, ਤੇ ਮੁਸਲਮਾਨ ਵੀ ਵਸਦੇ ਆ, ਤੇ ਕ੍ਰਿਸਚਨ ਭਰਾ ਵੀ ਹੈ, ਤੇ ਸਿੱਖ ਵੀ ਹੈ, ਤੇ ਉਹਨਾਂ ਸਾਰਿਆਂ ਦੀਆਂ ਵੋਟਾਂ ਉਦੋਂ ਕਾਊਂਟ ਹੋਣੀਆਂ ਕਿ ਪੰਜਾਬ ਅਲੱਗ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਲੇਕਿਨ ਜਿੰਨੇ ਰਾਈਟ ਲੈਣਾ ਹੈ, ਜੇ ਆਪਾਂ ਗੱਲ ਕਰਦੇ ਹਾਂ ਜੀ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਤੇ ਯੂਨਾਈਟਿਡ ਨੇਸ਼ਨਸ ਨੂੰ ਕਹਿੰਦੇ ਸਾਨੂੰ ਹੱਕ ਲੈ ਕੇ ਦਿਓ, ਤਾਂ ਕਰਕੇ ਆਪਾਂ ਸਿੱਖ ਦੀ ਗੱਲ ਕਰੀਦੀ ਹੈ। ਪੰਜਾਬ ਦੇ ਵਿੱਚ ਹਰ ਕੋਈ ਰਹੇਗਾ ਔਰ ਇਸ ਸ਼ਾਨ ਦੇ ਨਾਲ ਰਹੇਗਾ ਜਿਹੜਾ ਕਿ ਅੱਜ ਨਹੀਂ ਰਹਿ ਸਕਦਾ ਪਿਆ ਉਸ ਸਰਕਾਰ ਤਹਿਤ, ਜਿਹੜੀ ਕਿ ਮੁਸਲਮਾਨ ਭੈਣ ਭਰਾਵਾਂ ਨੂੰ ਹਿੰਦੂ ਬਣਾਉਣ ਤੇ ਤੁਲੀ ਹੈ, ਕ੍ਰਿਸਚਨਾਂ ਨੂੰ ਹੋਮ ਕਮਿੰਗ ਦੇ ਉੱਤੇ ਤੁਲੀ ਹੈ। ਔਰ ਜੇ ਦਲਿਤ ਦੀ ਗੱਲ ਕਰਦੇ ਆ ਤਾਂ ਪਿੰਡਾਂ ਦੇ ਵਿੱਚ ਤੁਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਦੇਖ ਲਓ ਵੀ ਉਹ ਕਿੱਦਾਂ ਇੱਜ਼ਤਾਂ ਰੋਲਦੇ ਆ। ਸੋ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੈ, ਇਹਦਾ ਹੱਲ ਜਿਹੜਾ ਉਹ ਪੰਜਾਬ ਦੀ ਆਜ਼ਾਦੀ ਹੋਏਗਾ ਔਰ ਹਰ ਧਰਮ ਦੇ ਹਰ ਵਰਗ ਦੇ ਲੋਕ ਰਹਿਣ ਨੂੰ ਉੱਥੇ ਆਜ਼ਾਦੀ ਹੋਏਗੀ। ਹਾਂਜੀ ਦਿਲਰਾਜ, ਸਰਦੀਪ ਜੀ ਤੁਸੀਂ ਕੁਝ ਪੁੱਛਣਾ ਚਾਹ ਰਹੇ ਸੀਗੇ। ਸੰਦੀਪ ਜੀ ਇੱਕ ਮਿੰਟ, ਪੰਨੂ ਸਾਹਿਬ ਆਜ਼ਾਦੀ ਡੈਫੀਨੇਟਲੀ ਮੈਂ ਸਮਝ ਗਿਆ, ਆਜ਼ਾਦੀ ਮਿਲੇਗੀ, ਪਰ ਜੇ ਉਸ ਤੋਂ ਬਾਅਦ ਵੀ ਜਿਹੜੀ ਪੋਲੀਟੀਕਲ ਪਾਰਟੀ ਆਜ਼ਾਦੀ ਤੋਂ ਬਾਅਦ ਖਾਲਿਸਤਾਨ ਤੋਂ ਬਾਅਦ ਜਿਹੜੀ ਵੀ ਪੋਲੀਟੀਕਲ ਪਾਰਟੀ ਬਣੇਗੀ, ਜੇ ਉਹ ਵੀ ਇਦਾਂ ਦੀਆਂ ਪੋਲੀਟੀਕਲ ਪਾਰਟੀਆਂ ਵਰਗੀ ਨਿਕਲੀ, ਫਿਰ ਉਹਦਾ ਕੀ ਹਾਲ ਹੋਏਗਾ? ਦਿਲਰਾਜ ਜੀ ਇਦਾਂ ਹੈ ਕਿ ਇਹ ਤਾਂ ਜੇ ਵਾਲੀ ਸਿਚੁਏਸ਼ਨ ਆ ਗਈ। ਮੈਂ ਨਹੀਂ, ਇਹ ਬਿਲਕੁਲ ਠੀਕ ਭਾਈ, ਉਹਦਾ ਹੈ ਤਾਂ ਐਗਜ਼ਾਮਪਲ। ਤੁਸੀਂ ਨਾ ਜਵਾਬ ਦਿਓ, ਹਾਲੇ ਸਵਾਲ ਮੈਂ ਨਹੀਂ ਕਰਨਾ, ਤੁਸੀਂ ਪੰਨੂ ਸਾਹਿਬ ਨੂੰ ਹੀ ਜਵਾਬ ਦੇਣ ਦਿਓ ਪਲੀਜ਼। ਠੀਕ ਹੈ, ਮੈਂ ਜਵਾਬ ਦੇ ਰਿਹਾ ਜੀ। ਦੇਖੋ, ਇਹ ਹੈਗੀਆਂ ਸਾਰੀਆਂ ਸਪੈਕੂਲੇਸ਼ਨਸ। ਜਿੱਦਾਂ ਹੁਣ ਗੋਰਿਆਂ ਤੋਂ ਆਜ਼ਾਦੀ ਲਈ ਇੰਡੀਆ ਨੇ, ਤੇ ਜਿੱਦਾਂ ਗੋਰਿਆਂ ਤੋਂ ਆਜ਼ਾਦੀ ਲਈ ਪਾਕਿਸਤਾਨ ਨੇ, ਜਿੱਦਾਂ ਆਪਾਂ ਜਦੋਂ ਵਿਆਹ ਕਰਦੇ ਹਾਂ ਤੇ ਨਿਆਣਾ ਜੰਮਦੇ ਹਾਂ, ਤੇ ਜੇ ਆਪਾਂ ਇਸ ਕਰਕੇ ਨਿਆਣਾ ਨਾ ਜੰਮੀਏ ਵੀ ਭਾਜੀ ਕੱਲ ਨੂੰ ਜੇ ਇਹ ਪੜ੍ਹੇਗਾ ਨਹੀਂ ਜਾਂ ਕੱਲ ਨੂੰ ਬਦਮਾਸ਼ ਨਿਕਲੇਗਾ ਜਾਂ ਡਾਕਟਰ ਨਹੀਂ ਬਣੇਗਾ ਤੇ ਨਿਆਣੇ ਨਾ ਜੰਮੀਏ। ਸੋ ਇਹ ਹੈਗੀ ਹੈ ਇੰਡੀਅਨ ਦੀ ਥਿਊਰੀ। ਇੰਡੀਆ ਨੇ ਸਿਖਾਇਆ ਪਿਛਲੇ 70 ਸਾਲ ਤੋਂ ਵੀ ਭਾਜੀ ਤੁਸੀਂ ਆਜ਼ਾਦੀ ਦੀ ਗੱਲ ਨਾ ਕਰੋ, ਕਿਉਂਕਿ ਤੁਸੀਂ ਆਜ਼ਾਦੀ ਲੈਣ ਦੇ ਉਸ ਤੋਂ ਬਾਅਦ ਰਹਿ ਨਹੀਂ ਸਕਣਾ। ਬਾਅਦ ਚੋਂ ਰਾਜਨੀਤਿਕ ਪਾਰਟੀਆਂ ਕੀ ਕਰਨਗੀਆਂ, ਉਹਦੇ 'ਚ ਕੌਮ ਜਿਹੜੀ ਹੈਗੀ ਹੈ, ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਰੈਫਰੈਂਡਮ ਲਿਆ ਹੋਊਗਾ, ਉਹ ਉਹਨਾਂ ਨੂੰ ਸਵਾਲ ਜਵਾਬ ਕਰਨਗੇ, ਉਹ ਉਹਨਾਂ ਨੂੰ ਜਵਾਬਦੇਹੀ ਹੋਣਗੇ। ਸਰ ਮੈਂ ਸਵਾਲ ਕਰਨਾ ਚਾਹੁੰਦਾ, ਮੈਂ ਸ਼ਬਦੀਸ਼ ਬੋਲ ਰਿਹਾ ਜੀ ਮੋਹਾਲੀ ਤੋਂ। ਜੀ ਭਾਈ ਸਾਹਿਬ ਜੀ। ਮੈਂ ਜਦੋਂ ਤੁਸੀਂ ਗੱਲ ਕਰਦੇ ਹੋ ਕਿ 84 ਦੇ ਦੰਗੇ ਨੂੰ ਕਤਲੇਆਮ ਕਹਿਣਾ ਚਾਹੀਦਾ, ਮੈਨੂੰ ਕੋਈ ਦਿੱਕਤ ਨਹੀਂ। ਜਦੋਂ ਤੁਸੀਂ ਗੱਲ ਕਰਦੇ ਹੋ ਕਿ ਭਾਰਤ ਸਰਕਾਰ ਨੇ ਬਲੂ ਸਟਾਰ ਕੀਤਾ, ਉਹ ਗਲਤ ਹੈ, ਇਹਦੇ 'ਚ ਮੈਨੂੰ ਕੋਈ ਦਿੱਕਤ ਨਹੀਂ। ਮੈਂ ਸਿੱਖ ਹੋਵਾਂ ਜਾਂ ਨੌਨ ਸਿੱਖ ਹੋਵਾਂ, ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਮੈਨੂੰ। ਪਾਪ ਨੂੰ ਪਾਪ ਕਹਿਣ 'ਚ ਮੈਨੂੰ ਕੋਈ ਫਰਕ ਨਹੀਂ ਪੈਂਦਾ।
ਪਰ ਜੇ ਮੈਂ ਕਹਾਂ ਕਿ ਮੈਂ ਖਾਲਿਸਤਾਨ ਦੇ ਹੱਕ 'ਚ ਨਹੀਂ ਹਾਂ, ਕਿਉਂਕਿ ਖਾਲਿਸਤਾਨ ਜਾਂ ਸਿੱਖ ਰਾਜ ਆਧੁਨਿਕ ਯੁੱਗ ਦੇ ਵਿੱਚ ਇੱਕ ਪਛੜੇ ਹੋਏ ਖਿਆਲ ਦੀ ਰਾਜਨੀਤੀ ਹੈ, ਇੱਕ ਬਿਲਕੁਲ ਹੀ ਕੱਟੜਤਾ ਭਰੀ ਰਾਜਨੀਤੀ ਹੈ ਕਿ ਅਸੀਂ ਵੱਖਰੇ ਇੱਕ ਸਿੱਖਾਂ ਦੀ ਵੱਖਰੀ ਇੱਕ ਹੋਮਲੈਂਡ ਮੰਗਦੇ ਹਾਂ। ਤੇ ਉਸ ਸਿਚੁਏਸ਼ਨ 'ਚ ਕੀ ਮੈਂ ਪੰਜਾਬ ਦਾ ਗਦਾਰ ਮੰਨਿਆ ਜਾਊਂਗਾ? ਕਿਉਂਕਿ ਮੈਂ 84 ਦੇ ਤੇ ਮੈਂ ਵੀ ਖਿਲਾਫ ਹਾਂ। ਮੈਂ ਦੋਨਾਂ ਇਸ਼ੂ ਦੇ ਉੱਤੇ, ਚਾਹੇ ਉਹ ਨਵੰਬਰ 84 ਹੋਵੇ, ਚਾਹੇ ਉਹ ਜੂਨ 84 ਹੋਵੇ, ਜੇ ਪੰਮਾ ਵਾਲਾ ਕੇਸ ਹੋਵੇ, ਉਹਦੇ ਵੀ ਮੈਂ ਹੱਕ ਵਿੱਚ। ਕੀ ਤੁਸੀਂ ਮੈਨੂੰ ਉੱਥੇ ਮੇਰੀ ਕੀ ਪੋਜੀਸ਼ਨਿੰਗ ਹੋਏਗੀ? ਤੁਸੀਂ ਮੈਨੂੰ ਉੱਥੇ ਕਿਵੇਂ ਡੀਲ ਕਰਨਾ ਚਾਹੋਗੇ? ਦੇਖੋ, ਉਹਦੇ 'ਚ ਇਹ ਵੀ ਤੁਹਾਡੇ ਸਵਾਲਾਂ ਦੇ ਜਵਾਬ ਤੁਸੀਂ ਆਪ ਹੀ ਦੇ ਰਹੇ ਹੋ, ਲੇਕਿਨ ਤੁਸੀਂ ਮੰਨਣਾ ਨਹੀਂ ਚਾਹ ਰਹੇ। ਜਦੋਂ ਜਿਸ ਦੇਸ਼ ਦੇ ਵਿੱਚ ਮੈਂ ਦੱਸ ਰਿਹਾ ਜੀ, ਮੈਨੂੰ ਮੌਕਾ ਦਿਓ ਭਾਜੀ, ਰਾਜ ਤੁਸੀਂ ਕਿਉਂ ਮੰਗਣਾ ਚਾਹੁੰਦੇ ਹੋ? ਤੁਸੀਂ ਮੈਨੂੰ ਮੌਕਾ ਦਿਓ 1 ਮਿੰਟ, ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ। ਅਸੀਂ ਕਿਉਂ ਪਸੰਦ ਕਰਾਂਗੇ? ਕਿਉਂਕਿ ਅਸੀਂ ਭਾਜੀ ਮੇਰੀ ਗੁਜ਼ਾਰਿਸ਼ ਤਾਂ ਸੁਣੋ। ਉਹ ਮੇਰੇ ਭਾਜੀ ਪੁਲਿਸ ਦਾ ਵੀ, ਮੇਰੇ ਵੀਰ ਗੱਲ ਤਾਂ ਸੁਣੋ। ਗੱਲ ਸੁਣੋ ਜੀ, ਉਹਨਾਂ ਦਾ ਜਵਾਬ ਤੁਸੀਂ ਕਹਿ ਰਹੇ ਹੋ ਵੀ ਜੂਨ 84 ਬਲੂ ਸਟਾਰ ਰੌਂਗ ਸੀ, ਤੁਸੀਂ ਕਹਿ ਰਹੇ ਨਵੰਬਰ 84 ਦੇ ਵਿੱਚ ਦੰਗੇ ਨਹੀਂ ਨਸਲਕੁਸ਼ੀ ਸੀ, ਤੁਸੀਂ ਕਹਿ ਰਹੇ ਹੋ ਭਾਈ ਪਰਮਜੀਤ ਸਿੰਘ ਪੰਮਾ ਦੇ ਉੱਤੇ ਗਲਤ ਕੇਸ ਸੀ। ਫਿਰ ਤੁਸੀਂ ਸਾਨੂੰ ਕੱਟੜਵਾਦੀ ਕਿੱਦਾਂ ਦੱਸ ਸਕਦੇ ਹੋ? ਸਾਡਾ ਕਿਹੜਾ ਐਕਸ਼ਨ ਇਹੋ ਜਿਹਾ ਜਿਹੜਾ ਤੁਹਾਨੂੰ ਕੱਟੜਵਾਦੀ ਲੱਗਦਾ? ਮੈਂ ਪੰਜਾਬ ਦਾ ਵਾਸੀ ਹਾਂ, ਮੈਂ ਤਰਨਤਾਰਨ ਦਾ ਵਾਸੀ ਰਿਹਾ ਹਾਂ। ਮੈਂ ਅੱਤਵਾਦੀਆਂ ਦਾ ਤੇ ਪੁਲਿਸ ਦਾ ਦੋਨਾਂ ਦਾ ਤਸ਼ੱਦਦ ਕਰਦਾ। ਇੱਕ ਨੇ ਧਰਮ ਦੇ ਨਾਂ ਦੇ ਉੱਤੇ ਮੇਰੇ ਤੇ ਤਸ਼ੱਦਦ ਕੀਤਾ, ਦੂਜੇ ਨੇ ਦੇਸ਼ ਦੇ ਨਾਂ ਦੇ ਉੱਤੇ ਮੇਰੇ ਨਾਲ ਤਸ਼ੱਦਦ ਕੀਤਾ। ਦੇਖੋ ਬੜੀ ਦੇ ਖਿਲਾਫ ਹੈ। ਮੈਂ ਇਹ ਪੁੱਛਣਾ ਚਾਹੁੰਦਾ ਮੇਰੀ ਪੋਜੀਸ਼ਨ ਜੀ। ਦੇਖੋ ਜੀ, ਤੁਹਾਡੇ ਨਾਲ ਪਰਸਨਲੀ ਹੋਇਆ ਤੇ ਮੈਂ ਦਿਲੋਂ ਚਾਹੁੰਦਾ ਵੀ ਇਹ ਕਿਸੇ ਵੀ ਪਰਿਵਾਰ ਨਾਲ ਨਹੀਂ ਹੋਣਾ ਚਾਹੀਦਾ। ਕੁਝ ਨਹੀਂ ਹੋਇਆ ਪਰਸਨਲੀ, ਮੈਨੂੰ ਕੋਈ ਨੁਕਸਾਨ ਨਹੀਂ ਹੋਇਆ, ਮੇਰੇ ਪਰਿਵਾਰ ਤੁਸੀਂ ਕਹਿ ਰਹੇ ਹੋ ਨਹੀਂ ਮਰਿਆ। ਤੁਸੀਂ ਕਹਿ ਰਹੇ ਨਾ ਵੀ ਮੈਨੂੰ ਅੱਤਵਾਦੀਆਂ ਤੋਂ ਤੇ ਪੁਲਿਸ ਦਾ ਸ਼ਿਕਾਰ ਹੈਗੇ, ਮੈਂ ਤਾਂ ਕਹਿ ਰਿਹਾ ਜੇ ਨਹੀਂ ਹੋਇਆ ਤੇ ਸਗੋਂ ਚੜ੍ਹਦੀ ਕਲਾ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਤਸ਼ੱਦਦ ਇੱਕ ਕੌਮ ਦੇ ਉੱਤੇ ਹੋਇਆ ਹੋਵੇ ਔਰ ਤੁਸੀਂ ਮੰਨਦੇ ਹੋ ਉਹ ਨਸਲਕੁਸ਼ੀ ਹੈ, ਦੂਸਰੇ ਪਾਸੇ ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਦਾਂਗਾ, ਅਸੀਂ ਅਖਬਾਰਾਂ ਕੱਢੀਆਂ ਹੋਈਆਂ, ਚਾਹੇ ਉਹ ਟਾਈਮਜ਼ ਆਫ ਇੰਡੀਆ ਸੀ ਜਾਂ ਨਿਊਯਾਰਕ ਟਾਈਮਜ਼ ਸੀ। ਇਹ ਕਹਿੰਦੇ ਆ ਜੀ 250 ਮਾਰਨ ਵਾਲਾ, 250 ਇਨਸਾਨਾਂ ਦਾ ਅਣਪਛਾਤਾ ਜਿਹੜਾ ਹੈ ਉਹ ਅੱਤਵਾਦੀ ਮਾਰ ਦਿੱਤਾ ਗਿਆ। ਇਹ ਆਮ ਸੁਰਖੀਆਂ ਹੁੰਦੀਆਂ ਸੀ ਉਦੋਂ, ਤੁਸੀਂ ਵੀ ਸ਼ਾਇਦ ਪੜ੍ਹੀਆਂ ਹੋਣੀਆਂ। ਸੋ ਇਹ ਸਰਕਾਰ ਦੀ ਜਿਹੜੀ ਚਾਲ ਸੀ ਵੀ ਸਿੱਖ ਕੌਮ ਦੇ ਸੰਘਰਸ਼ਸ਼ੀਲ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜਨੀ ਸੀ, ਉਹਨਾਂ ਨੂੰ ਪਹਿਲਾਂ ਅੱਤਵਾਦੀ ਦਾ ਦਰਜਾ ਬਣਾ ਦਿੱਤਾ ਗਿਆ। ਸਾਡੇ ਕੋਲ ਐਗਜ਼ਾਮਪਲਾਂ ਹੈਗੀਆਂ ਜੂਨ 84 ਤੋਂ ਪਹਿਲਾਂ, ਫੈਕਟ ਹੈਗੇ ਆ ਵੀ ਕਿੰਨੇ ਹਿੰਦੂ ਮਾਰੇ ਗਏ ਸੀ, ਕਿੰਨੇ ਸਿੱਖ ਮਾਰੇ ਗਏ ਸੀ। ਸੋ ਅਸੀਂ ਤੱਥਾਂ ਦੇ ਆਧਾਰ ਤੇ ਹਮੇਸ਼ਾ ਗੱਲ ਕਰਨੀ ਹੈ। ਅੱਜ ਸਿਚੁਏਸ਼ਨ ਇਹ ਹੈ ਵੀ ਜੇ ਤੁਹਾਡੇ ਵਿਚਾਰ ਸਾਡੇ ਨਾਲ ਨਹੀਂ ਰਲਦੇ, ਅਸੀਂ ਸਗੋਂ ਤੁਹਾਡੀ ਹੋਰ ਇੱਜ਼ਤ ਕਰਾਂਗੇ। ਤਾਂ ਹੀ ਅਸੀਂ 5 ਸਾਲ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਭਰ ਦੇ ਵਿੱਚ ਲਾਉਣਾ, ਦੁਨੀਆ ਭਰ ਦੇ ਵਿੱਚ, ਕਿ ਅਸੀਂ ਇਸ ਗੱਲ ਨੂੰ ਦੱਸ ਸਕੀਏ, ਰੀਅਲ ਫੈਕਟਸ ਐਂਡ ਫਿਗਰ ਦੁਨੀਆ ਦੇ ਸਾਹਮਣੇ ਲੈ ਕੇ ਆ ਸਕੀਏ, ਔਰ ਇਹ ਪੰਜਾਬ ਦੇ ਵਾਸੀਆਂ ਨੂੰ ਤੇ ਦੁਨੀਆ ਨੂੰ ਦੱਸ ਸਕੀਏ ਵੀ ਪੰਜਾਬ ਦੇ ਵਿੱਚ ਅਲੱਗ ਰਾਜ ਜਿਹੜਾ ਹੋਏਗਾ। ਜਿਸ ਤਰੀਕੇ ਨਾਲ ਭਾਰਤ ਦੀ ਸਰਕਾਰ ਕੱਟੜਵਾਦੀ ਦੱਸਦੀ ਹੈ, ਇਦਾਂ ਦਾ ਕੁਝ ਨਹੀਂ ਹੋਏਗਾ। ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਰਾਜ ਹੋਏਗਾ, ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਰਾਜ ਹੋਏਗਾ। ਹਰ ਇਨਸਾਨ ਨੂੰ, ਹਰ ਧਰਮ ਨੂੰ ਆਪਣੀ ਧਰਮ ਦੀ ਆਜ਼ਾਦੀ ਰਹਿਣ ਦੀ ਤੇ ਉੱਥੇ ਰਹਿਣ ਦੀ ਆਜ਼ਾਦੀ ਮਿਲੇਗੀ। ਮੈਂ ਇੱਕ ਹੋਰ ਕੁਐਸਚਨ ਆਸਕ ਕਰਨਾ ਚਾਹੁੰਦਾ ਭਾਜੀ ਨੂੰ, ਜਿਹਨੇ ਪੁੱਛਿਆ ਸਾਨੂੰ ਵੀ ਜੇ ਆਪਾਂ ਦੇਖੀਏ ਸਟੇਟ ਦੀ ਰਿਸਪੌਂਸਿਬਿਲਿਟੀ ਕੀ ਹੁੰਦੀ ਆ? ਆਪਾਂ ਸਟੇਟ ਦੇ ਵਿੱਚ ਰਹਿੰਦੇ ਕਿਉਂ ਆ? ਤੁਸੀਂ ਪੁੱਛਿਆ ਵੀ ਆਜ਼ਾਦ ਕਿਉਂ ਹੋਣਾ ਚਾਹੁੰਦੇ ਹੋ, ਮੈਂ ਪੁੱਛਦਾ ਵੀ ਰਹਿੰਦੇ ਕਿਉਂ ਆ? ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਇਨਸਾਫ ਦੇਣ ਨੂੰ, ਸਾਨੂੰ ਜਸਟਿਸ ਲਿਆਉਣ ਨੂੰ, ਸਾਨੂੰ ਸਿਸਟਮ 'ਚ ਲਿਆਉਣ ਨੂੰ ਜਿੱਥੇ ਤੁਹਾਡੇ ਕੋਲ ਫਿਊਚਰ ਹੋਵੇ। ਜੇ ਤੁਸੀਂ ਭਾਜੀ ਸਹਿਮਤ ਹੋ ਵੀ ਪੰਜਾਬ ਪੁਲਿਸ ਨੇ ਅਟੈਕ ਕੀਤਾ ਤੁਹਾਡੇ ਉੱਪਰ, ਜੇ ਤੁਸੀਂ ਸਹਿਮਤ ਹੋ ਵੀ ਕੋਰਟ ਸਿਸਟਮ ਨੇ ਜਸਟਿਸ ਨਹੀਂ ਦਿੱਤਾ, ਤੇ ਆਮ ਸਿੱਖ ਸਹਿਮਤ ਆ ਵੀ ਸਾਡੇ ਕੋਲ ਕੋਈ ਫਿਊਚਰ ਨਹੀਂ ਪੰਜਾਬ 'ਚ, ਤਾਂ ਹੀ ਬਾਹਰ ਆਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ, ਫਿਰ ਕੁਐਸਚਨ ਆਉਂਦਾ ਵੀ ਤੁਸੀਂ ਇਸ ਸਿਸਟਮ ਦੇ ਵਿੱਚ ਰਹਿਣਾ ਕਿਉਂ ਚਾਹੁੰਦੇ ਹੋ? ਜੇ ਤੁਹਾਡਾ ਲੈਂਡ ਆ ਪੰਜਾਬ, ਤੁਸੀਂ ਗਵਰਨਰ ਹੋ ਪੰਜਾਬ ਦੇ, ਫਿਰ ਤੁਸੀਂ ਬੈਟਰ ਸਿਸਟਮ ਨਹੀਂ ਚਾਹੁੰਦੇ ਆਪਦੇ ਵਾਸਤੇ? ਸਰ ਮੈਂ ਇੱਕ ਸਵਾਲ ਕਰਨਾ ਚਾਹੂੰਗਾ ਛੋਟਾ ਜਿਹਾ ਜੀ। ਮੈਂ ਇਸ ਸਿਸਟਮ ਦੇ ਖਿਲਾਫ ਹਾਂ, ਪਰ ਮੈਂ ਇਹ ਗੱਲ ਵੀ ਫੀਲ ਕਰਦਾ ਕਿ ਜਦੋਂ 84 ਹੋਇਆ, ਜਦੋਂ ਨਵੰਬਰ ਦੇ ਕਤਲੇਆਮ ਹੋਏ ਨੇ, ਭਾਰਤ ਦੇ ਵਿੱਚ ਬਹੁਤ ਵੱਡੇ ਹਿੱਸੇ ਨੇ ਸਿੱਖਾਂ ਦੇ ਖਿਲਾਫ ਹੋਏ ਜ਼ੁਲਮ ਦੇ ਉੱਤੇ ਆਪਣਾ ਰਿਐਕਟ ਕੀਤਾ। ਉਹਨਾਂ ਨੇ ਬਿਲਕੁਲ ਹੀ ਜਾਇਜ਼ ਨਹੀਂ ਠਹਿਰਾਇਆ। ਮੈਂ ਕੋਈ ਪੋਲੀਟੀਕਲ ਪਾਰਟੀਆਂ ਦੀ, ਮੈਂ ਕੋਈ ਭਾਜਪਾ ਦੀ, ਮੈਂ ਕਾਂਗਰਸ ਦੀ ਗੱਲ ਨਹੀਂ ਕਰਦਾ, ਮੈਂ ਆਮ ਇੱਕ ਜੈਨੂਅਲ ਬੰਦੇ ਦੀ ਗੱਲ ਕਰਦਾ। ਮੈਨੂੰ ਅੱਜ ਵੀ ਯਾਦ ਹੈ ਕਿ ਕਲਕੱਤੇ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਨਾਸਤਿਕ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਕਮਿਊਨਿਸਟ, ਉਹਨਾਂ ਨੇ ਵੀ ਗੁਰਦੁਆਰਿਆਂ ਦੀ ਰਾਖੀ ਲਈ ਜਾ ਕੇ ਗੁਰਦੁਆਰਿਆਂ ਦੇ ਆਲੇ ਦੁਆਲੇ ਖੜੇ ਹੋ ਗਏ। ਜਿੰਨੇ ਬੰਦੇ
ਦੰਗਿਆਂ ਨਾਲ ਪ੍ਰਭਾਵਿਤ ਹੋਏ, ਉਸ ਤੋਂ ਵੱਧ ਬੰਦੇ ਉੱਥੋਂ ਦੇ ਕਮਿਊਨਿਸਟਾਂ ਦੇ ਹੱਥੋਂ ਤੇ ਉੱਥੋਂ ਦੀ ਪੁਲਿਸ ਦੇ ਹੱਥੋਂ ਮਾਰੇ ਗਏ ਜਿਹੜੇ ਸਿੱਖਾਂ ਉੱਤੇ ਅਟੈਕ ਕਰਨਾ ਚਾਹੁੰਦੇ ਸਨ। ਇਸ ਕਰਕੇ ਹਿੰਦੁਸਤਾਨ ਦੇ ਜਿਹੜੇ ਪ੍ਰੋ ਪੀਪਲ ਲੋਕ ਨੇ, ਜਿਹੜੇ ਕੱਟੜਤਾ ਦੇ ਖਿਲਾਫ ਲੋਕ ਨੇ, ਕੀ ਅਸੀਂ ਉਹਨਾਂ ਨਾਲ ਵੀ ਰਹਿਣਾ ਪਸੰਦ ਨਹੀਂ ਕਰਾਂਗੇ? ਸਿਸਟਮ ਤੇ ਸਾਰੇ ਦਾ ਸਾਰਾ ਹੀ ਬਦਲਣ ਵਾਲਾ। ਇੱਕ ਸੈਕਿੰਡ ਆਪਣੇ ਨਾਲ ਗੁਰੂ ਸਾਹਿਬ ਕੋਈ ਵੱਖਵਾਦੀ ਫਲਸਫਾ ਨਹੀਂ ਸਾਨੂੰ ਦੇ ਰਹੇ। ਅਸੀਂ ਗੁਰੂ ਨਾਨਕ ਦੇ ਨਾਂ ਤੇ ਵੱਖਵਾਦੀ ਫਲਸਫਾ ਕਿਵੇਂ ਖੜਾ ਕਰ ਸਕਦੇ? ਆਪਣੇ ਇੱਕ ਫੋਨ ਤੇ ਕੋਈ ਜੁੜੇ ਨੇ। ਸਵਦੀਪ ਜੀ, ਆਪਾਂ ਤੁਹਾਡੇ ਤੋਂ ਗੱਲ ਸ਼ੁਰੂ ਕਰਾਂਗੇ। ਪਹਿਲਾਂ ਜਿਹੜੇ ਸਰੋਤੇ ਜੁੜੇ ਨੇ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਵਿੱਕੀ ਬੋਲਦਾ ਟੋਰਾਂਟੋ ਤੋਂ ਜੀ। ਵਿੱਕੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਵੀਰ ਜੀ ਜਿਵੇਂ ਬਾਰ-ਬਾਰ ਕਹਿ ਰਹੇ ਕਿ ਕੱਟੜਪੰਥੀ ਸੀਗਾ ਖਾੜਕੂਵਾਦ ਜਾਂ ਕੱਟੜਪੰਥ ਇਹ ਰਾਜ ਹੋਊਗਾ। ਅਸੀਂ ਦੁਨੀਆ ਦੇ ਬੈਸਟ ਸਿੱਖ ਫਿਲਾਸਫੀ ਦੇ ਅਕੋਰਡਿੰਗ 2 ਬੈਸਟ ਰਾਜ ਦੇ ਚੁੱਕੇ ਹਾਂ ਤੇ ਉਹਨਾਂ ਦਾ ਅੱਜ ਤੱਕ ਹਾਨੀ ਨਹੀਂ ਕਿਤੇ ਵੀ ਜੀ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਬੰਦਾ ਸਿੰਘ ਬਹਾਦਰ ਦੇ ਟਾਈਮ, ਕਿਉਂਕਿ ਸਾਡੀ ਕੌਮ ਕਿਸੇ ਬੰਦੇ ਨੂੰ ਨਹੀਂ ਲੀਡਰ ਮੰਨਦੀ। ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਥਿਊਰੀ ਆ ਉਹਦੇ ਅਕੋਰਡਿੰਗ ਆ। ਜੇ ਸਾਡੇ ਆਪਣੇ ਵੀ ਬੰਦੇ ਉਸ ਦੇ ਖਿਲਾਫ ਜਾਣਗੇ ਤਾਂ ਸਾਡੇ ਬੰਦਿਆਂ ਨਹੀਂ ਉਸ ਲੀਡਰਸ਼ਿਪ ਦੇ ਖਿਲਾਫ ਹੋ ਜਾਣਾ ਆ। ਜਿਵੇਂ ਇੱਕ ਐਗਜ਼ਾਮਪਲ ਹੈ, ਦਾਦੂ ਦੀ ਸਮਾਧ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਨਾਲ ਸਲਾਮ ਕੀਤਾ ਤੇ ਸਿੰਘਾਂ ਨੇ ਉਹਨਾਂ ਨੂੰ ਵੀ ਪੁੱਛ ਲਿਆ ਸੀ। ਕਿਉਂਕਿ ਇਸ ਟਾਈਮ ਪ੍ਰੋਬਲਮ ਕੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਥਿਊਰੀ ਦੇ ਅਕੋਰਡਿੰਗਲੀ ਜਿਹੜਾ ਇਨਸਾਨੀਅਤ ਦਾ ਮਦਈ ਆ ਉਹਦੇ ਮੁਤਾਬਿਕ ਸਾਨੂੰ ਵਿਚਰਨੀ ਨਹੀਂ ਦਿੱਤਾ ਜਾ ਰਿਹਾ। ਜਿਵੇਂ ਆਪਣੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਦੱਸਿਆ, ਮੇਰੀ ਵੀ ਇੱਕ ਵਾਰ ਕਿਸੇ ਪਰਿਵਾਰ 'ਚ ਬੈਠਿਆਂ ਗੱਲ ਹੋਈ ਸੀ ਕਿ ਅੱਤਵਾਦੀਆਂ ਨੇ ਹਿੰਦੂ ਮਾਰ ਦਿੱਤੇ। ਮੈਂ ਕਿਹਾ ਕਿੰਨੇ ਮਾਰ ਦਿੱਤੇ? ਤੁਸੀਂ 1.25 ਲੱਖ ਮੁੰਡਾ ਮਾਰ ਦਿੱਤਾ, 250 ਤੋਂ ਵੱਧ ਹਿੰਦੂ ਨਹੀਂ ਮਰਿਆ, ਜਿਹਦੇ ਵਿੱਚ ਇਹਨਾਂ ਦੀਆਂ ਬਲੈਕ ਕੈਟਸ ਤੇ ਇਹਨਾਂ ਦੀਆਂ ਏਜੰਸੀਆਂ ਨੇ ਮਾਰੇ ਹੋਏ ਬੰਦੇ ਆਉਂਦੇ ਸ਼ਾਮਲ ਆ। ਤੇ ਇਹ ਜਿਹੜੇ ਸਵਾਲ ਹੀ ਉਠਾਉਣੇ ਆ ਕਿ ਉਹ ਖਾੜਕੂਵਾਦ ਜਿਹੜਾ ਬੜਾ ਕੱਟੜਵਾਦ ਸੀ ਉਹ ਕੱਲ ਨੂੰ ਇਦਾਂ ਦਾ ਹੋਊਗਾ। ਅਸੀਂ 2 ਟਰਮਾਂ ਦੇ ਵਿੱਚ ਆਲਰੇਡੀ ਬੈਸਟ ਰਾਜ ਦੇ ਚੁੱਕੇ ਆ ਦੁਨੀਆ ਦਾ, ਜਿਹਦੇ ਵਿੱਚ ਹਰ ਤਬਕਾ ਖੁਸ਼ੀ ਨਾਲ ਸੁੱਖ ਸ਼ਾਂਤੀ ਦੇ ਨਾਲ ਵਿਚਰਿਆ ਆ। ਜਿਹੜੀ ਸਭ ਤੋਂ ਪਹਿਲੀ ਬੰਦਾ ਸਿੰਘ ਬਹਾਦਰ ਦੀ ਜਿਨ੍ਹਾਂ ਨੇ ਮਜ਼ਾਰਿਆਂ ਨੂੰ ਉਹ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ। ਅੱਜ ਵੀ ਤੁਸੀਂ ਹਿੰਦੁਸਤਾਨ ਦੇ ਦੂਜੇ ਖਿੱਤਿਆਂ ਦੇ ਵਿੱਚ ਜਾ ਕੇ ਦੇਖ ਲਓ, ਬਿਹਾਰ ਦੇ ਵਿੱਚ ਅੱਜ ਵੀ ਠਾਕਰ ਆ। ਜਿਹੜੇ ਜ਼ਿਮੀਂਦਾਰ ਆ, ਜਿਹੜੇ ਲੋਕਾਂ ਤੇ ਤਸ਼ੱਦਦ ਕਰਦੇ ਆ, ਉਹ ਜਿਹੜੀ ਅੱਜ ਤੋਂ ਬਹੁਤ ਐਡਵਾਂਸ ਹੋ ਗਿਆ ਜ਼ਮਾਨਾ, ਅੱਜ ਤਾਂ ਅਸੀਂ ਉਹਨੂੰ ਵੀ ਬੈਸਟ ਰਾਜ ਦੇ ਸਕਦੇ ਹਾਂ ਜੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਵਿੱਕੀ ਜੀ। ਬਿਲਕੁਲ ਵਿੱਕੀ ਜੀ ਤੁਹਾਡੇ। ਹਾਂਜੀ, ਇੱਕ ਮਿੰਟ ਸਵਦੀਪ ਜੀ, ਮੈਂ ਤੁਹਾਨੂੰ ਚਾਂਸ ਦੇ ਰਿਹਾ। ਸਵਦੀਪ ਜੀ, ਮੈਂ ਤੁਹਾਨੂੰ ਹੁਣੇ 1 ਮਿੰਟ ਚਾਂਸ ਦੇ ਰਿਹਾ। 1 ਮਿੰਟ ਵਿੱਕੀ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਸਿਰਫ ਸਵਦੀਪ ਜੀ ਨੂੰ ਚਾਂਸ ਦਿੰਦੇ ਵਿੱਚ ਇਹ ਗੱਲ ਜੋੜ ਦੇਣਾ ਚਾਹੁੰਦਾ ਹਾਂ ਕਿ ਕਈ ਵਾਰੀ ਜਦੋਂ ਅਸੀਂ ਟੀਵੀ 'ਤੇ ਡਿਬੇਟ ਕਰਦੇ ਹਾਂ ਉਦੋਂ ਕਈ ਵਾਰੀ ਇਹੋ ਜਿਹੇ ਸਵਾਲ ਉੱਠਦੇ ਨੇ, ਉਦੋਂ ਮੈਂ ਹੈਰਾਨ ਹੋ ਰਿਹਾ ਹੁੰਦਾ ਹਾਂ ਕਿ ਅਗਰ ਕੋਈ ਬੰਦਾ ਸਿੱਖ ਹੋਮਲੈਂਡ ਦੀ ਜਾਂ ਕਿਸੇ ਹੋਰ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਬੰਦਾ ਆਪਣੇ ਧਰਮ ਦੇ ਨਾਂ 'ਤੇ ਦੇਸ਼ ਬਣਾਉਣ ਦੀ ਗੱਲ ਕਰੇ ਤੇ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਧਰਮ ਦੇ ਨਾਂ ਦੇ ਉੱਤੇ ਦੇਸ਼ ਨਹੀਂ ਬਣਨੇ ਚਾਹੀਦੇ ਹੁੰਦੇ। ਪਰ ਹੈਰਾਨੀ ਦੀ ਉਹਨੂੰ ਨਾਲੇ ਕੱਟੜਪੰਥੀ ਦੇ ਨਾਲ ਜੋੜ ਦਿੱਤਾ ਜਾਂਦਾ। ਪਰ ਅਗਰ ਹਿੰਦੁਸਤਾਨ ਕਿਹਾ ਜਾਵੇ ਤੇ ਉਦੋਂ ਕੱਟੜਪੰਥੀ ਨਾਲ ਨਹੀਂ ਜੋੜਿਆ ਜਾਂਦਾ। ਅਗਰ ਪਾਣੀਆਂ ਦਾ ਮਸਲਾ ਦੇ ਉੱਤੇ ਪੰਜਾਬ ਦੀ ਲੁੱਟ ਖਸੁੱਟ ਹੋਈ ਹੋਵੇ ਉਹਨੂੰ ਕੱਟੜਪੰਥੀ ਨਾਲ ਨਹੀਂ ਜੋੜਿਆ ਜਾਂਦਾ। ਅਗਰ ਸਿੱਖਾਂ ਨੂੰ 25-20 ਧਾਰਾ ਦੇ ਅਧੀਨ ਹਿੰਦੂ ਆਖਿਆ ਜਾਵੇ ਉਸ ਦੇ ਵਿੱਚ ਕਿੰਨਾ ਕੱਟੜਪੰਥੀ ਨਹੀਂ ਹੁੰਦੀ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਜਾਣ। ਅਨੇਕਾਂ ਹੋ ਜਿਹੀਆਂ ਐਗਜ਼ਾਮਪਲਸ ਨੇ। ਪਿੰਕੀ ਕੈਟ ਦੇ ਖੁਲਾਸੇ ਜਿਹੜੇ ਨੇ ਉਹ ਇਸ ਚੀਜ਼ ਦੇ ਗਵਾਹੀ ਭਰਦੇ ਨੇ ਕਿ ਗੁਰਦਾਸਪੁਰ ਜਾਂ ਹੋਰ ਅਨੇਕਾਂ ਤਰਨਤਾਰਨ ਵਰਗੀਆਂ ਬੱਸਾਂ ਦੇ ਵਿੱਚ ਜਿਹੜੇ ਹਿੰਦੂ ਮਾਰੇ ਗਏ ਕਿਵੇਂ ਮਾਰੇ ਗਏ। ਮੈਂ ਅੱਜ ਇਸ ਪਲੇਟਫਾਰਮ ਦੇ ਉੱਤੇ ਇਸ ਚੀਜ਼ ਨੂੰ ਕੰਡੈਮ ਕਰਦਾ ਹਾਂ ਕਿ ਕਿਸੇ ਵੀ ਬੰਦੇ ਨੂੰ ਬੇਕਸੂਰ ਨੂੰ ਮਾਰਿਆ ਜਾਵੇ। ਕੋਈ ਵੀ ਸਿੱਖ ਜਾਂ ਕੋਈ ਵੀ ਧਰਮੀ ਇਨਸਾਨ ਉਹਨੂੰ ਸਹੀ ਨਹੀਂ ਕਹਿੰਦਾ ਤੇ ਉਹਨੂੰ ਕੰਡੈਮ ਕਰਦਾ ਆ। ਅਸੀਂ ਜਿੱਥੇ ਆਪਣੇ ਹਿਊਮਨ ਰਾਈਟਸ ਵਾਇਲੇਸ਼ਨ ਆਪਣੇ ਅਗੇਂਸਟ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਉਹਦੇ ਅਗੇਂਸਟ ਆਵਾਜ਼ ਉਠਾਉਂਦੇ ਹਾਂ, ਉੱਥੇ ਕਿਸੇ ਵੀ ਕੌਮ ਨਾਲ ਹਿਊਮਨ ਰਾਈਟਸ ਵਾਇਲੇਸ਼ਨਸ ਹੋਣ ਉਹਦੇ ਅਗੇਂਸਟ ਅਸੀਂ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਹਾਂ। ਹਾਂਜੀ ਸਰਦੀਪ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਹੋ। ਦੇਖੋ ਸੁਦੀਪ ਜੀ, ਤੁਸੀਂ ਜਿੰਨੀਆਂ ਵੀ ਮਿਸਾਲਾਂ ਦੇ ਕੇ ਗੱਲ ਕੀਤੀ ਹੈ, ਚਾਹੇ ਪਾਣੀਆਂ ਦੀ ਮਿਸਾਲ ਹੋਵੇ, ਚਾਹੇ ਕੋਈ ਦੂਸਰੀ ਮਿਸਾਲ ਹੋਵੇ, ਧਾਰਾ 325 ਵਾਲੀ ਮਿਸਾਲ ਹੋਵੇ, ਉਹਨਾਂ ਬਾਰੇ ਤੇ ਮੈਂ ਸ਼ੁਰੂ ਕੀ ਕਹਿ ਚੁੱਕਾ ਕਿ ਮੈਂ ਬਹੁਤ ਗੱਲਾਂ ਦੇ ਉੱਤੇ ਇਸ ਸਿਸਟਮ ਦੀ ਖਿਲਾਫ ਆ, ਇਸ
ਮੈਂ ਇੱਥੋਂ ਤੱਕ ਵੀ ਜਾਣ ਲਈ ਤਿਆਰ ਹਾਂ ਕਿ ਮੈਂ ਭਾਰਤੀ ਸੰਵਿਧਾਨ ਨੂੰ ਕੋਈ ਪਵਿੱਤਰ ਗ੍ਰੰਥ ਨਹੀਂ ਮੰਨਦਾ ਤੇ ਮੈਂ ਇਹਦੀਆਂ ਬਹੁਤ ਧਾਰਾਵਾਂ ਦੇ ਵੀ ਖਿਲਾਫ ਹੋ ਜਾਵਾਂਗਾ। ਦੇਸ਼ ਤੇ ਦਾ ਇਲਜ਼ਾਮ ਵੀ ਮੇਰੇ ਉੱਤੇ ਆਵੇ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਨਹੀਂ ਹੈ ਬਿਲਕੁਲ। ਹੁਣ ਇੱਕ ਸਾਡੇ ਕਾਲਰ ਨੇ ਗੱਲ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੀ। ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ ਦੇ ਵਿੱਚ ਆਮ ਲੋਕਾਂ ਦੇ ਹੱਕ ਦੇ ਵਿੱਚ ਇੱਕ ਰਾਜ ਸਥਾਪਿਤ ਕੀਤਾ ਗਿਆ, ਸੱਤਾ ਦੇ ਨਾਲ ਲੜ ਕੇ ਇੱਕ ਰਾਜ ਸਥਾਪਿਤ ਕੀਤਾ ਗਿਆ। ਉਹ ਇੱਕ ਖਾਸ ਸਿਚੁਏਸ਼ਨ ਬਣੀ ਜਦੋਂ ਰਾਜ ਬਣਿਆ ਤੇ ਰਾਜ ਚਲਾ ਵੀ ਗਿਆ। ਇਹ ਗੱਲ ਇੱਕ ਆਮ ਧਾਰਨਾ ਦੇ ਤੌਰ ਦੇ ਉੱਤੇ ਤਾਂ ਬਿਲਕੁਲ ਸਹੀ ਹੈ ਕਿ ਮਜ਼ਾਰਿਆਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ, ਪਰ ਦਸਤਾਵੇਜ਼ ਦੀ ਪੱਧਰ ਦੇ ਉੱਤੇ ਅੱਜ ਤੱਕ ਵੀ ਕੋਈ ਸਾਡੇ ਕੋਲੇ ਸਬੂਤ ਨਹੀਂ ਹੈ ਕਿ ਖਾਲਸਾ ਰਾਜ ਨੇ ਕੋਈ ਦਸਤਾਵੇਜ਼ ਜਾਰੀ ਕੀਤਾ ਹੋਵੇ ਜਿਹਦੇ ਵਿੱਚ ਮਜ਼ਾਰਿਆਂ ਨੂੰ ਮਾਲਕ ਬਣਾਇਆ ਗਿਆ ਹੋਵੇ। ਏਦਾਂ ਦਾ ਸਾਡੇ ਕੋਲੇ ਕੋਈ ਸਬੂਤ ਨਹੀਂ। ਹਾਂ, ਅਸੀਂ ਇੱਦਾਂ ਕਹਿ ਸਕਦੇ ਹਾਂ ਕਿ ਜ਼ੁਬਾਨੀ ਕਲਾਮੀ ਉਸ ਦੌਰ ਦੇ ਵਿੱਚ ਜਦੋਂ ਉੱਥੇ ਮੁਗਲਾਂ ਦਾ ਕੋਈ ਦਬਦਬਾ ਨਹੀਂ ਸੀ ਰਿਹਾ, ਜਿਹੜੇ ਹਾਲ ਵਾਹ ਰਹੇ ਸਨ ਉਹ ਇੱਕ ਤਰ੍ਹਾਂ ਨਾਲ ਮਾਲਕ ਬਣ ਗਏ। ਦਸਤਾਵੇਜ਼ੀ ਸਬੂਤ ਸਾਨੂੰ ਕੋਈ ਨਹੀਂ ਮਿਲਦਾ। ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਹੈ, ਜਿਸ ਕਿਸਮ ਦੀ ਉਹਨਾਂ ਦੀ ਪ੍ਰੈਕਟਿਸ ਰਹੀ, ਜਿਸ ਕਿਸਮ ਦੀ ਉਹਨਾਂ ਦੀ ਅਮਲ ਰਿਹਾ ਸਾਰੇ ਦੇ ਸਾਰੇ ਦੌਰ ਦੇ ਵਿੱਚ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੱਤਾ ਦੇ ਉੱਤੇ ਕਬਜ਼ਾ ਬਣਾਇਆ, ਜਿਸ ਵਿਸਤਾਰਵਾਦੀ ਤਰੀਕੇ ਦੇ ਨਾਲ ਉਹਨਾਂ ਨੇ ਨੇੜਲੇ ਲੋਕਾਂ ਦੇ ਉੱਤੇ ਹਮਲੇ ਕੀਤੇ ਤੇ ਅੰਗਰੇਜ਼ਾਂ ਨਾਲ ਸੰਧੀਆਂ ਕਰ ਲਈਆਂ ਕਿ ਅਸੀਂ ਤੁਹਾਡੇ ਏਰੀਏ 'ਚ ਦਖਲ ਨਹੀਂ ਦੇਵਾਂਗੇ, ਤੁਸੀਂ ਸਾਡੇ ਏਰੀਏ 'ਚ ਦਖਲ ਨਹੀਂ ਦੇਵਾਂਗੇ। ਜਿਸ ਤਰੀਕੇ ਨਾਲ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਤੋਂ ਵੱਧ ਔਰਤਾਂ ਰੱਖੀਆਂ ਨੇ, ਜਿਸ ਤਰ੍ਹਾਂ ਹਰਮ ਨੇ, ਜਿਸ ਤਰ੍ਹਾਂ ਮੋਰਾਂ ਦਾ ਕੇਸ ਹੈ, ਉਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ ਦੇ ਉੱਤੇ ਮੈਂ ਤਾਂ ਨਹੀਂ ਸਮਝਦਾ ਕਿ ਗੁਰੂ ਦੀ ਸਿੱਖੀ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸੱਚਾ ਸਿੱਖ ਵੀ ਕਿਹਾ ਜਾ ਸਕਦਾ। ਹਿਸਟੋਰੀਕਲੀ ਇਹਨਾਂ ਸਵਾਲਾਂ ਦਾ ਤੁਸੀਂ ਮੈਨੂੰ ਜ਼ਰੂਰ ਜਵਾਬ ਦੇਣ ਦਾ ਯਤਨ ਕਰਨਾ। ਇੱਕ ਮੈਂ ਸਿਰਫ ਵਿੱਚ ਹੋਰ ਜ਼ੋਰ ਦੇਣਾ ਚਾਹੁੰਦਾ, ਸਿਰਫ ਇੱਕ ਸਵਾਲ ਛੋਟਾ ਜਿਹਾ। ਜੇ ਅਸੀਂ ਹਿਸਟਰੀ ਦੇ ਆਧਾਰ ਦੇ ਉੱਤੇ 84 ਨੂੰ ਇੱਕ ਵੱਢ ਮਾਰਨ ਵਾਲੀ ਗੱਲ ਮੰਨ ਲੈਂਦੇ ਹਾਂ ਤਾਂ ਸਾਨੂੰ ਉਹ ਇਤਿਹਾਸ ਵੀ ਨਹੀਂ ਭੁਲਾਉਣਾ ਚਾਹੀਦਾ ਕਿ ਸੰਤ ਭਿੰਡਰਾਂ ਵਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਾਂਗਰਸ ਨਾਲ ਰਲ ਕੇ ਅਕਾਲੀ ਦਲ ਦੇ ਖਿਲਾਫ ਲੜੀ ਸੀ। ਉਹਦੇ 'ਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਹੋਈ ਸੀ। 1978 ਦੀਆਂ ਚੋਣਾਂ ਦੇ ਵਿੱਚ ਬੀਬੀ ਸੁਖਵੰਤ ਕੌਰ ਭਿੰਡਰ ਦੀ ਚੋਣ ਮੁਹਿੰਮ ਤੇ ਗੁਰਦਾਸਪੁਰ ਤੇ ਸੰਤ ਭਿੰਡਰਾਂ ਵਾਲੇ ਤੇ ਬੀਬੀ ਇੰਦਰਾ ਜੀ ਇੱਕੋ ਮੰਚ ਦੇ ਉੱਤੇ ਅਕਾਲੀਆਂ ਦੇ ਖਿਲਾਫ ਕਰ ਰਹੇ ਸਨ। ਜਵਾਬ ਦੇਣ ਦਾ ਰੋਮਾ ਹੋਟਲ ਦੀ ਸਰਦੀਪ ਜੀ, ਹਾਂਜੀ ਮੈਂ ਆਪਣੀ ਗੱਲ ਸਮਝ ਗਿਆ। ਬਿਲਕੁਲ, ਹੁਣ ਆਪਾਂ ਜਵਾਬ ਲੈ ਲਈਏ। ਗਿਆਨੀ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਇਹਨਾਂ ਗੱਲਾਂ ਨੂੰ ਅਸੀਂ ਕਿਉਂ ਡਿਨਾਈ ਕਰਦੇ ਹਾਂ? ਫਿਰ ਨਹੀਂ, ਬਿਲਕੁਲ ਨਹੀਂ। ਇਸ ਚੀਜ਼ ਦਾ ਜਵਾਬ ਸਾਡੇ ਮਹਿਮਾਨ ਦੇਣਗੇ। ਅਗਰ ਕੁਝ ਲੋੜ ਪਈ ਤਾਂ ਮੈਂ ਵੀ ਵਿੱਚ ਜ਼ਰੂਰ ਕਮੈਂਟ ਕਰਾਂਗਾ। ਹਾਂਜੀ ਪੰਨੂ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ? ਜਤਿੰਦਰ ਭਾਜੀ ਪਹਿਲਾਂ ਕੁਝ ਕਹਿਣਾ ਚਾਹ ਰਹੇ, ਫਿਰ ਮੈਂ ਆਉਣਾ ਸੰਤਾਂ ਦੇ ਉੱਤੇ ਵਾਪਸ ਜੀ। ਮੈਂ ਤੈਨੂੰ ਭਾਜੀ ਨੂੰ ਸਿੰਪਲ ਜਵਾਬ ਦੇਣਾ ਚਾਹੁੰਦਾ ਵੀ ਜਿਹੜੀ ਆਪਾਂ ਇਹ ਬਹਿਸ ਲੰਬੀ ਕਰ ਰਹੇ ਹਾਂ, ਆਪਾਂ ਸਿੰਪਲ ਜਵਾਬ ਇਹ ਪੁੱਛੀਏ, ਜੇ ਤੁਸੀਂ ਹੈਗੇ ਹੋ ਵਿਰੁੱਧ ਆਜ਼ਾਦੀ ਦੇ, ਤੁਸੀਂ ਕਹੋ ਵੀ ਮੈਂ ਵੋਟ ਪਾਊਂਗਾ ਨਾ, ਤੇ ਤੁਸੀਂ ਕਹੋ ਵੀ ਜਿਹੜੇ ਹੋਰ ਨੇ ਪੰਜਾਬੀ ਸਹਿਮਤ ਹੋ ਜਾਏ ਵੀ ਉਹਨਾਂ ਨੂੰ ਫਿਰ ਪੁੱਛਣਾ ਦਾ ਹੱਕ ਬਣਦਾ। ਆਪਾਂ ਰੈਫਰੈਂਡਮ ਕਰਾਈ ਲੈਂਦੇ ਹਾਂ ਪੰਜਾਬ 'ਚ, ਕੋਈ ਵੱਡੀ ਮਾੜੀ ਗੱਲ ਨਹੀਂ ਗੀ, ਕਿਉਂਕਿ ਜੇ ਤੁਸੀਂ ਸਹਿਮਤ ਹੋ ਵੀ ਇਹ ਚੀਜ਼ਾਂ ਨਹੀਂ ਆ, ਆਮ ਪੰਜਾਬੀ ਉੱਥੇ ਨਹੀਂ ਚਾਹੁੰਦਾ, ਫਿਰ ਇੱਕ ਵਾਰੀ ਪੁੱਛ ਹੀ ਲੈਂਦੇ ਆ, ਕੋਈ ਵੱਡੀ ਗੱਲ ਹੈ ਨਹੀਂ ਗੀ। ਸਾਰੇ ਜਿਹੜੀਆਂ ਆਪਾਂ ਵਿਚਾਰ ਨੇ ਅਸੀਂ ਇੱਕ ਪਾਸੇ ਹੋਵਾਂਗੇ, ਜੇ ਭਾਜੀ ਦੂਸਰੇ ਪਾਸੇ ਤੁਸੀਂ ਆਪਦੇ ਐਗਜ਼ਾਮਪਲ ਦੇਵਾਂਗੇ, ਅਸੀਂ ਆਪਦੇ ਦੇਵਾਂਗੇ, ਪਰ ਅਖੀਰ ਦੇ ਵਿੱਚ ਫਿਰ ਤੁਸੀਂ ਵੀ ਸਾਡੇ ਨਾਲ ਸਹਿਮਤ ਹੋ ਜਾਓ ਵੀ ਪੰਜਾਬ ਦੇ ਵਿੱਚ ਇੱਕ ਰੈਫਰੈਂਡਮ ਕਰਾਇਆ ਜਾਣਾ ਚਾਹੀਦਾ। ਤੇ ਜਿਹੜੀ ਇਹ ਪੁਰਾਣੀ ਸਮੇਂ ਦਾ ਇਹ ਸਵਾਲ ਆ ਰਿਹਾ ਵਾ, ਇਹ ਇੱਕ ਵਾਰੀ ਜਵਾਬ ਇਹਨੂੰ ਆਪਾਂ ਮਿਲਣਾ ਚਾਹੀਦਾ। ਤੇ ਬੰਦੂ ਭਾਜੀ ਤੁਸੀਂ ਦੇ ਦਿਓ ਜੀ। ਹੁਣ ਤੁਸੀਂ ਭਾਜੀ ਗੱਲ ਕੀਤੀ ਕਿ ਸੰਤਾਂ ਨੇ ਇਲੈਕਸ਼ਨ ਲੜੀ ਅਕਾਲੀ ਦਲ ਦੇ ਖਿਲਾਫ, ਤੇ ਤੁਹਾਨੂੰ ਮੈਂ ਵਾਪਸ ਲੈ ਕੇ ਜਾਣਾ 1980 ਦੇ ਵਿੱਚ ਭਾਈ ਅਮਰੀਕ ਸਿੰਘ ਨੇ ਬਿਆਸ ਤੋਂ ਲੜੀ ਸੀ ਤੇ ਦੂਸਰੇ ਪਾਸੇ ਸ਼ਾਇਦ ਜੀਵਨ ਸਿੰਘ ਉਮਰਾ ਨੰਗਲ ਸੀ। ਹੁਣ ਇਹ ਲਗਾਤਾਰ ਇਲਜ਼ਾਮ ਸੰਤਾਂ ਦੇ ਉੱਤੇ ਲੱਗਦਾ ਆ ਰਿਹਾ ਜੀ, ਕਾਂਗਰਸ ਨਾਲ ਰਲ ਕੇ ਲੜੀ ਸੀ। ਤੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜਾ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਭਾਰਤੀ ਜਨਤਾ ਪਾਰਟੀ ਤੇ RSS ਨਾਲ ਲੜ ਕੇ ਸਰਕਾਰਾਂ ਬਣਾ ਰਿਹਾ ਹੈ ਤੇ ਵੋਟਾਂ ਉਹਨਾਂ ਕੋਲੋਂ ਮੰਗ ਰਿਹਾ ਹੈ, ਤੇ ਦੂਸਰੇ ਪਾਸੇ ਕਾਂਗਰਸ ਦਾ ਉਮੀਦਵਾਰ ਖੜਾ ਹੁੰਦਾ ਹੈ ਤੇ ਉਹ ਵੋਟਾਂ ਉਹਨੂੰ ਮਿਲਦੀਆਂ। ਜੇ ਤੁਸੀਂ SGPC ਦੀ ਇਲੈਕਸ਼ਨ ਲੜਨੀ ਹੈ ਤੇ ਦੋ ਧਿਰਾਂ ਚੋਂ ਤੁਹਾਨੂੰ ਵੋਟਾਂ ਮਿਲਣੀਆਂ, ਤੁਸੀਂ ਉਹਨੂੰ ਕਾਂਗਰਸੀ ਨਹੀਂ ਕਹਿ ਸਕਦੇ। ਸਿੱਖ ਦੀ ਵੋਟ ਸੰਤਾਂ ਨੇ ਮੰਗੀ ਤੇ ਸਿੱਖ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੇ ਮੰਗੀ। ਟਿਕਟ ਜਿਹੜੀ ਆ ਉਹ ਸੰਤਾਂ ਦੀ ਟਿਕਟ ਸੀ, ਭਾਈ ਅਮਰੀਕ ਸਿੰਘ ਦੀ ਸੀ, ਕਿਸੇ ਕਾਂਗਰਸ ਦੀ ਟਿਕਟ ਨਹੀਂ ਸੀ। ਇਹ ਆਪਾਂ ਜਿਹੜੀ ਲਗਾਤਾਰ ਨਿੰਦਿਆ ਕਰਦੇ ਪਏ ਆ, ਇਹ ਭਾਰਤ ਦੀ ਸਰਕਾਰ ਹੈ,
ਇਹ ਉਸ ਵਕਤ ਦਾ ਪ੍ਰਕਾਸ਼ ਬਾਦਲ ਹੈ, ਇਹ ਉਸ ਵਕਤ ਦਾ ਸੁੱਚਾ ਛੋਟੇਪੁਰ ਹੈ, ਇਹ ਉਸ ਵਕਤ ਦਾ ਜੀਵਨ ਉਮਰਾ ਨੰਗਲ ਹੈ, ਇਹ ਉਸ ਵਕਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ ਜਿਨ੍ਹਾਂ ਨੇ ਆਪਣੀ ਸੱਤਾ ਜਮਾਉਣ ਵਾਸਤੇ, ਆਪਣੀਆਂ ਵੋਟਾਂ ਲੈਣ ਵਾਸਤੇ ਸੰਤਾਂ ਦੇ ਉੱਤੇ ਲਗਾਤਾਰ ਇਲਜ਼ਾਮ ਲਾਈ ਰੱਖਿਆ ਜੀ ਇਹ ਕਾਂਗਰਸ ਦੇ ਨਾਲ ਰਲੇ ਹੋਏ ਹੈ। ਸੋ ਆਪਾਂ ਫੈਕਟ ਤੇ ਗੱਲ ਕਰਨੀ ਹੈ ਹਮੇਸ਼ਾ, ਸਿਰਫ ਇਸ ਕਰਕੇ ਸਟੇਟਮੈਂਟ ਦੇ ਉੱਤੇ ਗੱਲ ਸਟੇਟਮੈਂਟ ਨਹੀਂ ਦਿੱਤੀ ਜਾਂਦੀ। ਫੈਕਟ ਇਹ ਹੈ ਕਿ ਸਿੱਖ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੰਗੀ ਤੇ ਸਿੱਖ ਦੀ ਵੋਟ ਸੰਤਾਂ ਨੇ ਮੰਗੀ, ਇਸ ਕਰਕੇ ਇਲਜ਼ਾਮ ਨਾ ਲਾਈਏ ਆਪਾਂ ਉਹਨਾਂ ਦੇ ਉੱਤੇ। ਕਿ ਨਾ ਸਾਡੇ ਨਾਲ ਕੋਈ ਟੈਲੀਫੋਨ ਲਾਈਨ ਤੇ ਜੁੜ ਗਿਆ ਆ। ਇੱਕ ਸੈਕਿੰਡ ਦਿਲਰਾਜ ਜੀ, ਕੋਈ ਟੈਲੀਫੋਨ ਲਾਈਨ ਤੇ ਜੁੜ ਗਿਆ ਆ, ਆਪਾਂ ਸਰੋਤਿਆਂ ਦੀ ਸਵਾਲ ਵੀ ਜ਼ਰੂਰ ਪੁੱਛ ਲਈਏ। ਨਾਲ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਵੀ ਸਵਾਲ ਕੀਤੇ ਗਏ ਸੀਗੇ, ਉਹਨਾਂ ਦੀ ਪਰਸਨਲ ਲਾਈਫ 'ਚ ਨਾ ਜਾਂਦੇ ਹੋਏ ਜਿਹੜੇ ਅਸੀਂ ਉਹਨਾਂ ਦੇ ਰਾਜ ਭਾਗ ਦੀ ਜਿਹੜੀ ਗੱਲ ਹੈਗੀ ਆ ਉਸ ਦੇ ਉੱਤੇ ਵਿੱਕੀ ਜੀ ਨੇ ਮੇਰਾ ਖਿਆਲ ਆ ਉਦਾਹਰਨ ਦਿੱਤੀ ਸੀਗੀ, ਨਾ ਕਿ ਪਰਸਨਲ ਲਾਈਫ ਦੇ। ਪਰਸਨਲ ਲਾਈਫ ਦੇ ਉੱਤੇ ਕਈ ਪ੍ਰੋਬਲਮਸ ਹੋ ਵੀ ਸਕਦੀਆਂ, ਨਹੀਂ ਵੀ ਹੋ ਸਕਦੀਆਂ, ਉਹ ਡਿਫਰੈਂਟ ਇਸ਼ੂ ਆ। ਪਰ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਹਿੰਦੁਸਤਾਨ ਨੇ ਕਿੰਨੇ ਸਾਲ ਗੁਲਾਮੀ ਸਹੀ ਤੇ ਪੰਜਾਬ ਨੇ ਕਿੰਨੇ ਸਾਲ ਗੁਲਾਮੀ ਸਹੀ, ਉਸ ਦੇ ਵਿੱਚੋਂ ਦੀ ਕਾਫੀ ਜਵਾਬ ਮਿਲਦੇ ਨੇ। ਜਿਹੜੇ ਸਰੋਤੇ ਆਪਣੇ ਫੋਨ ਤੇ ਜੁੜੇ ਆ ਉਹਨਾਂ ਦਾ ਸਵਾਲ ਜ਼ਰੂਰ ਲਵਾਂਗੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਗੱਲ ਕਰਨੀ ਸੀ ਮੈਂ ਵੀ ਥੋੜੀ ਜਿਹੀ। ਹਾਂਜੀ ਹਾਂਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ, ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਮਰੀਕਾ ਤੋਂ ਬੋਲਦਾ। ਹਾਂਜੀ ਜੀ, ਆਪ ਜੀ ਦਾ ਨਾਮ ਜੀ? ਮੈਂ ਹੁਣ ਸੁਣਿਆ ਸੀ ਨਾ ਵੀ ਜਿੱਦਾਂ ਮੈਂ ਇੱਕ ਰਾਮ ਸਿੰਘ ਬੋਲਦਾ ਨਾ, ਬਾਲਟੀਮੋਰ ਤੋਂ, ਅਮਰੀਕਾ ਤੋਂ। ਅੱਛਾ ਜੀ। ਅੱਛਾ ਜੀ। ਤੇ ਮੈਂ ਕਿਹਾ ਜਿੱਦਾਂ ਉਹ ਭਾਜੀ ਕਹਿੰਦੇ ਸੀ ਕਿ ਤੇ ਵੀ ਉਹ ਬੜਾ, ਮੈਂ ਕਿਹਾ ਹੁਣ ਦੇਖੋ ਹਿੰਦੂ ਸਿੱਖ ਜਾਂ ਮੁਸਲਮਾਨ ਵੀ ਇੰਡੀਆ 'ਚ ਕਿੰਨੇ ਰਹਿੰਦੇ, ਮੁਸਲਮਾਨ ਵੀ ਹਿੰਦੂ ਹੈ ਨਾ। ਤੇ ਉਹਦਾ ਮਤਲਬ ਇਹ ਹੁਣ ਜਿੱਦਾਂ ਹੁਣ ਆਪਾਂ ਬੱਸ 'ਚ ਜਾਂਦੇ ਹਾਂ, ਬੱਸ 'ਚੋਂ ਕੱਢ ਕੇ ਹਿੰਦੂਆਂ ਨੂੰ ਅਲੱਗ ਕਰ ਦਿੰਦੇ, ਮੁਸਲਮਾਨਾਂ ਨੂੰ ਅਲੱਗ ਕਰ ਦਿੰਦੇ, ਸਿੱਖਾਂ ਨੂੰ ਅਲੱਗ ਕਰ ਦਿੰਦੇ। ਉਹ ਹੁਣ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ, ਬੇਕਸੂਰ ਹੀ ਮਰਦੇ। ਮੈਂ ਤੁਹਾਡਾ ਭਾਵ ਸਮਝਿਆ ਨਹੀਂ, ਥੋੜਾ ਇਹਨੂੰ ਚੰਗੀ ਤਰ੍ਹਾਂ ਸਮਝਾਓਗੇ, ਕੀ ਕਹਿਣਾ ਚਾਹ ਰਹੇ ਹੋ ਆਪ ਜੀ? ਆਪਾਂ ਜੀ ਕਹਿੰਦੇ ਨਾ ਵੀ ਸਿੱਖਾਂ ਨੂੰ ਕੱਢ ਕੇ ਮਾਰੀ ਜਾਂਦੇ ਆ, ਹੁਣ ਹਿੰਦੂਆਂ ਨੂੰ ਮਾਰੀ ਜਾਂਦੇ, ਮੁਸਲਮਾਨਾਂ ਨੂੰ ਮਾਰੀ ਜਾਂਦੇ ਆ। ਆਈ ਥਿੰਕ ਭਾਜੀ ਕਹਿਣਾ ਚਾਹੁੰਦਾ ਵਾ ਵੀ ਆਪਾਂ ਬੱਸੇ ਜਾਂਦੇ, ਬੱਸ 'ਚ ਜਾਂਦੇ, ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿੰਨੇ ਕਾਂਡ ਹੋਏ, ਕਿੰਨੇ ਮਰੇ ਲੋਕੀ, ਹਿੰਦੂ ਮਰੇ, ਮੁਸਲਮਾਨ ਮਾਰਦੀ। ਤੇ ਉਹ ਵਿੱਚ ਪਤਾ ਕੀ ਹੁਣ ਪੋਲਿਟਿਕਸ ਤਾਂ ਕੁਝ ਵੀ ਨਹੀਂ ਕਰ ਸਕਦਾ ਬੰਦਾ। ਬਿਲਕੁਲ ਬਿਲਕੁਲ ਜੀ। ਹਾਂਜੀ ਮੈਂ ਹਾਂਜੀ ਅਸੀਂ ਗੱਲ ਕਰ ਰਹੇ ਸੀਗੇ, ਮੈਨੂੰ ਵੈਸੇ ਸਮਝ ਨਹੀਂ ਆਇਆ, ਪਰ ਉਹਨਾਂ ਦੀ ਗੱਲ ਸ਼ਾਇਦ ਐ ਸੀਗੀ ਕਿ ਹਿੰਦੁਸਤਾਨ ਦੇ ਵਿੱਚ ਹਰ ਮਿਨੋਰਿਟੀ ਦੇ ਨਾਲ ਹੀ ਧੱਕਾ ਹੋ ਰਿਹਾ ਹੈਗਾ, ਭਾਵੇਂ ਉਹ ਸਿੱਖ ਹੋਣ ਭਾਵੇਂ ਉਹ ਮੁਸਲਮਾਨ ਹੋਣ। ਸਵਦੀਪ ਜੀ ਤੁਸੀਂ ਕੀ ਸਵਾਲ ਕਰ ਰਹੇ ਸੀਗੇ? ਸੰਦੀਪ ਜੀ, ਮਿਨੋਰਿਟੀ ਤੁਸੀਂ ਆਪਣੇ ਕੋਲੋਂ ਲਾ ਲੈਂਦੇ ਹੋ, ਉਹਨਾਂ ਨੇ ਇਹ ਕੁਝ ਵੀ ਨਹੀਂ ਕਿਹਾ, ਉਹਨਾਂ ਨੇ ਹਿੰਦੂਆਂ ਦਾ ਵੀ ਨਾਮ ਲਿਆ ਸੀ। ਤੇ ਹਿੰਦੂ ਮੇਰੇ ਖਿਆਲ ਨਾਲ ਹਿੰਦੁਸਤਾਨ ਵਿੱਚ ਜਾਂ ਭਾਰਤ ਵਿੱਚ ਮਿਨੋਰਿਟੀ ਨਹੀਂ ਹੈਗੇ। ਚਲੋ ਆਪਾਂ ਉਹ ਸਾਈਡ ਤੇ ਰੱਖੀਏ। ਨਹੀਂ, ਉਹਨਾਂ ਦੀ ਗੱਲ ਜਦੋਂ ਸਮਝ ਨਹੀਂ ਆਈ, ਜੋ ਮੈਨੂੰ ਸਮਝ ਆਈ ਮੈਂ ਉਹ ਅਰਥ ਰੱਖਤੇ, ਤੁਹਾਨੂੰ ਜੋ ਸਮਝ ਆਉਂਦੀ ਤੁਸੀਂ ਉਹ ਰੱਖ ਦਿਓ। ਓਕੇ, ਪਹਿਲਾਂ ਸਾਹਿਬ ਇੱਕ ਛੋਟਾ ਜਿਹਾ ਕੁਐਸਚਨ ਹੈਗਾ ਮੇਰਾ। ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਆ ਜੀ, ਆਪਾਂ ਇੱਕ ਚੀਜ਼ ਦੇਖੀਏ, ਖਾਲਿਸਤਾਨ ਦੇ ਵਿੱਚ ਜੇ ਰੈਫਰੈਂਡਮ ਹੁੰਦਾ ਵੀ ਹੈਗਾ, ਵੋਟਾਂ ਪੈਂਦੀਆਂ ਵੀ ਹੈਗੀਆਂ, ਤੇ ਪੰਜਾਬ ਦੇ ਲੋਕ ਵੋਟਾਂ ਪਾਉਣਗੇ, ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ, ਜਿੱਦਾਂ ਤੁਸੀਂ ਪਹਿਲੇ ਵੀ ਕਿਹਾ, ਚਾਹੇ ਮੁਸਲਮਾਨ ਹੈ। ਬਿਲਕੁਲ ਜੀ। ਅੱਜ ਤੱਕ ਜਿਹੜੀ ਪਾਰਟੀ ਨੇ ਵੀ ਖਾਲਿਸਤਾਨ ਨੂੰ ਸਪੋਰਟ ਕੀਤੀ ਹੈ, ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਹੋਰ ਜਿਹੜੀਆਂ ਪਾਰਟੀਆਂ ਦੀ ਗੱਲ ਕਰੀਏ, ਗਰਮ ਖਿਆਲੀ ਪਾਰਟੀਆਂ, ਚਾਹੇ ਮੈਂ ਗਰਮ ਖਿਆਲੀ ਕਹਾਂਗਾ ਤੇ ਤੁਸੀਂ ਸ਼ਾਇਦ ਥੋੜਾ ਜਿਹਾ ਲੋਕਤੰਤਰਕ ਪਾਰਟੀਆਂ, ਹਾਂ ਚਲੋ ਆਪਾਂ ਲੋਕਤੰਤਰ ਪਾਰਟੀਆਂ ਕਹਿ ਰਹੀ ਹੈ। ਆਪਾਂ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ, ਇੱਕ ਅੱਧੀ ਵਾਰ ਸ਼ੁਰੂਆਤ ਛੱਡ ਕੇ ਉਸ ਤੋਂ ਬਾਅਦ ਕਦੀ ਵੀ ਭਰਵਾ ਹੁੰਗਾਰਾ ਨਹੀਂ ਮਿਲਿਆ ਪੂਰੇ ਪੰਜਾਬ ਵਿੱਚ। ਮੇਰੇ ਖਿਆਲ ਨਾਲ ਜ਼ਿਆਦਾਤਰ ਕਰਕੇ ਜ਼ਮਾਨਤ ਵੀ ਦਿੱਕਤ ਹੁੰਦੀ ਹੈ ਇਹਨਾਂ ਦੇ ਕੈਂਡੀਡੇਟ ਨੂੰ। ਆਪਾਂ ਨੂੰ ਲੱਗਦਾ ਕਿ ਪੰਜਾਬ ਦੇ ਵੋਟ ਪਾਣਗੇ। ਉਹਦੇ ਮੈਂ ਕਾਰਨ ਦੱਸਦਾ ਭਾਜੀ। ਉਹਦੇ ਕਾਰਨ ਇਹ ਹੈ ਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ 1999 ਦੇ ਵਿੱਚ ਚੋਣਾਂ ਹੋਈਆਂ ਤੇ ਚੋਣਾਂ ਇਸੇ ਕਰਕੇ ਹੋਈਆਂ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਆਜ਼ਾਦੀ ਦੀ ਲਹਿਰ ਫੈਲੀ ਹੋਈ ਸੀ। ਔਰ ਉਹਨਾਂ ਚੋਣਾਂ ਦੇ ਵਿੱਚ ਜੇ 13 ਮੈਂਬਰ ਪਾਰਲੀਮੈਂਟ ਸੀ, ਕਿਉਂਕਿ ਅਸੀਂ ਛੋਟੇ ਸੀ ਬੜੇ, ਪਰ ਮੈਨੂੰ ਜਿੰਨਾ ਕੁ ਯਾਦ ਹੈ 11 ਮੈਂਬਰ ਪਾਰਲੀਮੈਂਟ ਇਹਨਾਂ ਦੀ ਸਪੋਰਟ ਦੇ ਨਾਲ ਬਣੇ ਸੀ ਉਦੋਂ। ਉਸ ਤੋਂ ਬਾਅਦ 1991 ਦੇ ਵਿੱਚ ਅਸੈਂਬਲੀ ਦੀਆਂ ਚੋਣਾਂ ਜਿਹੜੀਆਂ ਉਹ ਇਹਨਾਂ ਨੇ ਕਹੀਆਂ ਵੀ ਕੀਤੀਆਂ ਜਾਣਗੀਆਂ, ਔਰ ਭਾਰਤ ਦੀ ਸਰਕਾਰ ਨੂੰ ਲੱਗਿਆ ਕਿ ਇਹ ਸਾਰੀਆਂ ਚੋਣਾਂ ਉਹਨਾਂ ਨੇ ਜਿੱਤ ਲੈਣੀਆਂ ਜਿਹੜੇ ਕਿ ਆਜ਼ਾਦੀ ਦੇ ਹੱਕ ਦੇ ਵਿੱਚ ਹੈ
ਤੇ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਨੇਤਾ ਆ ਜਾਣ ਜਾਂ ਉਦੋਂ ਦੂਸਰੇ ਉਹ ਨੇਤਾ ਸਾਹਮਣੇ ਆ ਜਾਣ ਸਿੱਖ ਲੀਡਰ ਜਿਹੜੇ ਕਿ ਆਜ਼ਾਦੀ ਦੇ ਉੱਤੇ ਮੋਹਰ ਲਾ ਦੇਣਗੇ ਤੇ ਉਹਨਾਂ ਨੇ ਧੜਾ ਧੜ ਜਿਹੜੀ ਹੈ ਸਿੱਖਾਂ ਦੀ ਕਤਲੋਗਾਰਤ ਉਹਨਾਂ ਮੈਂਬਰ ਲੈਜਿਸਲੇਟਿਵ ਅਸੈਂਬਲੀਆਂ ਦੀ ਜਿਹੜੇ ਖੜੇ ਸੀ ਕਰਵਾਈ ਤੇ ਚੋਣਾਂ ਰੱਦ ਕਰ ਦਿੱਤੀਆਂ। ਉਸ ਤੋਂ ਬਾਅਦ ਚੋਣਾਂ ਜਦੋਂ ਇਹਨਾਂ ਪਾਰਟੀਆਂ ਨੇ ਬੰਦ ਕਰ ਦਿੱਤੀਆਂ, ਬਾਇਕਾਟ ਕਰ ਦਿੱਤੀਆਂ, ਫਿਰ ਆਈ ਬੇਅੰਤ ਦੀ ਸਰਕਾਰ ਤੇ ਬੇਅੰਤ ਦੀ ਸਰਕਾਰ ਦਾ ਇਤਿਹਾਸ ਫੈਕਟ ਦੇ ਉੱਤੇ ਮੈਂ ਤੁਹਾਨੂੰ ਦੱਸਣਾ ਹੈ ਕਿ 1 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਤਸ਼ੱਦਦ ਕਰਕੇ KPS ਗਿੱਲ, ਬੇਅੰਤਾ, ਮਨਮੋਹਨ ਸਿੰਘ ਉਦੋਂ ਫਾਈਨੈਂਸ ਮਿਨਿਸਟਰ ਸੀ, ਮੌਂਟੇਕ ਆਹਲੂਵਾਲੀਆ ਉਦੋਂ ਫਾਈਨੈਂਸ ਦਾ ਸੈਕਟਰੀ ਸੀ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ। 11,000 ਕਰੋੜ ਰੁਪਈਆ ਸਿੱਖਾਂ ਨੂੰ ਮਾਰਨ ਦਾ ਜਿਹੜਾ ਹੈ ਉਹ ਫੰਡ ਦਿੱਤਾ ਗਿਆ। ਇਤਿਹਾਸ ਅੱਗੇ ਦੱਸਦਾ ਵੀ 91 ਤੋਂ ਲੈ ਕੇ 98 ਤੱਕ ਖੁੱਲੇ ਆਮ ਹਿਊਮਨ ਰਾਈਟਸ ਦੀ ਵਾਚ ਦੀ ਤੁਸੀਂ ਰਿਪੋਰਟ ਪੜ੍ਹ ਲਓ, ਕਿਲਿੰਗ ਫੀਲਡਸ ਕਹਿੰਦੇ ਉਹਨੂੰ। ਉਹ ਜੇ ਪੰਜਾਬ ਦੇ ਵਿੱਚ ਤਸ਼ੱਦਦ ਕਰਕੇ ਸ਼ਹਾਦਤਾਂ ਨਹੀਂ ਹੋਈਆਂ ਜਾਂ ਲੱਖ, ਅੱਜ ਦੇਖ ਲਓ ਕਿ 20 ਸਾਲਾਂ ਬਾਅਦ ਵੀ ਯੂਨਾਈਟਿਡ ਸਟੇਟ ਦਾ ਸਿਰਫ ਰਿਲੀਜੀਅਸ ਫਰੀडम ਦਾ ਇੱਕ ਕਮਿਸ਼ਨ ਕਹਿੰਦਾ ਵੀ ਅਸੀਂ ਜਾ ਕੇ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਨੂੰ ਧਰਮ ਦੀ ਆਜ਼ਾਦੀ ਹੈ, ਇਹਨਾਂ ਨੇ ਉਹ ਨਹੀਂ ਆਉਣ ਦਿੱਤਾ। ਕੋਈ ਹਿਊਮਨ ਰਾਈਟਸ ਵਾਚ, ਕੋਈ ਐਮਨੈਸਟੀ ਇੰਟਰਨੈਸ਼ਨਲ, ਕਦੀ ਇਹਨਾਂ ਨੇ ਕੋਈ ਮਨੁੱਖੀ ਅਧਿਕਾਰਾਂ ਦਾ ਸੰਗਠਨ ਪੰਜਾਬ 'ਚ ਨਹੀਂ ਜਾਣ ਦਿੱਤਾ। ਕਹਿਣ ਦਾ ਮੇਰਾ ਮਤਲਬ ਹੈ ਵੀ ਜਿੱਥੇ ਇੱਕ ਜਨਰੇਸ਼ਨ ਪੂਰੀ ਮੁਕਾ ਦਿੱਤੀ ਜਾਵੇ ਤੇ ਉਹਨਾਂ ਦੀਆਂ ਮਾਵਾਂ ਧੀਆਂ ਭੈਣਾਂ ਇਸ ਕਰਕੇ ਛੱਡ ਦਿੱਤੀਆਂ ਜਾਣ ਵੀ ਆਉਣ ਵਾਲੇ ਆਪਣੇ ਬੱਚਿਆਂ ਨੂੰ ਦੱਸਿਓ ਵੀ ਆਜ਼ਾਦੀ ਦੀ ਗੱਲ ਨਾ ਕਰਿਓ, ਨਹੀਂ ਤੇ ਤੁਹਾਡੇ ਪਿਓ ਵਾਂਗੂ, ਤੁਹਾਡੇ ਭਰਾ ਵਾਂਗੂ ਤੁਹਾਨੂੰ ਵੀ ਤਸ਼ੱਦਦ ਕਰਕੇ ਮਾਰ ਦਿੱਤਾ ਜਾਏਗਾ ਤੇ ਸਾਡੀ ਥਾਣਿਆਂ 'ਚ ਪੱਤ ਰੋਲੀ ਜਾਏਗੀ ਤੇ ਉੱਥੇ ਵੋਟ ਨਹੀਂ ਰਾਈਟ ਨਾ ਉਹ ਕਿਸੇ ਨੇ ਲੋਕਤੰਤਰਕ ਪਾਰਟੀ ਤੇ ਪਾਣੀ। ਪਰ ਅਸੀਂ ਕੌਮ ਦੇ ਨਾਂ ਦੇ ਉੱਤੇ ਇੱਕ ਛੋਟਾ ਜਿਹਾ ਸਵਾਲ ਸਾਰਿਆਂ ਨੂੰ ਤੇ ਇੰਡੀਆ ਨੂੰ ਕਰਦੇ ਹਾਂ, ਜੇ ਉਹਨਾਂ ਨੂੰ ਲੱਗਦਾ ਹੈ ਕਿ ਖਾਲਿਸਤਾਨ ਦੇ ਹੱਕ 'ਚ ਵੋਟ ਨਹੀਂ ਪੈਣੀ ਤੇ ਫਿਰ ਅਸੀਂ ਤੇ ਵੋਟਾਂ ਦੀ ਹੀ ਮੰਗ ਕਰਦੇ ਪਏ ਹਾਂ, ਪਵਾ ਕੇ ਇਹ ਰੇੜਕਾ ਰੋਜ਼ ਦਾ ਨਿਬੇੜ ਦੋ ਇੱਕ ਪਾਸੇ, ਤਾਂ ਕਿ ਨਾ ਕੋਈ ਮੰਗੂਗਾ ਤੇ ਨਾ ਇਹ ਦੁਬਾਰਾ ਗੱਲ ਚੱਲੂਗੀ। ਫਿਰ ਇਹਦੇ ਉੱਤੇ ਇੰਨੀ ਇੰਟਰਨੈਸ਼ਨਲ ਪੱਧਰ ਤੇ ਔਰ ਛੋਟੀ ਜਿਹੀ ਮੈਂ ਐਡ ਕਰਨੀ ਗੱਲ, 6 ਫਾਰ ਜਸਟਿਸ ਦਾ ਫੇਸਬੁੱਕ ਪੇਜ ਕਿਹੜਾ ਟੈਰਰਿਜ਼ਮ ਫੈਲਾਉਂਦਾ ਜਾਂ ਕਿਹੜਾ ਅੱਗ ਲਾਉਂਦਾ ਇੰਡੀਆ ਦੇ ਵਿੱਚ? ਜੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਦਬਾਅ ਪਾ ਕੇ ਇੰਟਰਨੈਸ਼ਨਲ ਤੇ ਸਾਡਾ ਫੇਸਬੁੱਕ ਦਾ ਪੇਜ ਭਾਰਤ 'ਚ ਬੰਦ ਕਰ ਦਿੱਤਾ ਤੇ ਤੁਹਾਨੂੰ ਇਹ ਗੱਲ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਾਸੀ ਜਿਹੜੇ ਆ ਉਹ ਆਜ਼ਾਦੀ ਚਾਹੁੰਦੇ ਆ, ਇੱਕ ਵਾਰ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਔਰ ਵੋਟਾਂ ਪੈਣੀਆਂ ਜ਼ਰੂਰੀ ਹੈ ਇਸ ਗੱਲ ਦੇ ਉੱਤੇ। ਧੰਨਵਾਦ ਜੀ। ਹਾਂਜੀ ਦਿਲਰਾਜ ਜੀ, ਤੁਹਾਡਾ ਕੋਈ ਹੋਰ ਕੁਐਸਚਨ? ਕੁਐਸਚਨ ਤਾਂ ਬੜੇ ਆ ਸੰਦੀਪ ਜੀ, ਇੱਕ ਵਾਰ ਅੱਗੇ ਅੱਗੇ ਚੱਲੀ ਜਾਏਗਾ ਤੇ ਬਿਲਕੁਲ ਕੁਐਸਚਨ ਆਈ ਜਾਣਗੇ। ਬਿਲਕੁਲ ਜੀ। ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਦੇਖੋ ਅਸੀਂ ਨਾ ਆਪਣੇ ਆਪ ਹੀ ਇੱਕ ਕਲਪਨਾ ਕਰ ਲਈ ਕਿ ਪੰਜਾਬ ਦੇ ਲੋਕ ਆਜ਼ਾਦੀ ਚਾਹੁੰਦੇ ਆ। ਪੰਜਾਬ ਦੇ ਲੋਕ, ਮੈਂ ਨਹੀਂ ਕਹਿੰਦਾ ਕਿ ਬਾਦਲ ਬੜੇ ਚੰਗੇ ਨੇ, ਪਰ ਪੰਜਾਬ ਦੇ ਲੋਕ ਤਾਂ ਵਾਰ-ਵਾਰ ਬਾਦਲਾਂ ਨੂੰ ਚੁਣਦੇ ਨੇ, ਵਾਰ-ਵਾਰ ਕਾਂਗਰਸ ਨੂੰ ਚੁਣਦੇ ਨੇ। ਇਹ ਤਾਂ ਇੱਕ ਪਿਛਲੀ ਲੋਕ ਸਭਾ ਦੀ ਚੋਣ ਨੇ ਜੇ ਛੱਡ ਲਈ ਤੇ ਪੰਜਾਬ ਦੇ ਲੋਕਾਂ ਨੇ ਤਾਂ ਇਹਨਾਂ ਦੋਨਾਂ ਤੋਂ ਬਾਹਰ ਜਾ ਕੇ ਕਦੇ ਕਿਸੇ ਨੂੰ ਵੋਟਿੰਗ ਦੇ ਵਿੱਚ ਪਸੰਦ ਹੀ ਨਹੀਂ ਕੀਤਾ। ਜੇ ਕਿਸੇ ਦੌਰ ਦੇ ਵਿੱਚ ਮਾਨ ਸਾਹਿਬ ਨੂੰ ਪਸੰਦ ਕੀਤਾ ਵੀ ਗਿਆ ਸੀ ਤਾਂ ਮਾਨ ਸਾਹਿਬ ਨੇ ਜਿਹੜਾ ਤਲਵਾਰ ਵਾਲਾ ਇਸ਼ੂ ਬਣਾ ਕੇ ਪਾਰਲੀਮੈਂਟ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੂੰ ਉਸ ਇਸ਼ੂ ਕਰਕੇ ਵੀ ਲੋਕੀ ਪਸੰਦ ਨਹੀਂ ਕਰਦੇ। ਹਾਲਾਂਕਿ ਹਰ ਸਿੱਖ ਮੰਨਦਾ ਵਾ ਕਿ ਸਿੱਖ ਦਾ ਗਾਤਰਾਧਾਰੀ ਹੋਣਾ ਤੇ ਛੋਟੀ ਕਿਰਪਾਨ ਲੈ ਕੇ ਕਿਤੇ ਵੀ ਜਾਣਾ ਗੈਰ ਕਾਨੂੰਨੀ ਨਹੀਂ ਹੈ, ਪਰ 3.5 ਫੁੱਟੀ ਜਾਂ 3 ਫੁੱਟੀ ਕਿਰਪਾਨ ਦੀ ਜਿੱਦ ਕਰਨ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਨੇ ਪੰਜਾਬ ਰੱਦ ਕਰ ਚੁੱਕਾ ਬਹੁਤ ਬੁਰੀ ਤਰ੍ਹਾਂ। ਹਾਂਜੀ ਗਰੇਵਾਲ ਸਾਹਿਬ, ਤੁਸੀਂ ਕਿਉਂ ਨਹੀਂ ਮੰਨਣਾ ਚਾਹੁੰਦੇ? ਗਰੇਵਾਲ ਸਾਹਿਬ ਤੁਸੀਂ ਜਵਾਬ ਦੇਣਾ ਚਾਹੁੰਦੇ ਸੀ, ਪਰ ਮੈਨੂੰ ਨਹੀਂ ਪਤਾ ਕਿ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਕਿਰਪਾਨ ਦਾ ਸਾਈਜ਼ ਕਿੱਥੇ ਡਿਫਾਈਨ ਕੀਤਾ ਸੀਗਾ। ਮੈਂ ਐਡ ਕਰਨਾ ਇੱਕ ਚੀਜ਼ ਵੀ ਜਦੋਂ ਇੰਡੀਆ ਬ੍ਰਿਟਿਸ਼ ਦਾ ਗੁਲਾਮ ਸੀ 1935 ਦੇ ਵਿੱਚ ਉੱਥੇ ਚੋਣਾਂ ਹੋਈਆਂ ਸੀਗੀਆਂ ਤੇ ਜਦੋਂ ਉਹ ਚੋਣਾਂ ਹੋਈਆਂ ਸੀ ਉਦੋਂ ਬ੍ਰਿਟਿਸ਼ ਨੇ ਕੋਸ਼ਿਸ਼ ਕੀਤੀ ਸੀ ਕਹਿਣ ਨੂੰ ਇੰਡੀਆ ਨੂੰ ਵੀ ਦੇਖੋ ਤੁਹਾਡੀ ਰੈਪਰੈਜ਼ੈਂਟੇਟਿਵ ਗਵਰਨਮੈਂਟਾਂ ਬਣੀਆਂ ਵੀ ਤੁਸੀਂ ਹੁਣ ਆਜ਼ਾਦ ਹੋ ਵੀ ਤੁਸੀਂ ਸਾਡੇ ਨਾਲ ਰਹੋ। ਉਸ ਵੇਲੇ ਇੰਡੀਆ ਨੇ ਕਿਹਾ ਵੀ ਇਹ ਚੀਜ਼ ਝੂਠ ਆ, ਇਹ ਰੈਪਰੈਜ਼ੈਂਟੇਟਿਵ ਸਾਨੂੰ ਗਵਰਨਮੈਂਟ ਕਦੇ ਨਹੀਂ ਮਿਲਣੀ ਜਦ ਤੱਕ ਤੁਸੀਂ ਨਕਲਦੇ ਨਹੀਂ ਗਏ। ਹੁਣ ਜਦੋਂ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਚੋਣਾਂ ਹੋ ਸਕਦੀਆਂ ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਤੇ ਤੁਸੀਂ ਖਾਲਿਸਤਾਨ ਵਾਸਤੇ ਵੋਟ ਪਾ ਸਕਦੇ ਹੋ, ਇਹ ਪੂਰਾ ਝੂਠ ਆ। ਜਿਸ ਵੇਲੇ ਲੱਗਦਾ ਵਾ ਵੀ ਖਾਲਿਸਤਾਨ ਦੀ ਗੱਲ ਮੂਹਰੇ ਆ ਰਹੀ ਆ ਉਸ ਵੇਲੇ ਇਹ ਸਿਸਟਮ ਨੂੰ ਲੋਕਾਂ ਨਾਲ ਅਰੈਸਟ ਕਰਨ ਲੱਗ ਜਾਂਦੇ ਨੇ, ਸੈਡੀਸ਼ਨ ਚਾਰਜ ਲਾਏ ਜਾਂਦੇ ਨੇ, ਸਿਸਟਮ ਨੂੰ ਸਾਰਾ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਨਹੀਂ ਲੱਗਦਾ ਵੀ ਖਾਲਿਸਤਾਨ ਦੀ ਗੱਲ ਜਾ ਰਹੀ ਆ ਜਾਂ ਲੋਕੀ ਡਰ ਕੇ ਜਾਂ ਫਾਇਦਾ ਲੈ ਕੇ ਬਾਦਲ ਜਾਂ ਕਾਂਗਰਸ ਨੂੰ ਵੋਟ ਪਾ ਰਹੇ ਨੇ, ਉਦੋਂ ਇਹ ਖੁੱਲੀ ਛੁੱਟੀ ਕਰਦੇ ਆ। ਹੁਣ ਮੈਂ ਕੈਨੇਡਾ 'ਚ ਜਦੋਂ ਵੋਟਾਂ ਪੈਂਦੀਆਂ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਹਾਂ ਜਾਂ ਨਾ। ਪੰਜਾਬ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਉਦੋਂ ਦਿੰਦੇ ਨੇ ਸ਼ਰਾਬ। ਇਹ ਰਿਸਪੌਂਸਿਬਿਲਿਟੀ ਬਣਦੀ ਹੈ ਪੁਲਿਸ ਦੀ, ਜਿਹੜੇ ਇਹਨਾਂ ਦੇ ਇੰਟੈਲੀਜੈਂਸ IB ਤੇ ਰਾਹ ਦੀ ਇਹ ਚੀਜ਼ਾਂ ਰੋਕਣ ਨੂੰ, ਕਿਉਂਕਿ ਤੁਸੀਂ ਲੋਕਾਂ ਦੀ ਆਸ ਗੇਜ ਕਰ ਰਹੇ ਹੋ, ਨਾਟ ਕਿਹਨੂੰ ਤੁਸੀਂ ਫਾਇਦਾ ਦੇ ਸਕਦੇ ਹੋ।
ਪੰਜਾਬ ਦੇ ਵਿੱਚ ਜਿਵੇਂ ਲੋਕੀ ਸਰਵਾਈਵ ਕਰਦੇ ਨੇ ਉਹਨਾਂ ਨੂੰ ਸਰਵਾਈਵ ਅਸੀਂ ਕਰਨ ਦਿੰਦੇ ਆ ਕਿਉਂਕਿ ਉਹਨਾਂ ਕੋਲੇ ਕੋਈ ਰੀਅਲ ਆਪਸ਼ਨ ਨਹੀਂ। ਜੇ ਪੰਜਾਬ ਦੇ ਯੂਥ ਮੂਹਰੇ ਕਦੀ ਆਪਸ਼ਨ ਆਇਆ ਵੀ ਤੁਸੀਂ ਇਹ ਇੰਡੀਅਨ ਸਿਸਟਮ 'ਚ ਰਹਿਣਾ ਚਾਹੁੰਦੇ ਹੋ ਜਾਂ ਆਪਦਾ ਓਨ ਘਰ ਪਾਉਣਾ ਚਾਹੁੰਦੇ ਹੋ, ਉਹ ਨਾਈਟ ਐਂਡ ਡੇ ਡਿਫਰੈਂਸ ਆ। ਜੇ ਪੰਜਾਬ ਦੇ ਵਿੱਚ ਆਉਂਦੀ ਹੈ ਵੀ ਤੁਸੀਂ ਜੁੱਤੀ ਖਾਣਾ ਚਾਹੁੰਦੇ ਹੋ ਬਾਦਲ ਤੋਂ ਜਾਂ ਚਪੇੜਾ ਖਾਣਾ ਚਾਹੁੰਦੇ ਹੋ ਕਾਂਗਰਸ 'ਚੋਂ ਜਾਂ ਤੁਸੀਂ ਕੋਈ ਹੋਰ ਪਾਰਟੀ 'ਚੋਂ ਕੁਛ ਲੈਣਾ ਚਾਹੁੰਦੇ ਹੋ, ਉਹ ਕੋਈ ਆਪਸ਼ਨ ਨਹੀਂ ਹੈ, ਇਹ ਫਾਲਸ ਆਪਸ਼ਨ ਹੈ। ਈਵਨ ਇੰਡੀਅਨਸ ਨੇ 1935 ਦੇ ਵਿੱਚ ਇਹ ਰੈਕਗਨਾਈਜ਼ ਗੱਲ ਕੀਤੀ ਸੀ ਤੇ ਅਸੀਂ ਹੁਣ ਰੈਕਗਨਾਈਜ਼ ਕਰਦੇ ਹਾਂ। ਇਹ ਫਾਲਸ ਆਪਸ਼ਨ ਨੂੰ ਅਸੀਂ ਨਹੀਂ ਪਿਕ ਕਰਨਾ ਚਾਹੁੰਦੇ, ਅਸੀਂ ਅਸਲੀ ਸਵਾਲ ਪੁੱਛਣਾ ਚਾਹੁੰਦੇ ਹਾਂ। ਤੇ ਜੇ ਅਗੇਨ ਇੰਡੀਆ ਕਾਨਫੀਡੈਂਸ ਆ, ਜੇ ਤੁਸੀਂ ਕਾਨਫੀਡੈਂਟ ਹੋ ਤੁਸੀਂ ਸਾਰੇ ਰਲ ਕੇ ਕਹੋ ਵੀ ਆਪਾਂ ਇੱਕ ਵਾਰੀ ਰੈਫਰੈਂਡਮ ਕਰਾਈਏ ਇੱਥੇ। ਜੇ ਡਰ ਵਾ ਕੋਈ ਗੱਲ ਦਾ ਫਿਰ ਤਾਂ ਅਸੀਂ ਅੰਡਰਸਟੈਂਡ ਕਰਦੇ ਹਾਂ, ਪਰ ਇੱਕ ਵਾਰੀ ਪੁੱਛਣਾ ਕੋਈ ਮਾੜੀ ਗੱਲ ਨਹੀਂ। ਇਹ ਸਾਰਿਆਂ ਦਾ ਹੱਕ ਆ, ਪੰਜਾਬ ਦੀ ਧਰਤੀ ਪੰਜਾਬੀਆਂ ਦੀ ਆ, ਨਾਟ ਇੰਡੀਆ ਦੀ। ਕੋਈ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ ਆ, ਅਸੀਂ ਉਹ 1 ਸੈਕਿੰਡ ਰਾਜ ਜੀ ਕੋਈ ਫੋਨ ਲਾਈਨ ਤੇ ਜੁੜੇ, ਉਸ ਤੋਂ ਬਾਅਦ ਮੈਂ ਆਪ ਜੀ ਦਾ ਸਵਾਲ ਜ਼ਰੂਰ ਲਵਾਂਗਾ। ਜਿਹੜੇ ਸਰੋਤੇ ਜੁੜੇ ਨੇ ਉਹਨਾਂ ਨਾਲ ਗੱਲ ਕਰ ਲਈਏ। ਹੈਲੋ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਰਿੱਕੀ ਦੁਆਰਾ ਬੋਲਦਾ ਹਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿੱਕੀ ਜੀ, ਹਾਂਜੀ ਬੋਲੋ। ਗੱਲ ਦੁਬਾਰਾ ਮੈਂ ਕਾਲ ਕੀਤੀ ਹੈ ਜੀ। ਵੀਰ ਜੀ ਜਿੱਦਾਂ ਕਈ ਗੱਲਾਂ ਕਰਦੇ ਤੇ ਅਣਜਾਣ ਪੌਣੇ 'ਚ ਗੱਲਾਂ ਕਰਦੇ ਆ। ਇੱਕ ਇਹੋ ਜਿਹੀ ਦਹਿਸ਼ਤ ਆ ਪੰਜਾਬ ਦੇ ਵਿੱਚ ਜਿਹੜੀਆਂ ਇਹ ਦੋ ਪਾਰਟੀਆਂ ਵੱਲੋਂ ਪਾਈ ਗਈ ਆ, ਲੋਕ ਬੋਲਣਾ ਨਹੀਂ ਚਾਹੁੰਦੇ। ਆ ਭਗਵੰਤ ਮਾਨ ਨੇ ਬੋਲਣ ਲਾਏ ਲੋਕੀ ਤੇ ਉਹਨਾਂ ਨੂੰ ਵੋਟਾਂ ਪਈਆਂ ਤੇ ਉਹਨੇ ਖੁੱਲ ਕੇ ਸਟੇਜਾਂ ਦੇ ਉੱਤੇ ਅਕਾਲੀ ਦਲ ਦੇ ਖਿਲਾਫ ਬੋਲਿਆ, ਇਹਨਾਂ ਦੀਆਂ ਨੀਤੀਆਂ ਦੇ ਖਿਲਾਫ ਬੋਲਿਆ। ਏਦਾਂ ਦੀ ਦਹਿਸ਼ਤ ਆ, ਪਿੰਡ ਦੇ ਵਿੱਚ ਸਰਪੰਚੀ ਤੱਕ ਦੀ ਵੋਟ ਜਿਹੜੀ ਆ ਉਹ ਦਹਿਸ਼ਤ 'ਚ ਪੈਂਦੀ ਆ। ਇਹਨੂੰ ਮਤਲਬ ਨਿਰਪੱਖ ਤੌਰ ਦੇ ਉੱਤੇ ਵੋਟ ਨਹੀਂ ਪੈਂਦੀ ਸਾਡੇ ਇੱਥੇ ਕੈਨੇਡਾ 'ਚ ਜਿਵੇਂ ਪੈਂਦੀਆਂ ਆ। ਕਿਸੇ ਤੇ ਕੋਈ ਦਬਾਅ ਨਹੀਂ, ਕਿਸੇ ਨੂੰ ਕੋਈ ਪੈਸਾ ਨਹੀਂ। ਇਹ ਈਵਨ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ। ਮੈਂ ਇੱਕ ਜਿਮਨੀ ਚੋਣ, ਇਹਨਾਂ ਨੇ ਹੁਣੇ ਜਿਮਨੀ ਚੋਣ ਦਾ ਇੱਕ ਜ਼ਿਕਰ ਕੀਤਾ ਤੇ ਆਪਣੇ ਮੈਂ ਕਪੂਰਥਲੇ ਦੀ ਜਿਮਨੀ ਚੋਣ ਦੇਖੀ ਸੀਗੀ। ਉਹਦੇ ਵਿੱਚ ਪੈਸੇ ਦੇ ਕੇ ਅਗਲਿਆਂ ਦੇ ਵੋਟਰ ਕਾਰਡ ਜਿਹੜੇ ਉਹ ਘਰ ਤਾਂ ਹੀ ਲੈ ਗਏ ਸੀਗੇ ਕਿ ਤੁਸੀਂ ਵੋਟ ਪਾਉਣੀ ਨਹੀਂ, ਤੁਹਾਨੂੰ ਸਾਡੇ ਤੇ ਯਕੀਨ ਨਹੀਂਗਾ, ਤੁਹਾਡੇ ਤੇ ਸਾਨੂੰ ਯਕੀਨ ਨਹੀਂ, ਤੁਸੀਂ ਵੋਟ ਨਹੀਂ ਪਾਉਣੀ, ਪੈਸੇ ਲਓ, ਵੋਟਰ ਕਾਰਡ ਸਾਨੂੰ ਦੇ ਦਿਓ। ਮੈਂ ਆਪਣੇ ਅੱਖੀਂ ਇਹ ਚੀਜ਼ਾਂ ਵੇਖੀਆਂ ਹੋਈਆਂ। ਜਿਵੇਂ ਹੁਣ ਬੇਅੰਤ ਸਿੰਘ ਦੀ ਸਰਕਾਰ 6% ਤੋਂ ਵੱਧ ਵੋਟ ਨਹੀਂ ਸੀ ਪਈ ਬੇਅੰਤ ਸਿੰਘ ਸਰਕਾਰ ਨੂੰ। ਉਹ ਬਾਕੀ ਦੇ ਬੰਦਿਆਂ ਨੂੰ ਤੁਸੀਂ ਕਿਹੜੇ ਤੱਕੜੀ ਦੇ ਪੱਲੇ ਵਿੱਚ ਰੱਖੋਗੇ ਜਿਨ੍ਹਾਂ ਨੇ ਵੋਟ ਨਹੀਂ ਸੀ ਪਾਈ ਪੰਜਾਬ ਦੇ ਵਿੱਚ। ਬਿਲਕੁਲ ਵਿੱਕੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਕੱਢਣ ਲਈ। ਹਾਂਜੀ ਦਿਲਰਾਜ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀਗੇ। ਮੈਂ ਇੱਕ ਛੋਟਾ ਜਿਹਾ ਕੁਐਸਚਨ ਪੰਨੂ ਸਾਹਿਬ ਜਾਂ ਗਰੇਵਾਲ ਸਾਹਿਬ, ਕੋਈ ਵੀ ਦੋਨਾਂ ਚੋਂ ਉਹਨਾਂ ਦਾ ਆਨਸਰ ਦੇ ਸਕਦਾ ਹੈਗਾ। ਮੇਰਾ ਕੁਐਸਚਨ ਬਸ ਇੰਨਾ ਹੀ ਹੈਗਾ ਕਿ ਹੈਲੋ ਜੀ ਹਾਂਜੀ 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 ਸਰ, ਮੇਰਾ ਕੁਐਸਚਨ ਇੰਨਾ ਹੀ ਹੈਗਾ ਕਿ ਆਪਾਂ ਜਦੋਂ ਇੰਡੀਆ ਵਿੱਚ ਅਲੱਗ-ਅਲੱਗ ਧਰਮ ਦੇ ਲੋਕ ਰਹਿੰਦੇ ਆ, ਅਲੱਗ-ਅਲੱਗ ਕਮਿਊਨਿਟੀਆਂ ਰਹਿੰਦੀਆਂ ਵਾ, ਜਦੋਂ ਕੋਈ ਹਿੰਦੁਸਤਾਨ ਕਹਿੰਦਾ ਤੇ ਉਹਦਾ ਸਾਨੂੰ ਲੋਕਾਂ ਨੂੰ ਦਰਦ ਹੁੰਦਾ ਕਿ ਹਿੰਦੁਸਤਾਨ ਕਿਉਂ ਕਿਹਾ ਜਾਂਦਾ, ਜਦ ਕਿ ਇੱਥੇ ਸਿੱਖ ਵੀ ਰਹਿੰਦੇ, ਇੱਥੇ ਮੁਸਲਿਮ ਵੀ ਰਹਿੰਦੇ, ਇੱਥੇ ਈਸਾਈ ਵੀ ਰਹਿੰਦੇ ਆ। ਉਦਾਂ ਹੀ ਜਦੋਂ ਆਪਾਂ ਇਹਨੂੰ ਖਾਲਿਸਤਾਨ ਕਹਿੰਦੇ ਆ, ਉਦੋਂ ਇੱਥੇ 38.49% ਹਿੰਦੂ ਰਹਿੰਦੇ ਆ, 1.5% ਮੁਸਲਮਾਨ ਰਹਿੰਦੇ ਆ, ਜੈਨੀ ਵੀ ਰਹਿੰਦੇ ਆ। ਉਦੋਂ ਆਪਾਂ ਨੂੰ ਖਾਲਿਸਤਾਨ ਕਿਉਂ ਕਵਾਂਗੇ? ਉਦੋਂ ਵੀ ਆਪਾਂ ਕੋਈ ਅਲੱਗ ਨਾਮ ਕਿਉਂ ਨਹੀਂ ਸੋਚਦੇ? ਅਗੇਨ ਮੈਂ ਐਡ ਕਰਨੀ ਚਾਹੁੰਦਾ ਵੀ ਅਸੀਂ ਦੇਖੋ ਡੈਮੋਕ੍ਰੇਸੀ ਦੀ ਪੂਰੀ ਵੈਲਿਊ ਕਰਦੇ ਹਾਂ ਤੇ ਰਿਸਪੈਕਟ ਕਰਦੇ ਹਾਂ। ਇਸ ਵੇਲੇ ਅਸੀਂ ਲਫ਼ਜ਼ ਖਾਲਿਸਤਾਨ ਵਰਤਦੇ ਹਾਂ ਕਿਉਂਕਿ ਸਾਰਿਆਂ ਨੂੰ ਸਮਝ ਹੁੰਦੀ ਉਹਦੀ ਮੀਨਿੰਗ ਕੀ ਆ, ਆਜ਼ਾਦ ਪੰਜਾਬ। ਪਰ ਜਦੋਂ ਸਾਡਾ ਰਾਜ ਆਇਆ ਅਸੀਂ ਸਾਰਿਆਂ ਨੂੰ ਉਹ ਵੀ ਕੁਐਸਚਨ ਪੁੱਛ ਲਾਂਗੇ ਵੀ ਜਿਹੜਾ ਲੈਂਡ ਤੁਸੀਂ ਕਿਵੇਂ ਨੇਮ ਕਰਨਾ ਚਾਹੁੰਦੇ ਹੋ, ਇਹ ਉਹਨਾਂ ਦੀ ਮਰਜ਼ੀ ਹੈ ਜਿਹੜੇ ਪੰਜਾਬ 'ਚ ਰਹਿਣਗੇ। ਉਹਨਾਂ ਨੂੰ ਪੁੱਛ ਕੇ ਲੈਂਡ ਜੇ ਉਹ ਪੰਜਾਬ ਰੱਖਣਾ ਚਾਹੁੰਦੇ ਆ ਨੇਮ ਜਾਂ ਖਾਲਿਸਤਾਨ ਰੱਖਣਾ ਚਾਹੁੰਦੇ ਆ, ਉਹਨਾਂ ਦੀ ਮਰਜ਼ੀ। ਆਪਾਂ ਤਾਂ ਇਸ ਸਮੇਂ ਇਹ ਟਰਮ ਯੂਜ਼ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਜੇ ਆਪਾਂ ਵੋਟਾਂ ਪਵਾਉਣੀਆਂ, ਆਪਾਂ ਵੋਟਾਂ ਹੀ ਆਜ਼ਾਦ ਪੰਜਾਬ ਦੇ ਨਾਮ ਤੋਂ ਪਵਾਈਏ, ਆਪਾਂ ਖਾਲਿਸਤਾਨ ਦੇ ਨਾਮ ਤੋਂ ਨਹੀਂ, ਅਸੀਂ ਤਾਂ ਯੂਜ਼ ਕਰਦੇ ਹਾਂ। ਸਾਡੇ ਫੇਸਬੁੱਕ ਪੇਜ ਚਲੋ ਸਾਨੂੰ ਨਹੀਂ ਮਿਲਦੇ, ਅਸੀਂ ਪੰਜਾਬ ਆਜ਼ਾਦ ਵੀ ਯੂਜ਼ ਕਰਦੇ ਹਾਂ, ਅਸੀਂ ਖਾਲਿਸਤਾਨ ਵੀ ਯੂਜ਼ ਕਰਦੇ ਹਾਂ, ਅਸੀਂ ਸਿੱਖ ਰਾਜ ਵੀ ਕਰਦੇ ਹਾਂ, ਅਸੀਂ ਕਈ ਵਾਰੀ ਲਾਈਕ ਡੈਮੋਕ੍ਰੈਟਿਕ ਵੈਲਿਊ ਨਾਲ ਸਾਰੇ ਨੇਮ ਯੂਜ਼ ਕਰਦੇ ਹਾਂ। ਇਹ ਤਾਂ ਬਸ ਲੇਬਲ ਆ, ਜਿਹੜਾ ਮਰਜ਼ੀ ਲੇਬਲ ਹੋਵੇ ਅਸੀਂ ਰਿਸਪੈਕਟ ਕਰਦੇ ਹਾਂ। ਪਰ ਪੰਜਾਬ ਦੇ ਲੋਕਾਂ ਨੂੰ ਅਸੀਂ ਆਪਰਚੁਨਿਟੀ ਦੇਵਾਂਗੇ ਜਿਵੇਂ ਤੁਸੀਂ ਨੇਮ ਕਰਨਾ ਚਾਹੁੰਦੇ ਹੋ। ਸੈਕੰਡਲੀ ਸਵਾਲ ਗਰੇਵਾਲ ਸਾਹਿਬ ਤੋਂ ਪੁੱਛਣਾ ਚਾਹਾਂਗਾ ਮੈਂ। ਗਰੇਵਾਲ ਸਾਹਿਬ ਹੁਣੇ ਗੱਲ ਤੁਸੀਂ ਕਰ ਰਹੇ ਸੀਗੇ ਕਿ ਉੱਥੇ ਦਾਰੂ ਵਿਕਦੀ ਹੈਗੀ ਹੈ ਵੋਟਾਂ ਜਦੋਂ ਵੀ ਪੈਂਦੀਆਂ ਜਾਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਵੋਟਿੰਗ ਪਾਉਣ ਨੂੰ। ਇਹਦੀ ਕੀ ਗਰੰਟੀ ਹੈ ਕਿ ਜਦੋਂ ਰੈਫਰੈਂਡਮ ਹੋਏਗਾ ਉਦੋਂ ਦਾਰੂ ਨਹੀਂ ਚੱਲੇਗੀ, ਉਦੋਂ ਵੀ ਸਰਕਾਰ ਹੋ ਸਕਦਾ ਦਾਰੂ ਚਲਾ ਕੇ ਜਾਂ ਪੈਸੇ ਦੇ ਕੇ ਵੋਟਾਂ ਆਪਣੇ ਹੱਥ 'ਚ ਪਵਾ ਲਵੇ? ਕਿਉਂਕਿ ਇਸ ਵੇਲੇ ਜਿਹੜੀਆਂ ਵੋਟਾਂ ਪੈਂਦੀਆਂ ਉਹ ਬਣਦੀਆਂ ਇੰਡੀਆ ਦੇ ਸਿਸਟਮ ਦੇ ਅਧੀਨ।
ਇਹ ਰਿਸਪਾਂਸਿਬਿਲਿਟੀ ਬਣਦੀ ਹੈ ਇੰਡੀਅਨ ਪੁਲਿਸ ਦੀ, IB ਦੀ ਤੇ ਰਾਹ ਦੀ ਵੀ ਇਹ ਚੀਜ਼ਾਂ ਨਹੀਂ ਕਰਨ ਨੂੰ। ਉਹ ਆਪਦੀ ਜ਼ਿੰਮੇਵਾਰੀ ਪੂਰੀ ਡਿਨਾਈ ਕਰਦੇ ਨੇ ਤੇ ਰਿਫਿਊਜ਼ ਕਰਦੇ ਨੇ। ਜਦੋਂ ਰੈਫਰੈਂਡਮ ਹੋਗਾ, ਜਦੋਂ ਅਸਲੀ ਰੈਫਰੈਂਡਮ ਉਹ ਹੋਗਾ UN ਦੇ ਅਧੀਨ, ਉਦੋਂ UN ਦੇ ਰੈਪਟਰਸ ਤੇ UN ਦੇ ਬਾਡੀਜ਼ ਨੇ ਮੋਨੀਟਰ ਕਰਨਾ, ਮੇਕ ਸ਼ੋਰ ਕਰਨਾ ਵੀ ਇਹ ਜੇ ਸਿਸਟਮ ਨਹੀਂ ਹੈਗਾ। ਇਸ ਕਾਰਨ ਸਾਨੂੰ ਪੂਰਾ ਹੋਸ਼ ਆ ਵੀ ਅਸੀਂ ਜਿੱਤ ਕਰਾਂਗੇ, ਕਿਉਂਕਿ ਜਦੋਂ ਲੋਕਾਂ ਨੂੰ ਇੱਕ ਵਾਰੀ ਮਿਲਿਆ ਰਸਤਾ ਵੀ ਜਾਂ ਤਾਂ ਅਸੀਂ ਇਸ ਸਿਸਟਮ ਦੇ ਵਿੱਚ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਸ਼ਰਾਬਾਂ ਵੰਡੀਆਂ ਜਾਂਦੀਆਂ, ਇਹ ਜਿਹਾ ਕ੍ਰਾਈਮ ਹੁੰਦਾ, ਇਹ 'ਚ ਰਹਿਣ ਦਾ ਆਪਸ਼ਨ ਆ, ਜਾਂ ਪੰਜਾਬ ਆਜ਼ਾਦ ਹੋ ਕੇ ਆਪਾਂ ਆਪਦਾ ਘਰ ਆਪ ਚਲਾਈਏ, ਉਹਦਾ ਆਪਸ਼ਨ ਆ। ਤੇ UN ਵਾਚ ਕਰੂ, ਮੋਨੀਟਰ ਕਰੂ, ਉਹਨਾਂ ਨਾਲ ਮੈਨੂੰ ਕੋਈ ਸ਼ੱਕ ਨਹੀਂ। ਮੈਂ ਉਹਦੇ 'ਚ ਜਤਿੰਦਰ ਭਾਜੀ, ਆਪਣੇ ਦਰਾਜ ਭਾਜੀ, ਮੈਂ ਕੁਝ ਐਡ ਕਰਨਾ ਚਾਹੁੰਦਾ ਕਿ ਜਦੋਂ 99 90 91 ਸੀ ਨਾ ਜੀ, ਤੇ ਜਦੋਂ ਤੁਸੀਂ ਕਹਿੰਦੇ ਵੀ ਉਦੋਂ ਸ਼ਾਇਦ ਮਾਨਤਾ ਮਿਲੀ ਸੀ, ਤੁਹਾਨੂੰ ਯਾਦ ਹੋਣਾ ਵੀ ਉਦੋਂ ਜਿਹੜੇ ਸਿੱਖ ਸੰਘਰਸ਼ਸ਼ੀਲ ਜਥੇਬੰਦੀਆਂ ਸੀ ਨਾ, ਤੇ ਉਹਨਾਂ ਨੇ ਹਥਿਆਰਬੰਦ ਤਰੀਕੇ ਨਾਲ ਨਹੀਂ, ਉਹਨਾਂ ਨੇ ਇੱਕ ਸੋਸ਼ਲ ਕੰਪੇਨ ਚਲਾਈ ਸੀ। ਔਰ ਉਹਦੇ 'ਚੋਂ ਇੱਕ ਕੰਪੇਨ ਇਹ ਸੀ ਵੀ ਪੰਜਾਬ ਨੂੰ ਨਸ਼ਾ ਮੁਕਤ ਤੇ ਪੰਜਾਬ 'ਚੋਂ ਠੇਕੇ ਤੇ ਸ਼ਰਾਬ ਜਿਹੜੀ ਬੰਦ ਕਰਨੀ। ਦੂਸਰਾ ਸੀਗਾ ਕਿ ਕਦੀ ਵੀ ਜਿਹੜਾ ਹੈ ਦਹੇਜ ਦੇ ਉੱਤੇ ਜਾਂ 10 ਜਾਂ 11 ਬੰਦਿਆਂ ਤੋਂ ਵੱਧ ਬਰਾਤ ਨਹੀਂ ਜਾਣੀ ਚਾਹੀਦੀ। ਉਹੀ ਕਾਰਨ ਹੈ ਕਿ ਕੌਮ ਨੂੰ ਉਦੋਂ ਵੋਟਾਂ ਮਿਲੀਆਂ ਸੀ। ਇਹੀ ਕਾਰਨ ਹੈ ਕਿ ਉਦੋਂ ਇੰਡੀਆ ਇੰਨਾ ਕੁ ਘਬਰਾ ਗਿਆ ਸੀ ਕਿ ਉਹਨਾਂ ਨੂੰ ਜਿਹੜੇ ਸੋਸ਼ਲ ਵਰਕ ਕਰਦੇ ਸੀ, ਜਿਹੜੇ ਲੋਕਤੰਤਰਕ ਤਰੀਕੇ ਨਾਲ ਗੱਲ ਕਰਦੇ ਸੀ, ਉਹਨਾਂ ਨੂੰ ਅੱਤਵਾਦੀ ਦਾ ਦਰਜਾ ਦੇ ਕੇ ਬਾਅਦ 'ਚੋਂ ਮਾਰ ਮੁਕਾਇਆ ਗਿਆ। ਇਹ ਉਸ ਵਕਤ ਦੇ ਨੈਸ਼ਨਲ ਨਿਊਜ਼ਪੇਪਰ ਗਵਾਹ ਇਸ ਗੱਲ ਦੇ ਕਿ ਠੇਕੇ ਜਿਹੜੇ ਆ ਉਦੋਂ ਪੈਰਾਮਿਲਟਰੀ ਫੋਰਸਿਸ ਖੁਲਾਉਂਦੀ ਸੀ, ਤੇ ਠੇਕੇ ਕਿਸੇ ਵੀ ਜਗ੍ਹਾ ਤੇ ਉਦਾਂ ਨਹੀਂ ਸੀ ਖੁੱਲ੍ਹਦੇ, ਸ਼ਰਾਬ ਖੁੱਲ੍ਹੇਆਮ ਨਹੀਂ ਸੀ ਵਿਕਦੀ। ਧੰਨਵਾਦ ਜੀ। ਸਾਡੇ ਨਾਲ ਕੋਈ ਟੈਲੀਫੋਨ ਲਾਈਨ ਦੇ ਉੱਤੇ ਜੁੜ ਗਿਆ ਆ, ਅਸੀਂ ਉਹਨਾਂ ਸਰੋਤਿਆਂ ਤੋਂ ਸਵਾਲ ਜ਼ਰੂਰ ਕਰਾਂਗੇ। ਪਰ ਦਿਲਰਾਜ ਜੀ ਉਹਨਾਂ ਨੇ ਜਿਵੇਂ ਕਿਹਾ ਕਿ ਜਦੋਂ ਕੋਈ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਲਫ਼ਜ਼ ਯੂਜ਼ ਕਰਦਾ ਤੇ ਇਹਨਾਂ ਨੂੰ ਬੁਰਾ ਲੱਗਦਾ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪਾਰਲੀਮੈਂਟ ਦੇ ਵਿੱਚ ਘੱਟੋ ਘੱਟ 90% ਜਿਹੜੇ ਬੰਦੇ ਆਏ ਬੈਠੇ ਉਹ ਹਿੰਦੁਸਤਾਨ ਜ਼ਿੰਦਾਬਾਦ ਕਹਿ ਕੇ ਹੀ ਅੰਦਰ ਜਾਂਦੇ ਨੇ। ਜਿੱਥੇ ਤੱਕ ਖਾਲਿਸਤਾਨ ਲਫ਼ਜ਼ ਦੀ ਗੱਲ ਹੈਗੀ ਆ, ਉਹਨੂੰ ਸਿੱਖਾਂ ਦੇ ਨਾਲ ਅਗਰ ਤੁਸੀਂ ਨਾ ਵੀ ਜੋੜਨਾ ਚਾਹੋ, ਮੇਰੇ ਮੂੰਹ 'ਚ ਨਾ ਪਾਓ। ਮੈਨੂੰ ਨਹੀਂ ਬੁਰਾ ਲੱਗਦਾ ਜੀ, ਮੈਨੂੰ ਨਹੀਂ ਬੁਰਾ ਲੱਗਦਾ। ਆਪਣੇ ਮੁਬਾਰਕ ਤੁਹਾਨੂੰ। ਵੈਸੇ ਕਹਿੰਦਾ ਮੈਂ ਤਾਂ ਵੈਸੇ ਕਹਿੰਦਾ ਕਿ ਕਈ ਲੋਕਾਂ ਨੂੰ ਬੁਰਾ ਲੱਗਦਾ ਵਾ, ਤੇ ਹੋ ਸਕਦਾ ਇੱਥੇ ਵੀ ਜਿਹੜੇ ਹਿੰਦੂ ਰਹਿੰਦੇ ਹੁਣ ਬੁਰਾ ਲੱਗਦਾ ਹੋਵੇ। ਹਾਂ ਜੀ, ਬਿਲਕੁਲ ਰਾਜੀਵ। ਚਲੋ ਅਗਰ ਤੁਸੀਂ ਜਿਸ ਹਿਸਾਬ ਨਾਲ ਕਿਹਾ, ਮੈਨੂੰ ਉਹਦਾ ਇਹ ਭਾਵ ਆਇਆ ਸੀ। ਤੇ ਖਾਲਿਸਤਾਨ ਜਿਹੜਾ ਹੈਗਾ ਉਹਦੇ ਅਰਥ ਨਿਕਲਦੇ ਆ ਪਿਓਰ ਪਲੇਸ, ਪਿਓਰ ਸਿਟੀ ਜਾਂ ਪਿਓਰ ਸਟੇਟ। ਖਾਲਸ ਦਾ ਮਤਲਬ ਹੁੰਦਾ ਪਿਓਰ। ਐਨੀ ਹਾਓ ਜਿਹੜੇ ਆਪਣੇ ਨਾਲ ਫੋਨ ਤੇ ਜੁੜੇ ਆ ਸਰੋਤੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ। ਹਾਂਜੀ ਭਾਈ, ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਹਾਂਜੀ, ਮੈਂ ਗੁਰਮੁਖ ਸਿੰਘ ਬੋਲ ਰਿਹਾ। ਹਾਂਜੀ ਗੁਰਮੁਖ ਸਿੰਘ ਜੀ। ਹਾਂਜੀ, ਮੇਰਾ ਸਵਾਲ ਸੀਗਾ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹ ਕਹਿੰਦੇ ਇਹ ਕਿਹੜਾ ਰੈਫਰੈਂਡਮ ਹੈਗਾ ਸਿੱਖਾਂ ਦਾ, ਇਹ ਅਮਰੀਕਾ ਕੈਨੇਡਾ ਵਾਲਿਆਂ ਦਾ ਹੀ ਲਾਭ ਹੈਗਾ, ਇੰਡੀਆ 'ਚ ਕੋਈ ਅਹਿਮੀਅਤ ਨਹੀਂ ਹੈ। ਉਹ ਕਹਿੰਦੇ ਜੀ ਧੁੰਦਾ ਸਾਹਿਬ ਨੇ ਕੱਲ ਪਰਸੋਂ ਇਹ ਗੱਲ ਕਹੀ ਆ ਕਿ ਜਿਹੜਾ ਰੈਫਰੈਂਡਮ। ਧੁੰਦਾ ਸਾਹਿਬ ਕੌਣ ਨੇ ਜੀ? ਹਾਂਜੀ, ਕਿੰਨੇ ਕਿਹਾ ਜੀ? ਮੈਂ ਸੁਣਿਆ ਨਹੀਂ, ਕਿੰਨੇ ਕਿਹਾ ਤੇ ਕੀ ਕਿਹਾ? ਹਾਂਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਕਈ ਇੰਟਰਵਿਊਆਂ 'ਚ ਤੇ ਉਹਨਾਂ ਦੇ ਬੇਟੇ ਨੇ ਵੀ ਸਿੱਖ ਰੈਫਰੈਂਡਮ ਜਿਹੜਾ ਉਹ ਅਮਰੀਕਾ ਤੇ ਕੈਨੇਡਾ ਵਾਲਿਆਂ ਵਾਸਤੇ ਲਾਭ ਹੈ, ਇੰਡੀਆ 'ਚ ਕੋਈ ਅਜਿਹੀ ਉਹ ਹੈ ਨਹੀਂ। ਮਤਲਬ ਜ਼ਰੂਰ ਜੀ, ਇਹਦਾ ਜਵਾਬ ਅਸੀਂ ਜ਼ਰੂਰ ਦੇਵਾਂਗੇ। ਤੁਹਾਡਾ ਫੋਨ ਕਰਨ ਦਾ ਬਹੁਤ ਧੰਨਵਾਦ। ਉਹਨਾਂ ਦਾ ਸਵਾਲ ਸੀ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕਿਹਾ ਆ ਕਿ ਜਿਹੜਾ ਰੈਫਰੈਂਡਮ ਆ ਉਹ ਕੈਨੇਡਾ ਅਮਰੀਕਾ ਦੇ ਕੁਝ ਜਥੇਬੰਦੀਆਂ ਦਾ ਖੁਆਬ ਆ, ਪੰਜਾਬ ਦੇ ਵਿੱਚ ਪ੍ਰੈਕਟੀਕਲ ਨਹੀਂ ਹੈਗਾ। ਇਹਦੇ ਉੱਤੇ ਪੰਨੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਥੋੜਾ ਜਿਹਾ ਦੱਸਦਾ ਤੇ ਫਿਰ ਮੈਂ ਜਤਿੰਦਰ ਵੀ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ। ਦੇਖੋ, ਜਦੋਂ ਵੀ ਕੋਈ ਵੀ ਤੁਸੀਂ ਕੰਮ ਕਰਦੇ ਹੋ ਨਾ, ਜਦੋਂ ਤੁਸੀਂ, ਮੈਂ ਬੱਚੇ ਤੇ ਵਾਪਸ ਲੈ ਕੇ ਆਉਣਾ ਨਾ, ਜਦੋਂ ਤੁਸੀਂ ਬੱਚਾ ਹੁੰਦਾ ਨਾ ਤੁਹਾਡਾ, ਤੁਸੀਂ ਉਹਦੇ ਸੁਪਨਾ ਵੇਖਦੇ ਹੋ ਵੀ ਇਹ ਕੀ ਬਣੂਗਾ। ਤੇ ਜਦੋਂ ਕੌਮ ਦਾ ਕੰਮ ਕਰਨਾ ਹੈ, ਤੇ ਜਿਵੇਂ ਮੈਂ ਅੱਗੇ ਕਿਹਾ ਵੀ ਸਿਰਫ ਅਲੱਗ ਰਾਜ ਲੈਣਾ ਹੈ, ਰਾਜ ਲੈਣ ਦਾ ਸਟੈਪ ਕੀ ਹੈ? ਯੂਨਾਈਟਿਡ ਨੇਸ਼ਨਸ ਜਿਹੜੀਆਂ ਧਾਰਾਵਾਂ ਭਾਰਤ ਨੇ ਸਾਈਨ ਕੀਤੀਆਂ, ਉਹਦੇ ਤਹਿਤ ਕੀ ਹੁੰਦਾ ਹੈ? ਦੇਸ਼ ਮੋਸਟ ਰੀਸੈਂਟਲੀ ਕਿਵੇਂ ਬਣਦੇ ਪਏ ਹੈ? ਤੁਹਾਡੇ ਸਾਹਮਣੇ ਸਕਾਟਲੈਂਡ ਦਾ ਰੈਫਰੈਂਡਮ ਹੋਇਆ, ਤੁਹਾਡੇ ਸਾਹਮਣੇ ਜਿਹੜਾ ਕਿਊਬਿਕ ਰੈਫਰੈਂਡਮ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਕ੍ਰੀਮੀਆ ਦੇਸ਼ ਬਣਿਆ, ਕ੍ਰੀਮੀਆ ਨੇ ਦੁਬਾਰਾ ਰੈਫਰੈਂਡਮ ਕੀਤਾ, ਰਸ਼ੀਆ 'ਚ ਪਹੁੰਚ ਗਿਆ। ਇਹ ਸਾਡਾ ਸੁਪਨਾ ਵੀ ਹੈ, ਪਰ ਇਹ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋਗੇ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਉਣ ਦਾ ਹੱਕ ਲੈਣ ਦਾ ਕੇਸ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਸੀਂ 2020 ਤੱਕ ਤੁਹਾਡੇ ਸਭਨਾਂ ਦੇ ਸਹਿਯੋਗ ਨਾਲ ਦਰਜ ਜ਼ਰੂਰ ਕਰਾਂਗੇ ਜੀ। ਤੇ ਮੈਂ ਆਲਸੋ ਐਡ ਕਰਨਾ ਚਾਹੁੰਦਾ ਸੀ ਵੀ ਇੱਕ ਛੋਟਾ ਜਿਹਾ ਮੈਂ ਗੱਲ ਕਰਨੀ ਚਾਹੁੰਦਾ। ਵਾਰ-ਵਾਰ ਸਵਾਲ ਆ ਜਾਂਦਾ ਹਿੰਦੁਸਤਾਨ ਸ਼ਬਦ ਤੇ।
ਭਾਰਤ ਇਹਨੂੰ ਸਦੀਆਂ ਤੋਂ ਕਿਹਾ ਜਾਂਦਾ ਹੈ। ਹਿੰਦੁਸਤਾਨ ਇੰਡਸ ਵੈਲੀ ਦੇ ਆਧਾਰ ਦੇ ਉੱਤੇ ਇੰਡਸ ਸ਼ਬਦ ਬਣ ਗਿਆ, ਇੰਡੀਆ ਵੀ ਲਗਭਗ ਉਹਦੇ ਚੋਂ ਨਿਕਲਿਆ। ਜਦੋਂ ਅਸੀਂ ਹਿੰਦੁਸਤਾਨ ਸ਼ਬਦ ਦੇ ਉੱਤੇ ਇਤਰਾਜ਼ ਕਰਦੇ ਹਾਂ, ਮੈਨੂੰ ਕੋਈ ਇਤਰਾਜ਼ ਨਹੀਂ, ਕੋਈ ਇਹਨੂੰ ਇੰਡੀਆ ਕਹਿੰਦਾ, ਕੋਈ ਇਹਨੂੰ ਭਾਰਤ ਕਹਿੰਦਾ, ਕੋਈ ਇਹਨੂੰ ਹਿੰਦੁਸਤਾਨ ਕਹਿੰਦਾ, ਮੈਨੂੰ ਨਹੀਂ ਲੱਗਦਾ ਕੋਈ ਬਹੁਤ ਆਬਜੈਕਸ਼ਨ ਨਹੀਂ ਲਗਾਦਾ। ਉਹ ਆਪਣੇ ਆਪ 'ਚ ਇੱਕ ਅਜੀਬ ਗੱਲ ਹੈ ਕਿ ਇੱਕ ਦੇਸ਼ ਦੇ ਇੰਨੇ ਸਾਰੇ ਅਸੀਂ ਨਾ ਰੱਖੇ ਹੋਏ, ਆਪਣੇ ਆਪ 'ਚ ਇੱਕ ਅਜੀਬ ਗੱਲ ਹੈ। ਪਰ ਹਿੰਦੁਸਤਾਨ ਜਲਾਇਆ ਤਾਂ ਬਾਬਾ ਨਾਨਕ ਨੇ ਵੀ ਕਿਹਾ ਸੀ, ਉਹਨਾਂ ਨੇ ਵੀ ਹਿੰਦੁਸਤਾਨ ਸ਼ਬਦ ਇਸ ਮੁਲਕ ਲਈ ਵਰਤਿਆ ਸੀ। ਉਹਨਾਂ ਨੇ ਵੀ ਹਿੰਦੁਸਤਾਨ ਦਾ ਮਤਲਬ ਹਿੰਦੂਆਂ ਦਾ ਦੇਸ਼ ਬਿਲਕੁਲ ਨਹੀਂ ਹੈ। ਹਿੰਦੁਸਤਾਨ ਇੰਡਸ ਵੈਲੀ ਤੋਂ ਡਿਵੈਲਪ ਹੋਇਆ ਸ਼ਬਦ ਹੈ। ਅਸੀਂ ਉਹਨੂੰ ਧੱਕੇ ਨਾਲ ਜੇ ਹਿੰਦੂ ਨਾਲ ਜੋੜਾਂਗੇ ਤੇ ਅਸੀਂ ਇਤਿਹਾਸ ਨਾਲ ਵੀ ਜ਼ਿਆਦਤੀ ਕਰਾਂਗੇ ਤੇ ਮੈਨੂੰ ਲੱਗਦਾ ਅਸੀਂ ਆਪਣੇ ਆਪ ਨੂੰ ਵੀ ਲਾਇਕ ਸਾਬਤ ਕਰਾਂਗੇ। ਭਾਜੀ ਇਹਦੇ 'ਚ ਤੁਸੀਂ ਨੋਟ ਕਰ ਲਓ ਕਿ ਮੈਨੂੰ ਨਹੀਂ ਪਤਾ ਵੀ ਹੁਣ ਆਪਾਂ ਅਖਬਾਰਾਂ ਕਿੰਨੀਆਂ ਕੁ ਪੜ੍ਹਦੇ ਆ, ਸਾਰੇ ਦੇਖਣ ਵਾਲੇ ਜਾਂ ਸੁਣਨ ਵਾਲੇ ਜਾਂ ਮੇਰੇ ਵਰਗੇ। RSS ਨੇ ਤੇ BJP ਨੇ ਓਪਨ ਡਿਕਲੇਅਰ ਕੀਤਾ ਹੈ ਕਿ ਅਸੀਂ 2020 ਤੱਕ ਇੰਡੀਆ ਨੂੰ ਹਿੰਦੂ ਨੇਸ਼ਨ ਬਣਾ ਦਾਂਗੇ। ਜੇ ਉਹ ਪ੍ਰਾਈਮ ਮਿਨਿਸਟਰ ਤੇ ਪਾਰਟੀ ਜਿਹੜੀ ਰਾਜ ਸੱਤਾ 'ਚ ਹੈ, ਉਹ ਜੇ ਕਾਂਗਰਸ ਦਾ ਜਿਹੜਾ ਏਜੰਡਾ ਸੀ ਉਹ ਲੁਕਿਆ ਛੁਪਿਆ ਸੀ ਤੇ ਇਹ ਓਪਨਲੀ ਕਹਿਣ ਲੱਗ ਗਏ ਵੀ ਅਸੀਂ ਇਹਨੂੰ ਹਿੰਦੂ ਨੇਸ਼ਨ ਬਣਾ ਦਾਂਗੇ, ਤੇ ਉਹਦੇ 'ਚ ਹਿੰਦੁਸਤਾਨ ਕਹਿਣ, ਇੰਡੀਆ ਕਹਿਣ, ਅਸੀਂ ਚਾਹੁੰਦੇ ਹਾਂ ਵੀ ਉਹ ਬਿਲਕੁਲ ਹਿੰਦੂ ਨੇਸ਼ਨ ਬਣਾ ਲੈਣ। ਸਾਡਾ ਮਸਲਾ ਹੈ ਪੰਜਾਬ ਨੂੰ ਭਾਰਤ ਦੇ ਕਬਜ਼ੇ 'ਚੋਂ ਆਜ਼ਾਦ ਕਰਾਉਣਾ, ਇਹੀ ਮਸਲਾ ਸਾਡਾ ਹੈ। ਉਹ ਆਪਣੇ ਦੇਸ਼ ਨੂੰ ਕੀ ਕਹਿਣਗੇ, ਉਹਦੇ 'ਚ ਕੀ ਰੱਖਣ, ਇਹ ਉਹਨਾਂ ਨੂੰ ਮੁਬਾਰਕ ਹੈ। ਹਿੰਦੀ ਹਿੰਦੂ ਹਿੰਦੁਸਤਾਨ ਨੂੰ ਵੀ ਕਿਸ ਖਾਤੇ 'ਚ ਪਾਵਾਂਗੇ? ਹਾਂਜੀ ਗਰੇਵਾਲ ਜਤਿੰਦਰ ਸਾਹਿਬ, ਕੁਛ ਤੁਸੀਂ ਕਹਿ ਕੁਛ ਰਿਹਾ ਕਹਿਣਾ ਸੀ ਚਾਹ ਰਹੇ ਸੀ। ਮੈਂ ਦੋ ਚੀਜ਼ਾਂ ਹੁਣ ਐਡ ਕਰਨਾ। ਇੱਕ ਹੈਗੀ ਹੈ ਰੈਫਰੈਂਡਮ ਦੀ, ਵੀ ਦੇਖੋ ਇੰਡੀਆ ਨੇ ਆਪ ਰੈਫਰੈਂਡਮ ਕਰਾਏ ਨੇ। ਜਦੋਂ ਉਹਨਾਂ ਨੇ ਕਬਜ਼ਾ ਕੀਤਾ ਸੀ ਗੁਜਰਾਤ, ਉਸ ਵੇਲੇ ਸੀ ਉਹਨੂੰ ਨੌਨ ਜੂਨਾਗੜ੍ਹ, ਉਹਦੇ ਸੀਗਾ ਪ੍ਰਿੰਸਲੀ ਸਟੇਟ, ਮੁਸਲਮਾਨ ਸੀ ਰਾਜਾ, ਤੇ ਜਦੋਂ ਉਹਨਾਂ ਦੀ ਆਰਮੀ ਭੇਜ ਕੇ ਉੱਥੇ ਮੁਸਲਮਾਨ ਨੂੰ ਭਜਾਤਾ ਸੀ ਰਾਜੇ ਨੂੰ, ਉੱਥੇ ਉਹਨਾਂ ਨੇ ਰੈਫਰੈਂਡਮ ਕਰਾਇਆ ਤੇ ਕਿਹਾ ਵੀ ਲੋਕੀ ਸਾਡਾ ਰਹਿਣਾ ਚਾਹੁੰਦੇ ਨੇ। ਉਹਨਾਂ ਨੇ ਸਿੱਖਮ ਦੇ ਵਿੱਚ ਇਹੀ ਸੇਮ ਚੀਜ਼ ਕੀਤੀ ਆ, ਪਹਿਲਾਂ ਉਹਦੀ ਆਰਮੀ ਭੇਜੀ, ਫਿਰ ਉਹਨਾਂ ਨੇ ਕਬਜ਼ਾ ਕੀਤਾ ਤੇ ਫਿਰ ਉਹਨਾਂ ਨੇ ਆਪ ਐਡਮਿਨਿਸਟਰ ਕੀਤਾ ਰੈਫਰੈਂਡਮ। ਉਸ ਰੈਫਰੈਂਡਮ ਨਾਲ ਉਹਨਾਂ ਨੇ ਸਿੱਖਮ ਉੱਪਰ ਹੁਣ ਕਹਿੰਦੇ ਆ ਸਾਡਾ ਹੱਕ ਆ ਰਾਜ ਕਰਨ ਨੂੰ। ਜਿਹੜੀ ਦੂਸਰੀ ਗੱਲ ਭਾਜੀ ਨੇ ਕੀਤੀ ਸੀਗੀ ਵੀ ਜਿਹੜੇ ਇਹ ਹਿੰਦੁਸਤਾਨ ਨੀਗਾ ਵੀ ਇਹ ਹਿੰਦੂਆਂ ਦਾ ਰਾਜ ਨਹੀਂ, ਫਿਰ ਕਬਦੀ ਖਬਰਾਂ 'ਚ ਨਹੀਂ ਆਉਣ ਦੀ ਗੱਲ ਵੀ ਦੇਖੋ ਇਹ ਗੁਰਬਾਸਰੀਆਂ ਕਰ ਰਹੇ ਨੇ ਮੁਸਲਮਾਨਾਂ ਨਾਲ, ਇਹ ਕ੍ਰਿਸਚਨਾਂ ਨਾਲ ਇਹ ਕਹਿ ਰਹੇ ਨੇ, ਇਹ ਸਿੱਖ ਧਰਮ ਨੂੰ ਮਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜੀ ਖਬਰ ਸਾਡੇ ਤੱਕ ਕਦੀ ਨਹੀਂ ਪਹੁੰਚਦੀਆਂ ਜੇ ਇਹ ਜੇ ਸਿਚੁਏਸ਼ਨ ਨਹੀਂ ਹੁੰਦਾ। ਇਹ ਜਿਹੜੀ ਰਿਐਲਿਟੀ ਆ ਆਪਾਂ ਨੂੰ ਫੇਸ ਕਰਨੀ ਪੈਣੀ ਆ। ਜੇ ਆਪਾਂ ਅੱਖਾਂ ਮੀਚ ਕੇ ਕੋਸ਼ਿਸ਼ ਕਰਦੇ ਆ ਰਹਿਣ ਨੂੰ, ਇਹ ਤੁਹਾਡੀ ਮਰਜ਼ੀ ਆ, ਪਰ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਉਹਨਾਂ ਨੂੰ ਸਹਿਮਤ ਆ ਰਹੀ ਆ ਗੱਲ ਵੀ ਦੇਖੋ ਇਹ ਸਿਸਟਮੈਟਿਕ ਪਲਾਨ ਨਾਲ ਜਿਹੜੇ ਵੱਖਰੇ ਧਰਮ ਦੇ ਨੇ ਉਹਨਾਂ ਨੂੰ ਅਟੈਕ ਕਰਕੇ, whether it's through the constitution ਜਾਂ ਇਹਨਾਂ ਨੂੰ ਗੁਰਵਾਪਸੀ ਨਾਲ ਤੇ ਡਿਫਰੈਂਟ ਢੰਗ ਨਾਲ ਇਹਨਾਂ ਨੂੰ ਕੋਸ਼ਿਸ਼ ਕਰਦੇ ਨੇ ਹਿੰਦੂ ਬਣਾਉਣ ਨੂੰ। ਮੇਰਾ ਖਿਆਲ ਹੈ ਕਿ ਆਪਾਂ ਸਮਾਪਤੀ ਵਾਲੇ ਪਾਸੇ ਜਾ ਰਹੇ ਹਾਂ ਤੇ ਟਾਈਮ ਜ਼ਿਆਦਾ ਇਜਾਜ਼ਤ ਵੀ ਨਹੀਂ ਦੇ ਰਿਹਾ। ਅਸੀਂ ਇੱਕ ਰਾਊਂਡ ਜ਼ਰੂਰ ਹੋ ਲਾਵਾਂਗੇ। ਮਾਰਚ 19 ਦੀ ਇੱਕ ਇਤਿਹਾਸਕ ਕਾਨਫਰੰਸ ਹੋਣ ਜਾ ਰਹੀ ਆ, ਜਿਸ ਦੇ ਵਿੱਚ 2020 ਰੈਫਰੈਂਡਮ ਦੀ ਤੇ ਹੋਰ ਕਿਹੜੀਆਂ ਗੱਲਾਂ ਹੋਣਗੀਆਂ ਆਪਾਂ ਪੰਨੂ ਸਾਹਿਬ ਤੋਂ ਪੁੱਛਦੇ ਹਾਂ। 6 for Justice ਵੱਲੋਂ 19 ਮਾਰਚ ਨੂੰ ਟੋਰਾਂਟੋ ਦੇ ਵਿੱਚ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ, ਉਹਦੇ ਬਾਰੇ ਆਪਾਂ ਜਾਣਕਾਰੀ ਲਈਏ। ਜੀ ਜਿਹੜੀ 19 ਮਾਰਚ ਨੂੰ ਸਿੱਖ ਰੈਫਰੈਂਡਮ ਕਾਨਫਰੰਸ 2020 ਦੀ ਮੁਹਿੰਮ ਤਹਿਤ ਕੀਤੀ ਜਾ ਰਹੀ ਹੈ, ਉਹਦਾ ਮੁੱਖ ਮਕਸਦ ਇਹੀ ਹੈ ਕਿ ਜਿਹੜਾ ਕਿ ਪਿਛਲੇ ਸਮੇਂ ਤੋਂ ਸਵਾਲ ਜਿਹੜੇ ਹੈਗੇ ਆ, ਉਹ ਚਾਹੇ ਓਨਟਾਰੀਓ ਦੀ ਸਿੱਖ ਸੰਗਤ ਹੈ ਜਾਂ ਉਸ ਤੋਂ ਬਾਅਦ ਅਸੀਂ ਵੈਨਕੂਵਰ ਵਾਲੇ ਪਾਸੇ ਕੋਸ਼ਿਸ਼ ਕਰਾਂਗੇ, ਇੱਦਾਂ ਅਸੀਂ ਦੇਸ਼ ਦੇ ਵਿੱਚ ਜਾ ਕੇ ਅਸੀਂ ਆਪਣੀ ਰੈਫਰੈਂਡਮ ਦੀ ਜਿਹੜੀ ਮੁਹਿੰਮ ਹੈ, ਜਿਹੜਾ ਅਸੀਂ 2020 ਦੇ ਵਿੱਚ ਕੇਸ ਪਾਉਣਾ ਹੈ, ਜਿਹੜੀਆਂ ਵੋਟਾਂ ਰਜਿਸਟਰ ਕਰਾਉਣੀਆਂ, ਅਸੀਂ ਉਹਨਾਂ ਨੂੰ ਫੈਕਟਸ, ਫਿਗਰ ਤੇ ਅਸਲੀਅਤ ਜਿਹੜੀ ਹੈਗੀ ਆ ਉਹ ਦੱਸਣੀ ਹੈ। ਔਰ ਇਹੀ ਜਿਹੜੇ ਸਟੈਪਸ ਹੈ ਵੀ ਕਿਵੇਂ ਲਿਆ ਜਾਊਗਾ, ਕਿਵੇਂ ਰਜਿਸਟਰ ਹੋਏਗੀਆਂ ਵੋਟਾਂ, ਇਹ ਸਾਰੇ ਸਟੈਪਸ ਜਿਹੜੇ ਅਸੀਂ ਮਾਰਚ 19 ਨੂੰ ਮੂਨਲਾਈਟ ਕਨਵੈਨਸ਼ਨ ਸੈਂਟਰ 6 ਤੋਂ 8 ਵਜੇ ਜਿਹੜੇ ਆ ਉੱਥੇ ਸਿੱਖ ਸੰਗਤ ਦੇ ਨਾਲ ਅਸੀਂ ਜਿਹੜੇ ਆ ਸ਼ੇਅਰ ਕਰਾਂਗੇ। ਗਰੇਵਾਲ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਕਾਨਫਰੰਸ ਬਾਰੇ? ਵੀ ਜਿਹੜੀ ਹੁਣ ਲੜਾਈ ਚੱਲ ਰਹੀ ਹੈ ਇਹ ਹੈ ਇਨਫੋਰਮੇਸ਼ਨ ਦੀ ਲੜਾਈ। ਜਿਹੜਾ ਨਾਲੇਜ ਵਾ ਵੀ ਪੰਜਾਬ ਕਿਹਦਾ, ਕਿਉਂਕਿ ਇੰਡੀਆ ਨੇ ਬਹੁਤ ਕੋਸ਼ਿਸ਼ ਕੀਤੀ ਹੈ ਪ੍ਰੋਪਾਗੈਂਡਾ ਕਰਨ ਨੂੰ ਵੀ ਪੰਜਾਬ ਇੰਡੀਆ ਦਾ ਵਾ, ਵੀ ਤੁਸੀਂ ਇੰਡੀਆ ਨੂੰ ਪਾੜਨ ਦੀ ਕੋਸ਼ਿਸ਼ ਕਰਦੇ ਹੋ। ਪੰਜਾਬ ਹੈਗਾ ਪੰਜਾਬੀਆਂ ਦਾ ਤੇ ਉਹ ਲੈਂਡ ਉਹ ਡਿਸਾਈਡ ਕਰਨਗੇ ਕੌਣ ਗਵਰਨ ਕਰੂ, ਜਾਂ ਉਹ ਚਾਹੁੰਦੇ ਨੇ ਕਿਸੇ ਹੋਰ ਨੂੰ ਗਵਰਨ ਕਰਾਉਣ ਨੂੰ ਜਾਂ ਆਪਾਂ ਆਪ ਗਵਰਨ ਕਰਾਂਗੇ। ਜਿਹੜੀ ਇਹ ਨੌਲੇਜ ਆ, ਜਿਹੜੇ ਸਟੈਪਸ ਨੇ ਇਹ ਵੈਰੀ ਇੰਪੋਰਟੈਂਟ ਆ ਇਸ ਸਮੇਂ, ਤੇ ਉੱਥੇ ਪੂਰੇ ਇਹਨਾਂ ਦੇ ਉੱਪਰ ਪ੍ਰਚਾਰ ਹੋਣਗੇ। ਨਾਲੇ ਅਸੀਂ ਸਵਾਲਾਂ ਵੀ ਲਵਾਂਗੇ ਜੇ ਕਿਸੇ ਨੇ ਸਾਨੂੰ ਵੀ ਕੁਝ ਪੁੱਛਣਾ ਹੋਵੇ, ਜਿਵੇਂ ਭਾਜੀ ਹੋਣੀ ਪੁੱਛਦੇ ਨੇ। ਤੇ ਮੈਂ ਬੇਨਤੀ ਆਲਸੋ ਕਰੂ ਭਾਜੀ ਹੋਣਾ ਨੂੰ ਵੀ ਇਹ ਕਾਨਫਰੰਸ ਲਾਈਵ ਚੱਲੂ, ਵੀ ਤੁਸੀਂ ਵੀ ਜ਼ਰੂਰ ਵਾਚ ਕਰਿਓ, ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਸਾਰੇ ਪੰਜਾਬੀਆਂ ਦੀ ਆ ਤੇ ਸਾਰੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ। ਦਿਲਰਾਜ ਜੀ, ਸਵਦੀਪ ਜੀ, ਤੁਹਾਡੇ ਵੱਲੋਂ ਕੋਈ ਫਾਈਨਲ ਇੱਕ ਅਖੀਰਲਾ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਹੋ, ਨਹੀਂ ਤਾਂ ਮੈਂ ਸਮਾਪਤੀ ਕਰਾਂਗਾ।
ਬਿਲਕੁਲ। ਇੱਕ ਆਖਰੀ ਸਵਾਲ ਹੈਗਾ ਜੀ ਸੰਦੀਪ ਜੀ, ਮੈਂ ਗਰੇਵਾਲ ਸਾਹਿਬ ਤੋਂ ਪੁੱਛਣਾ ਚਾਹਾਂਗਾ। ਹੁਣੇ ਉਹਨਾਂ ਨੇ ਗੱਲ ਕੀਤੀ ਸੀ ਕਿ ਤਸ਼ੱਦਦ ਹੁੰਦੇ ਪਏ ਨੇ ਪਰ ਗੱਲਾਂ ਬਾਹਰ ਨਹੀਂ ਆਉਂਦੀਆਂ ਪਈਆਂ ਸਿੱਖਾਂ ਤੇ ਮੁਸਲਮਾਨਾਂ ਤੇ ਹੋਰ ਕਈਆਂ ਤੇ। ਗਰੇਵਾਲ ਸਾਹਿਬ ਇੱਕ ਹੋਰ ਮੈਂ ਛੋਟੀ ਜਿਹੀ ਬਸ ਗੱਲ ਹੈਗੀ ਹੈ, ਕਸ਼ਮੀਰ ਦੇ ਵਿੱਚ ਹਿੰਦੂਆਂ ਤੇ ਵੀ ਬੜੇ ਤਸ਼ੱਦਦ ਹੁੰਦੇ ਪਏ ਨੇ। ਗੱਲਾਂ ਤਾਂ ਆਪਾਂ ਨੂੰ ਉਹ ਵੀ ਨਹੀਂ ਬਾਹਰ ਕੱਢਦੇ, ਜਦ ਕਿ ਸਾਨੂੰ ਲੋਕਾਂ ਨੂੰ ਵੀ ਉਹ ਗੱਲਾਂ ਬਾਹਰ ਕੱਢਣੀਆਂ ਪੈਂਦੀਆਂ। ਉਹਦੇ ਤੇ ਤੁਹਾਡਾ ਕੀ ਕਹਿਣਾ? ਸੀ ਬਿਗ ਡਿਫਰੈਂਸ ਆ ਜਦੋਂ ਗਵਰਨਮੈਂਟ ਕ੍ਰਾਈਮ ਕਰਦੀ ਆ ਜਾਂ ਕੋਈ ਜਾਣਾ ਆਮ। ਹੁਣ ਜੇ ਮੈਂ ਬਾਹਰ ਤੁਰਦਾ ਜਾਵਾਂ ਤੇ ਕੋਈ ਜਾਣਾ ਮੈਨੂੰ ਕੁੱਟੇ ਇੱਥੇ ਵੀ ਮੈਂ ਸਿੱਖ ਵਾਂ, ਇਹਦਾ ਮੀਨਿੰਗ ਇਹ ਨਹੀਂਗਾ ਵੀ ਗਵਰਨਮੈਂਟ ਕੈਨੇਡਾ ਨੇ ਮੈਨੂੰ ਕੁੱਟਿਆ, ਇਹ ਮੀਨਿੰਗ ਹੈ ਕ੍ਰਿਮੀਨਲ ਨੇ ਕੁੱਟਿਆ। ਉਹਨਾਂ ਨੇ ਕੋਸ਼ਿਸ਼ ਕਰਨਗੇ ਗਵਰਨਮੈਂਟ ਫੜਨ ਨੂੰ, ਪਰ ਜਦੋਂ ਪੁਲਿਸ ਵਾਲੇ ਮੈਨੂੰ ਆ ਕੇ ਕੁੱਟਣ ਉਹ ਹੈ ਸਟੇਟ ਵਾਇਲੈਂਸ, ਉਹ ਅਨਐਕਸੈਪਟੇਬਲ ਆ। ਜਦੋਂ ਇਹ ਗੁਰਵਾਪਸੀਆਂ ਹੋ ਰਹੀਆਂ ਵਾ ਗਵਰਨਮੈਂਟ ਨਾਲ, ਜਦੋਂ ਵੀਡੀਓ ਆਉਂਦੀਆਂ ਵਾ ਮਿਨਿਸਟਰ ਕੋਈ ਮੁਸਲਮਾਨ ਨੂੰ ਮੂੰਹ 'ਚ ਖਾਣਾ ਪਾ ਰਹੇ ਨੇ, ਜਦੋਂ ਉਹ ਫਾਸਟ ਕਰ ਰਿਹਾ ਵਾ, ਜਦੋਂ ਸਪੀਚਾਂ ਸੁਣੀਆਂ ਜਾਂਦੀਆਂ ਵਾ ਵੀ ਮੁਸਲਮਾਨਾਂ ਨੂੰ ਅਸੀਂ ਹਿੰਦੂ ਬਣਾਵਾਂਗੇ, ਤੇ ਇਹ ਪੀਪਲ ਇਨ ਪੋਜੀਸ਼ਨਸ ਆਫ ਅਥਾਰਟੀ ਆ, ਇਹ ਹੈ ਗਲਤ ਤੇ ਇਹ ਕਦੀ ਵੀ ਨਹੀਂ ਐਕਸੈਪਟੇਬਲ। ਜੇ ਕੋਈ ਕ੍ਰਿਮੀਨਲ ਸਟਰੀਟ ਤੇ ਆ ਕੇ ਕਿਸੇ ਨੂੰ ਮਾਰੇ ਜਾਂ ਕੁੱਟੇ, ਇਹ ਹੈ ਕ੍ਰਾਈਮ ਤੇ ਇਹ ਜ਼ਿੰਮੇਵਾਰੀ ਆ ਸਟੇਟ ਦੀ ਰਿਸਪਾਂਸ ਕਰਨ ਨੂੰ। ਹਾਂਜੀ ਸਰਦੀਪ ਜੀ, ਤੁਹਾਡਾ ਅਖੀਰਲਾ ਸਵਾਲ। ਦੇਖੋ ਜਿਹੜੀ ਕਾਨਫਰੰਸ ਕੀਤੀ ਜਾ ਰਹੀ, ਮੈਂ ਉਹਦੇ ਬਾਰੇ ਕੋਈ ਸਵਾਲ ਇਸ ਕਰਕੇ ਨਹੀਂ ਕਰਨਾ ਪਸੰਦ ਕਰਾਂਗਾ ਕਿਉਂਕਿ ਮੈਂ ਉਹਦੇ ਕੰਸੈਪਟ ਨਾਲ ਹੀ ਐਗਰੀ ਨਹੀਂ ਕਰਦਾ, ਇਸ ਕਰਕੇ ਮੈਂ ਉਹਦੇ ਨਾਲ ਜੋੜ ਕੇ ਗੱਲ ਨਹੀਂ ਕਰਾਂਗਾ। ਸਿਰਫ ਆਪਣੇ ਵੱਲੋਂ ਇੱਕ ਗੱਲ ਜ਼ਰੂਰ ਕਰਾਂਗੇ ਕਿ ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਨੇਸ਼ਨ ਬਣਾਉਣ ਦੀ ਜਿਹੜੀ RSS ਦੀ ਸੰਘ ਪਰਿਵਾਰ ਦੀ ਨੀਤੀ ਦੇ ਖਿਲਾਫ ਆ, ਤੇ ਉਹਨਾਂ ਅਰਥਾਂ ਦੇ ਵਿੱਚ ਹੀ ਕਿਸੇ ਵੀ ਇਸਲਾਮਿਕ ਜਾਂ ਸਿੱਖ ਰਾਜ ਦੇ ਵੀ ਅਸੀਂ ਇਸੇ ਆਧਾਰ ਦੇ ਉੱਤੇ ਖਿਲਾਫ ਹੈ ਕਿ ਧਰਮ ਦੇ ਨਾਂ ਦੇ ਉੱਤੇ ਰਾਜ ਬਣਾਉਣਾ ਗਲਤ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਸ਼ਮੀਰ ਦੀ ਗੱਲ ਕਰੀਏ ਤਾਂ ਜਿੰਨਾ ਜ਼ੁਲਮ ਉੱਥੇ ਹਿੰਦੁਸਤਾਨ ਦੀ ਸੈਨਾ ਕਰ ਰਹੀ ਹੈਗੀ, ਉਸ ਜ਼ੁਲਮ ਨੂੰ ਅਸੀਂ ਕਦੇ ਵੀ ਡਿਨਾਈ ਨਹੀਂ ਕਰ ਸਕਦੇ। ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ, ਹਿੰਦੂਆਂ ਦੇ ਖਿਲਾਫ ਉੱਥੇ ਟੈਰਰਿਸਟਾਂ ਨੇ ਗੱਲਾਂ ਕੀਤੀਆਂ ਨੇ, ਤਸ਼ੱਦਦ ਕੀਤਾ, ਅਸੀਂ ਉਸ ਤੋਂ ਵੀ ਡਿਨਾਈ ਨਹੀਂ ਕਰ ਸਕਦੇ। ਮੈਂ ਆਖਰ ਦੇ ਵਿੱਚ ਸਿਰਫ ਇੱਕ ਗੱਲ ਇਤਿਹਾਸ ਦੀ ਯਾਦ ਕਰਵਾ ਕੇ ਆਪਣੀ ਗੱਲ ਖਤਮ ਕਰ ਦੇਣਾ ਚਾਹੁੰਦਾ। ਮੈਨੂੰ ਯਾਦ ਹੈ ਕਿ ਨਿਹੰਗ ਅਜੀਤ ਸਿੰਘ ਨੇ ਇੱਕ ਬੱਚੇ ਨੂੰ ਇਹ ਕਹਿ ਕੇ ਬਚਾਰਿਆ ਸੀ ਬੱਸ ਦੇ ਵਿੱਚੋਂ ਕਿ ਇਹ ਮੇਰਾ ਪੁੱਤਰ ਹੈ, ਇਹ ਹਿੰਦੂ ਨਹੀਂ ਹੈ, ਹਾਲਾਂਕਿ ਬੱਚਾ ਬਿਲਕੁਲ ਹਿੰਦੂ ਸੀ। ਤੇ ਜੇ ਅਸੀਂ ਇਹ ਕਹੀਏ ਕਿ ਬਲੈਕ ਕੈਟ ਦਾ ਜਾਂ ਫਲਾਣੇ ਦਾ ਕਾਰਨਾਮਾ ਸੀ ਤਾਂ ਸ਼ਾਇਦ ਉਹ ਨਿਹੰਗ ਨੂੰ ਵੀ ਮਾਰ ਕੇ ਜਾ ਸਕਦੇ ਸੀ ਜਿਹੜਾ ਇੱਕ ਹਿੰਦੂ ਬੱਚੇ ਨੂੰ ਬਚਾਉਣਾ ਚਾਹੁੰਦਾ। ਮੇਰੇ ਮੁਤਾਬਕ ਉਹ ਨਿਹੰਗ ਹੀ ਸੱਚਾ ਸਿੱਖ ਬਣਦਾ ਸੀ। ਜਿਹੜੇ ਲੋਕ ਬੱਸਾਂ ਤੋਂ ਲਾ ਕੇ ਮਾਰਦੇ ਸੀ ਉਹ ਕਿਸੇ ਵੀ ਤਰੀਕੇ ਨਾਲ ਗੁਰਮਤ ਦੇ ਮੁਤਾਬਕ ਸੱਚੇ ਸਿੱਖ ਨਹੀਂ ਸਨ। ਗੁੱਸਾ ਉਹਨਾਂ ਦਾ ਜਿਹੜਾ 84 ਬਾਰੇ ਹੋਊਗਾ ਉਹਨੂੰ ਮੈਂ ਬਿਲਕੁਲ ਅੱਜ ਵੀ ਜਾਇਜ਼ ਕਹਾਂਗਾ, ਪਰ ਮੈਂ ਇਹ ਨਹੀਂ ਕਹਾਂਗਾ ਕਿ ਉਸ ਗੁੱਸੇ 'ਚ ਆ ਕੇ ਅੰਨ੍ਹੇਵਾਹ ਕਤਲ ਕਰਨ ਵਾਲਾ ਸੱਚਾ ਸਿੱਖ ਵੀ ਕਿਹਾ ਜਾ ਸਕਦਾ। ਹਾਂਜੀ, ਅਸੀਂ ਅਖੀਰ ਦੇ ਵਿੱਚ ਪੰਨੂ ਸਾਹਿਬ ਤੋਂ ਸਵਾਲ ਵੀ ਤੇ ਜੋ ਵੀ ਕਹਿਣਾ ਚਾਹੁੰਦੇ ਹਾਂ। ਦੇਖੋ, ਤੁਹਾਡੇ ਵਿਚਾਰ ਬਹੁਤ ਵਧੀਆ ਹੈ ਔਰ ਤੁਹਾਡੇ ਆਪਣੇ ਵਿਚਾਰ ਹੈ। ਮੈਂ ਦੋ ਚੀਜ਼ਾਂ ਦੇ ਉੱਤੇ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਸਮਝਦਾ। ਜਦੋਂ ਤੁਸੀਂ ਕਹਿੰਦੇ ਹੋ ਕਿ ਆਪਾਂ ਧਰਮ ਦੇ ਆਧਾਰ ਦੇ ਉੱਤੇ, ਮੈਨੂੰ ਨਹੀਂ ਪਤਾ ਤੁਹਾਡਾ ਨਾਮ ਸ਼ਿਵਦੀਪ ਦੇ ਨਾਲ ਸਿੰਘ ਲੱਗਦਾ ਕਿ ਤੁਸੀਂ ਦੂਸਰੇ ਪਾਸੇ ਹੋ, ਪਰ ਜਦੋਂ ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ ਇੱਕ ਸਿੱਖ ਵਿਆਹ ਕਰਦਾ ਹੈ ਤੇ ਉਹਨੂੰ ਹਿੰਦੂ ਮੈਰਿਜ ਐਕਟ ਦੇ ਥੱਲੇ ਜਿਹੜਾ ਹੈ ਰਜਿਸਟਰ ਕਰਨਾ ਪੈਂਦਾ। ਜੇ ਤੁਸੀਂ ਆਪਣੀ ਪ੍ਰਾਪਰਟੀ ਚੇਂਜ ਕਰਦੇ ਹੋ ਤੁਹਾਨੂੰ ਹਿੰਦੂ ਬਣ ਕੇ ਕਰਨੀ ਪੈਂਦੀ ਹੈ। ਬਾਕੀ ਗੱਲਾਂ ਆਪਾਂ ਡਿਟੇਲ 'ਚ ਫਿਰ ਕਰਾਂਗੇ। ਜਦੋਂ ਤੁਸੀਂ ਨਿਹੰਗ ਸਿੰਘ ਦੀ ਗੱਲ ਕੀਤੀ ਹੈ, ਮੈਂ ਤੁਹਾਡੇ ਕੋਲੋਂ ਪਬਲਿਕਲੀ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਸ਼ਾਇਦ ਜਰਨਲਿਜ਼ਮ ਦੇ ਨਾਲ ਹੋਵੋ, ਮੈਨੂੰ 5 ਸਿੰਘਾਂ ਦੇ ਨਾਂ ਦੱਸੋ ਵਿਦ ਪ੍ਰੂਫ ਜਿਨ੍ਹਾਂ ਨੇ ਬੱਸਾਂ 'ਚੋਂ ਕੱਢ ਕੇ ਕੋਈ ਹਿੰਦੂ ਮਾਰਿਆ। 5 ਸਿੰਘ ਦੱਸੋ ਤੁਸੀਂ। ਸਰ ਦੇਖੋ, ਮੈਂ ਤਾਂ ਸਿੰਪਲ ਗੱਲ ਇਹ ਕਰ ਰਿਹਾ ਕਿ ਨਹੀਂ, ਸਿੰਪਲ ਨਹੀਂ, ਤੁਸੀਂ ਇਲਜ਼ਾਮ ਨਹੀਂ ਜੀ ਭਾਜੀ। ਇੱਕ ਮਿੰਟ, ਮੋਟਰਸਾਈਕਲ ਲੈ ਕੇ ਜਿਹੜਾ ਮੇਰਾ ਭਰਾ ਮੋਟਰਸਾਈਕਲ ਵਾਲੇ ਦੀ ਜਾਗੋ ਗਾਏਗਾ, ਮੈਂ ਉਹਨੂੰ ਸੱਚਾ ਸਿੱਖ ਨਹੀਂ ਮੰਨਦਾ। ਮੈਂ ਵੀ ਨਹੀਂ ਮੰਨਦਾ। ਮੈਂ ਤੁਹਾਨੂੰ ਇਹ ਪੁੱਛਣਾ, ਜਾਗੋ ਗਾਏਗਾ ਔਰ ਮੋਟਰਸਾਈਕਲ ਵਾਲਿਆਂ ਦੀ ਜਾਗੋ ਸੰਤ ਭਿੰਡਰਾ ਵਾਲੇ ਦੇ ਜਿਉਂਦੇ ਜੀ ਗਾਈ ਜਾਂਦੀ ਸੀ। ਇਸ ਗੱਲ ਤੇ ਤੁਸੀਂ ਬਣਾਏ ਮੇਰੇ ਭਾਜੀ, ਮੇਰੀ ਗੱਲ ਸੁਣੋ। ਤੁਸੀਂ ਸਵਾਲ ਕਿਹਾ ਕਿ ਜਾਗੋ ਵਾਲੇ ਗਲਤ ਨੇ। ਮੇਰੇ ਭਾਜੀ ਛੋਟਾ ਜਿਹਾ ਹੁਣ ਸੰਤਾਂ ਵਾਲੇ ਜਾਗੋ ਦੇ ਵਿੱਚ ਤੁਸੀਂ ਗਲਤੀ ਵੀ ਕੀ ਕਰ ਰਹੇ ਹੋ? ਜਾਗੋ ਦੇ ਵਿੱਚ ਆਈ ਡੋਨਟ ਥਿੰਕ ਕੁਝ ਇਦਾਂ ਦਾ ਹੈਗਾ। ਮੋਟਰਸਾਈਕਲ ਵਾਲਿਆਂ ਨੂੰ ਹੀ ਜਾਗੋ ਦਾ ਪ੍ਰਤੀਕ ਗਿਆ। ਨਹੀਂ, ਪਰ ਮੋਟਰਸਾਈਕਲ ਵਾਲਿਆਂ ਦੇ ਭਾਜੀ ਆ, ਮੈਂ ਪੰਜਾਬ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਰਿਹਾ। ਸੰਦੀਪ ਭਾਜੀ ਇੱਕ ਮਿੰਟ, ਭਾਜੀ ਤੁਹਾਨੂੰ ਲੱਗਦਾ ਵੀ ਸੰਤਾਂ ਦੇ ਕੋਲ ਨੈਸ਼ਨਲ ਮੀਡੀਆ ਸੀਗਾ, CNN ਜਾਂ NDTV, ਜਿਹਦੇ ਤੇ ਉਹ ਭਾਸ਼ਣ ਦਿਆ ਕਰਦੇ ਸੀ, ਕਿ ਇੰਡੀਆ ਦਾ ਮੀਡੀਆ ਸੀ ਜਿਹੜਾ ਉਹਨਾਂ ਤੇ ਇਲਜ਼ਾਮ ਲਾਉਂਦਾ ਸੀ? ਤੁਸੀਂ ਅੱਜ ਦੇ ਯੁੱਗ 'ਚ ਬੈਠੇ ਹੋ, ਮੈਂ ਤੁਹਾਨੂੰ ਸਿੰਪਲ ਕੁਐਸਚਨ ਪੁੱਛਿਆ, ਕੋਈ ਆਪਣੇ ਵਿਚਾਰਾਂ ਦੀ ਸਾਂਝ ਹੋ ਰਹੀ ਹੈ, ਤੁਸੀਂ ਮੈਨੂੰ 5 ਸਿੰਘਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਬੱਸ ਚੋਂ ਕੱਢ ਕੇ ਕੋਈ ਹਿੰਦੂ ਮਾਰਿਆ ਹੋਵੇ।
ਤੁਸੀਂ ਇੱਕ ਹੀ ਦੱਸ ਦਿਓ, ਮੈਨੂੰ ਲੱਗਦਾ ਤੁਹਾਨੂੰ 5 ਨਹੀਂ ਆਉਂਦੇ। ਇੱਕ ਨਾਂ ਦੱਸੋ ਵਿਦ ਪ੍ਰੂਫ ਕਿ ਇਹਨਾਂ ਨੇ ਹਿੰਦੂ ਨੂੰ ਬੱਸ ਚੋਂ ਕੱਢ ਕੇ ਮਾਰਿਆ। ਮੈਂ ਤੁਹਾਨੂੰ 10 ਨਾਂ ਦੱਸਦਾ ਜਿਹੜੇ ਹਿੰਦੂ ਹੈਗੇ ਆ, ਜਿਹੜੇ ਕਾਂਗਰਸੀ ਹੈਗੇ, ਜਿਹੜੇ ਬੀਜੇਪੀ ਹੈ, ਜਿਹੜੇ ਸਿੱਖਾਂ ਨੂੰ ਸਿੱਖ ਸਮਝ ਕੇ ਮਾਰਦੇ ਆ ਤੇ ਧੀਆਂ ਭੈਣਾਂ ਦੀ ਇੱਜ਼ਤਾਂ ਥਾਣਿਆਂ 'ਚ ਲੁੱਟੀਆਂ ਜਿਨ੍ਹਾਂ ਨੇ। ਤੁਸੀਂ ਇੱਕ ਦੱਸੋ, ਮੈਂ ਤੁਹਾਨੂੰ 10 ਦੱਸਦਾ। ਵੈਸੇ ਕੋਈ ਗੱਲ ਨਹੀਂ, ਟਾਈਮ ਅੱਜ ਥੋੜਾ ਹੈ, ਆਪਾਂ ਮੁੜ ਕੇ ਦੁਬਾਰਾ ਵਿਚਾਰ ਕਰਾਂਗੇ ਤੇ ਸੰਦੀਪ ਭਾਜੀ। ਬਿਲਕੁਲ ਜੀ, ਆਪਾਂ ਸਮਾਪਤੀ ਵਾਲੇ ਪਾਸੇ ਵਧੀਏ ਤੇ ਅਖੀਰ ਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਕਿਸੇ ਨਾਲ ਵੀ ਹੋਏ ਹੋਣ, ਸਿੱਖਾਂ ਨੇ ਹਮੇਸ਼ਾ ਹਰ ਧਰਮ ਦੇ ਮਗਰ ਐਜ਼ ਇਨਸਾਨੀ ਤੌਰ ਤੇ ਖੜੇ ਨੇ। ਭਾਵੇਂ ਉਹ ਨੇਪਾਲ ਦੇ ਵਿੱਚ ਕੋਈ ਤੂਫਾਨ ਆਇਆ ਹੋਵੇ, ਭਾਵੇਂ ਕਸ਼ਮੀਰ ਦੇ ਵਿੱਚ ਅਰਥਕੁਏਕ ਆਇਆ ਹੋਵੇ, ਭਾਵੇਂ ਕਿਸੇ ਹਿੰਦੂ ਧੀ ਭੈਣ ਦੇ ਉੱਤੇ ਹੱਥ ਪਿਆ ਹੋਵੇ, ਭਾਵੇਂ ਕਿਸੇ ਮੁਸਲਮਾਨ ਦੀ ਧੀ ਭੈਣ ਦੇ ਉੱਤੇ ਹੱਥ ਪਿਆ ਹੋਵੇ, ਸਿੱਖਾਂ ਨੇ ਹਮੇਸ਼ਾ ਆਪਣਾ ਫਰਜ਼ ਨਿਭਾਇਆ ਆ। ਗੁਰੂ ਨਾਨਕ ਨੇ ਜਨੇਊ ਨੂੰ ਪਾਉਣ ਤੋਂ ਮਨਾ ਕੀਤਾ। ਗੁਰੂ ਤੇਗ ਬਹਾਦਰ ਨੇ ਉਸ ਜਨੇਊ ਨੂੰ ਬਚਾਉਣ ਵਾਸਤੇ, ਕਿਉਂ ਇਸ ਲਈ ਨਹੀਂ ਕਿ ਉਹ ਜਨੇਊ ਨੂੰ ਪਹਿਨਣਾ ਚਾਹੁੰਦੇ ਸੀ, ਇਸ ਲਈ ਕਿਉਂਕਿ ਉਹ ਧੱਕੇ ਦੇ ਨਾਲ ਕਿਸੇ ਦਾ ਧਰਮ ਬਦਲਿਆ ਜਾ ਰਿਹਾ ਸੀ, ਜੋ ਅੱਜ ਵੀ ਹੋ ਰਿਹਾ ਆ। ਸੋ ਜਿੱਥੇ ਤੱਕ ਹਿੰਦੂ ਕਸ਼ਮੀਰੀਆਂ ਦੇ ਨਾਲ ਅਗਰ ਧੱਕੇਸ਼ਾਹੀ ਹੋ ਰਹੀ ਆ ਤੇ ਅਸੀਂ ਉਹਨਾਂ ਨਾਲ ਹਮਦਰਦੀ ਰੱਖਦੇ ਹਾਂ, ਪਰ ਉਹਦੇ ਨਾਲ ਨਾਲ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਜਦੋਂ ਹਿੰਦੂ ਕਸ਼ਮੀਰੀਆਂ ਨੂੰ ਕਸ਼ਮੀਰ ਤੋਂ ਕੱਢਿਆ ਗਿਆ, ਉਦੋਂ ਹਿੰਦੁਸਤਾਨ ਸਰਕਾਰ ਨੇ ਇੱਕ ਵੱਡਾ ਖਜ਼ਾਨਾ, ਇੱਕ ਵੱਡਾ ਅਮਾਉਂਟ ਉਹਨਾਂ ਕਸ਼ਮੀਰੀਆਂ ਨੂੰ ਸੈਟਲ ਕਰਨ ਵਾਸਤੇ ਦਿੱਤਾ। ਪਰ 30 ਸਾਲ ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਕਾਨਪੁਰ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੇ ਸਿੱਖਾਂ ਨੂੰ ਰੋਲਿਆ ਗਿਆ, ਜਿਨ੍ਹਾਂ ਨੂੰ ਅੱਗਾਂ ਲਾਈਆਂ ਗਈਆਂ, ਜਿਹੜੇ ਬੱਚਿਆਂ ਨੂੰ ਅਨਾਥ ਕਰਕੇ ਛੱਡ ਦਿੱਤਾ ਗਿਆ, ਜਿਹੜੀਆਂ ਬੀਬੀਆਂ ਨੂੰ ਵਿਧਵਾ ਕਰਕੇ ਛੱਡ ਦਿੱਤਾ ਗਿਆ, ਉਹਨਾਂ ਨੂੰ ਇੱਕ ਪੈਸੇ ਦੀ ਮਦਦ ਤੱਕ ਨਹੀਂ ਕੀਤੀ ਗਈ, ਔਰ ਨਾ ਹੀ ਸਿੱਖ ਉਸ ਪੈਸੇ ਦੀ ਆਸ ਰੱਖਦੇ ਨੇ। ਸਿਰਫ ਕੰਪੈਰੀਜ਼ਨ ਕਰਨਾ ਹੋਵੇ ਤਾਂ ਦੋਨਾਂ ਤੱਥਾਂ ਦਾ ਕਰਨਾ ਚਾਹੀਦਾ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਗੁਰਪਤਵੰਤ ਸਿੰਘ ਪੰਨੂ ਸਾਹਿਬ ਦੇ ਅਤੇ ਗਰੇਵਾਲ ਸਾਹਿਬ ਦੇ, ਸਵਦੀਸ਼ ਜੀ ਹੋਣਾ ਦੇ, ਦਿਲਰਾਜ ਜੀ ਹੋਣਾ ਨੇ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਇੱਥੇ ਵਿਚਾਰਾਂ ਕੀਤੀਆਂ ਨੇ। ਮੈਂ ਆਸ ਕਰਦਾ ਹਾਂ ਕਿ ਜਿਹੜਾ ਪ੍ਰੋਗਰਾਮ 2020 ਸਿੱਖ ਰੈਫਰੈਂਡਮ ਦਾ ਮੂਨਲਾਈਟ ਕਨਵੈਨਸ਼ਨ ਸੈਂਟਰ 'ਚ 19 ਮਾਰਚ ਨੂੰ ਹੋ ਰਿਹਾ ਆ, ਉਸ ਵਿੱਚ ਅਸੀਂ ਸਾਰੇ ਪਹੁੰਚੀਏ। ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਸਾਡੇ ਚੈਨਲ ਜਿਹੜਾ ਹੈਗਾ ਉਹਦੀ ਰਿਕਾਰਡਿੰਗ ਜਾਂ ਉਹਨੂੰ ਟੈਲੀਕਾਸਟ ਕਰ ਸਕਦਾ ਹੋਇਆ ਤਾਂ ਅਸੀਂ ਉਸ 'ਚ ਵੀ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।